ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ 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 ਜੀ, 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 ਵਾਹਿਗੁਰੂ 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 ਜੀ, 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 ਵਾਹਿਗੁਰੂ ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ,
ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਵਡਭਾਗੇ ਹੋ। ਦਾਸ ਤੋਂ ਪਹਿਲਾਂ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਆਪ ਸਰਬੱਤ ਸੰਗਤ ਨੇ ਮਾਣਿਆ। ਆਓ ਕੁਝ ਸਮਾਂ, ਕੁਝ ਘੜੀਆਂ ਗੁਰਮਤਿ ਵਿਚਾਰਧਾਰਾ ਦੇ ਨਾਲ ਜੁੜੀਏ। ਕਰੀਬ 45 ਕੁ ਮਿੰਟ ਦਾ ਆਪਣੇ ਕੋਲ ਸਮਾਂ ਤੇ 45 ਮਿੰਟ ਦੇ ਸਮੇਂ ਦੇ ਅੰਦਰ ਮੈਂ ਆਪਣੇ ਵਿਸ਼ੇ ਨੂੰ ਲੈ ਕੇ ਸਮਾਪਤੀ ਵਾਲੇ ਪਾਸੇ ਵਧਾਂ। ਕੋਈ ਵੀ ਰਸਨਾ ਬਾਂਝੀ ਨਾ ਰਹੇ। ਸਾਰੀਆਂ ਮੇਰੀਆਂ ਭੈਣਾਂ ਇਕਾਗਰਤਾ ਦੀ ਦਾਤ ਪ੍ਰਦਾਨ ਕਰਿਆ ਜੇ। ਸਾਰੇ ਮੇਰੇ ਵੀਰ ਇਕਾਗਰਤਾ ਦੀ ਦਾਤ ਪ੍ਰਦਾਨ ਕਰਿਆ ਜੇ। ਇੱਕ ਮਨ ਇੱਕ ਚਿੱਤ ਹੋ ਕੇ ਬੁਲਾਓ, ਗੱਜ ਕੇ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਦੇ ਅੰਦਰ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ। ਜਦੋਂ ਗੱਲ ਚੱਲਦੀ ਹੈ ਵਿਸਾਖੀ ਦੀ ਤੇ ਇਹਨੂੰ ਵਿਸਾਖੀ ਵੀ ਕਿਹਾ ਜਾਂਦਾ ਹੈ। ਇੱਕ ਛੋਟਾ ਜਿਹਾ ਵਿਸ਼ਾ ਆਪਣੇ ਮਨ ਦੇ ਵਿੱਚ ਚੇਤੇ ਰੱਖਿਆ ਕਿ ਸਾਜਨਾ ਦਿਵਸ ਵੀ ਕਿਹਾ ਜਾਂਦਾ ਹੈ। ਇੱਕ ਵਾਰੀ ਫਿਰ ਸੁਣ ਲਓ, ਵਿਸਾਖੀ ਵੀ ਕਹਿੰਦੇ ਆ। ਤੇ ਇੱਕ ਸ਼ਬਦ ਸਾਡੇ ਵਿੱਚ ਬੜਾ ਪ੍ਰਚਲਿਤ ਹੋ ਗਿਆ ਹੈ ਜਿਹਨੂੰ ਕਿਹਾ ਜਾਂਦਾ ਸਾਜਨਾ ਦਿਵਸ। ਕੁਝ ਸ਼ਬਦ ਐਸੇ ਨੇ ਜਿਹੜੇ ਸਮਾਂ ਪਾ ਕੇ ਖਤਮ ਹੋ ਜਾਂਦੇ ਨੇ, ਕੁਝ ਸ਼ਬਦ ਐਸੇ ਨੇ ਜਿਹੜੇ ਸਮਾਂ ਪਾ ਕੇ ਨਵੇਂ ਸ਼ਬਦ ਇਜਾਦ ਹੋ ਜਾਂਦੇ ਨੇ, ਨਵੇਂ ਸ਼ਬਦਾਂ ਦਾ ਜਨਮ ਹੁੰਦਾ ਹੈ। ਜਿਵੇਂ ਮੈਨੂੰ ਲੱਗਦਾ ਵੀ ਜਿਤਨੇ ਵੀ 50+ ਨੇ, ਇਹਨਾਂ ਨੇ ਕਦੀ ਨਗਰ ਕੀਰਤਨ ਸ਼ਬਦ ਨਹੀਂ ਸੀ ਸੁਣਿਆ। ਇਹਨਾਂ ਦੇ ਵੇਲੇ ਸ਼ਬਦ ਹੁੰਦਾ ਸੀ ਜਲੂਸ, ਤੇ ਜਲੂਸ ਸ਼ਬਦ ਮਾੜਾ ਨਹੀਂ ਸੀ। ਜਲੂਸ ਸ਼ਬਦ ਬਣਿਆ ਸੀ ਜਲਾਉਂ ਤੋਂ। ਸਮਾਂ ਪਾ ਕੇ ਲੋਕਾਂ ਨੇ ਇਹਨੂੰ ਨੈਗੇਟਿਵ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿਸੇ ਦਾ ਝਾਟਾ ਖਿਲ ਰਿਹਾ ਜਾਂ ਕੋਣਾ ਤੇ ਆਖਣ ਲੱਗ ਪਏ, ਆ ਤੈਂ ਕੀ ਜਲੂਸ ਕੱਢਿਆ। ਉਹ ਜਲੂਸ ਸ਼ਬਦ ਇਹਨਾਂ ਕੋ ਨੈਗੇਟਿਵ ਵਰਤਣਾ ਸ਼ੁਰੂ ਕਰ ਦਿੱਤਾ ਵੀ ਸਮਾਂ ਪਾ ਕੇ ਅਸੀਂ ਆਪਣਾ ਜਿਹੜਾ ਜਲੂਸ ਸ਼ਬਦ ਸੀ ਨਾ, ਜਿਹੜਾ ਜਲਾਉਣ ਤੋਂ ਬਣਿਆ ਸੀ, ਜਿਹਦੇ ਅਰਥ ਬੜੇ ਬਾਕਮਾਲ ਬਣਦੇ ਸਨ, ਅਸੀਂ ਇਹਨੂੰ ਇੱਕ ਨਵਾਂ ਨਾਮ ਦੇ ਦਿੱਤਾ, ਨਗਰ ਕੀਰਤਨ। ਮੈਨੂੰ ਲੱਗਦਾ ਵੀ ਜਿਹੜੇ 50+ ਨੇ ਇਹਨਾਂ ਨੂੰ ਕਦੀ ਪੁੱਛ ਕੇ ਵੇਖਿਆ ਜੇ ਵੀ ਪਹਿਲੇ ਸਮੇਂ ਦੇ ਵਿੱਚ ਜਦੋਂ ਜਲੂਸ ਨਿਕਲਦਾ ਹੁੰਦਾ ਸੀ ਕਦੀ ਨਗਰ ਕੀਰਤਨ ਨਾਮ ਸੁਣਿਆ, ਤੇ ਜਵਾਬ ਮਿਲੇਗਾ ਨਹੀਂ। ਸਮਾਂ ਪਾ ਕੇ ਵਿਸਾਖੀ ਨੂੰ ਸਾਜਨਾ ਦਿਵਸ। ਹੁਣ ਤੁਸੀਂ ਮਨ ਦੇ ਵਿੱਚ ਸੋਚੋਗੇ ਵੀ ਕਿਹੜੀ ਸਾਜਨਾ? ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੀ ਸਾਜਨਾ ਨਹੀਂ ਕੀਤੀ। ਚੇਤੇ ਰੱਖਿਆ ਕਿ ਸਾਜਨਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਚੱਲੀ ਹੈ। 239 ਸਾਲ ਦਾ ਸਮਾਂ, ਇੱਕ ਘੱਟ 40, 239 ਸਾਲ ਦਾ ਸਮਾਂ। ਸਿੱਖ ਜੀ ਤੈਨੂੰ ਅੰਦਰੋਂ ਸਾਜਦੀਆਂ ਲੱਗਾ। ਤੇ ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਦਾ ਵੇਲਾ ਆਇਆ, ਪਾਤਸ਼ਾਹ ਕਹਿੰਦੇ ਅੱਜ ਮੈਂ ਤੈਨੂੰ ਬਾਹਰੋਂ ਵੀ ਸਾਜਣਾ। ਅੰਦਰੋਂ ਤਾਂ ਤੇਰੀ ਸਾਜਨਾ ਹੋ ਗਈ ਹੈ। ਪਾਤਸ਼ਾਹ ਕਹਿੰਦੇ ਪਹਿਲਾਂ ਤੇਰਾ ਇੱਕ ਬੜਾ ਵੱਡਾ ਇਮਤਿਹਾਨ ਲਵਾਂਗਾ। ਇੱਕ ਚੇਤੇ ਰੱਖਿਆ ਜੇ ਭੈਣੋ, 1 ਸਾਲ ਬੱਚਾ ਆਪਣੀ ਐਜੂਕੇਸ਼ਨ ਕਰਦਾ ਹੈ ਤੇ 1 ਸਾਲ ਬਾਅਦ ਬੱਚੇ ਦਾ ਇਮਤਿਹਾਨ ਹੁੰਦਾ ਹੈ, ਜਿਹਨੂੰ ਅਸੀਂ ਐਗਜ਼ਾਮ ਕਹਿ ਦਿੰਦੇ ਆ। ਤੇ ਪਾਤਸ਼ਾਹ ਕਹਿੰਦੇ ਅੱਜ ਇਮਤਿਹਾਨ ਦੀ ਘੜੀ ਵੀ ਆਵੇਗੀ। ਸਾਹਿਬ ਜੀ ਕਹਿੰਦੇ ਜਿਹੜੇ ਇਮਤਿਹਾਨ ਦੀ ਘੜੀ ਦੇ ਵਿੱਚੋਂ ਨਿਤਰਦੇ ਹੋਏ, ਸਾਹਿਬ ਜੀ ਕਹਿੰਦੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਨਾ ਅੱਜ ਮੈਂ ਬਾਹਰੋਂ ਵੀ ਸਾਜ ਦੇਣਾ। ਤੇ ਇਤਿਹਾਸਕਾਰ ਲਿਖਦੇ ਨੇ ਉਹ ਸਮਾਂ ਕਿਹਦਾ ਹੁੰਦਾ ਸੀ। ਚੇਤੇ ਰੱਖਿਆ ਜੇ ਅੱਜ ਸਾਡੇ ਕੋਲ ਹੈ ਸੋਸ਼ਲ ਮੀਡੀਆ। ਭੈਣੋ ਅੱਜ ਸਾਡੇ ਕੋਲ ਕੀ ਹੈ ਜੀ? ਸੋਸ਼ਲ ਮੀਡੀਆ, ਜਿਹਦੀ ਬੜੀ ਵੈਸੇ ਤਾਂ ਸੁਚੱਜੀ ਵਰਤੋਂ ਚਾਹੀਦੀ ਸੀ, ਪਰ ਮੈਂ ਹੱਥ ਜੋੜ ਕੇ ਮਾਫੀ ਮੰਗਾ। ਇਹਦੀ ਸੁਚੱਜੀ ਵਰਤੋਂ ਤੇ ਅਸੀਂ ਘੱਟ ਕੀਤੀ ਹੈ, ਪਰ ਕੁਚੱਜੀ ਵਰਤੋਂ ਅਸੀਂ ਲੋੜ ਤੋਂ ਵੱਧ ਕੇ ਲੱਗ ਪਏ ਕਰਨ। ਜਦਕਿ ਬਾਪੂ ਮੇਰੇ ਨੇ ਗੁਰਬਾਣੀ ਦੇ ਵਿੱਚ ਕਿਹਾ, ਬਾਪੂ ਕਹਿੰਦੇ ਸਾਂਝ ਕਰੀਜੈ, ਬੋਲੋ ਸਾਂਝ ਕਰੀਜੈ, ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਬਾਪੂ ਕਹਿੰਦੇ ਗੁਣਾਂ ਦੀ ਸਾਂਝ ਕਰ ਲਾ ਤੇ ਔਗਣ ਛੱਡ ਦੇ। ਹੁਣ ਔਗਣ ਤੇ ਹਰ ਬੰਦੇ ਦੇ ਵਿੱਚ ਨੇ, ਔਗਣ ਮੇਰੇ ਵਿੱਚ ਵੀ ਨੇ। ਮੇਰੇ ਔਗਣ ਛੱਡ ਕੇ ਜੇ ਗੁਣ ਦੀ ਸਾਂਝ ਪਾਓਗੇ ਤੇ ਬੜਾ ਵਧੀਆ। ਤੇ ਜੇ ਔਗਣ ਫਰੋਲਣ ਲੱਗ ਪਾਵਾਂਗੇ ਹਰ ਕਿਸੇ ਦੇ, ਤੇ ਫਿਰ ਬਾਪੂ ਦਾ ਬਚਨ ਕਿੱਥੇ ਰੱਖਾਂਗੇ? ਬਾਪੂ ਕਹਿੰਦੇ ਸਾਂਝ ਕਰੀਜੈ, ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਹੁਣ ਛੋਟੀ ਜਿਹੀ ਵਿਚਾਰ ਦੇਣਾ ਨਾ, ਕਲਗੀਧਰ ਪਿਤਾ ਮਹਾਰਾਜ ਜੀ ਨੇ ਉਸ ਸਮੇਂ, ਅੱਜ ਤੁਹਾਡੇ ਕੋਲ ਸੋਸ਼ਲ ਮੀਡੀਆ, ਆਪਣੀ ਆਵਾਜ਼ ਪਲਾਂ ਦੇ ਅੰਦਰ ਦੁਨੀਆ ਦੇ ਵਿੱਚ ਅਪੜਾ ਦਿੰਦੇ ਹੋ। ਉਹ ਸਮਾਂ ਕਿਹਦਾ ਹੋਵੇਗਾ ਜਦੋਂ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜੇ, ਆਪਣੇ ਸੰਦੇਸ਼ੇ ਭੇਜੇ। ਸਾਹਿਬ ਜੀ ਕਹਿੰਦੇ ਇਸ ਵਾਰ ਦੀ ਵਿਸਾਖੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਹੋਵੇਗੀ, ਜਿੰਨੀ ਦੁਨੀਆ ਵੱਧ ਤੋਂ ਵੱਧ ਆ ਸਕਦੀ ਹੋਵੇ। ਮੇਰੇ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਵੀ ਵੱਧ ਤੋਂ ਵੱਧ ਲੋਕ ਉੱਥੇ ਅਪੜਨ, ਸੰਗਤਾਂ ਉੱਥੇ ਅਪੜਨ। ਤੇ ਉਹ ਸਮਾਂ ਆਵਾਜਾਈ ਦੇ ਸਾਧਨ ਹੁੰਦੇ ਸੀ ਗੱਡੇ, ਆਵਾਜਾਈ ਦੇ ਸਾਧਨ ਹੁੰਦੇ ਸੀ ਬੈਲ ਗੱਡੀਆਂ, ਆਵਾਜਾਈ ਦੇ ਸਾਧਨ ਹੁੰਦੇ ਸੀ ਘੋੜੇ, ਆਵਾਜਾਈ ਦੇ ਸਾਧਨ ਹੁੰਦੇ ਸੀ ਖੱਚਰਾਂ। ਚੇਤੇ ਰੱਖਿਆ ਜੇ ਏਡਾ ਵੱਡਾ ਇਕੱਠ ਜਿਹੜਾ ਹੈ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣ ਲੱਗ ਪਿਆ। ਤੇ ਇੱਕ ਦਿਨ ਇੱਕ ਵੀਰ ਪਿੱਛੇ ਜੇ ਮੈਨੂੰ ਕਹਿੰਦਾ ਭਾਈ ਸਾਹਿਬ, ਮੈਂ ਕਿਹਾ ਹਾਂਜੀ। ਕਹਿੰਦਾ ਮਨ ਦੇ ਵਿੱਚ ਇੱਕ ਪ੍ਰਸ਼ਨ ਬੜੇ ਚਿਰ ਦਾ ਉੱਠਦਾ ਹੈ, ਜੇ ਕਹੋ ਤੇ ਮੈਂ ਕਰ ਲੈਣਾ। ਮੈਂ ਕਿਹਾ ਵੀ ਜੇ ਤੈਨੂੰ ਲੱਗਦਾ ਵੀ ਮੈਂ ਉਹਦਾ ਜਵਾਬ ਦੇ ਸਕਦਾ ਮੈਂ, ਜੇ ਤੈਨੂੰ ਲੱਗਦਾ ਵੀ ਮੈਂ ਕਾਬਲ ਹਾਂ, ਤੇ ਤੂੰ ਆਪਣਾ ਸਵਾਲ ਕਰ ਸਕਦਾ ਭਾਈ।
ਉਹਨੇ ਸਵਾਲ ਕੀ ਕੀਤਾ, ਕਹਿੰਦਾ ਜੀ ਕਿਹਾ ਜਾਂਦਾ ਹੈ ਵੀ ਉੱਥੇ ਇਕੱਠ ਬੜਾ ਵੱਡਾ ਹੋ ਗਿਆ ਸੀ। ਸੁਣਿਆ ਜੀ, ਹੁਣ ਧਿਆਨ ਦੇ ਨਾਲ ਸਾਡੀ ਸੋਚ ਕਿੱਥੇ ਕਿਤੇ ਖਲੋ ਗਈ। ਕਹਿੰਦਾ ਸੁਣਿਆ ਜੀ ਉੱਥੇ ਇਕੱਠ ਬੜਾ ਵੱਡਾ ਹੋ ਗਿਆ ਸੀ, ਲੱਖਾਂ ਦੀ ਤਾਦਾਦ ਦੇ ਅੰਦਰ ਇਕੱਠ ਹੋ ਗਿਆ। ਤੇ ਕਹਿੰਦਾ ਉਸ ਸਮੇਂ ਦੇ ਵਿੱਚ ਬੰਦੋਬਸਤ ਲੱਖਾਂ ਬੰਦਿਆਂ ਦੇ ਕਿਵੇਂ ਕੀਤੇ ਹੋਣਗੇ। ਮੈਂ ਕਿਹਾ ਗੱਲ ਬੜੀ ਛੋਟੀ ਜੀ ਕਰ ਦਿੱਤੀ ਏ। ਮੈਂ ਕਿਹਾ ਤੈਨੂੰ ਕੀ ਲੱਗਦਾ ਵੀ ਗੁਰੂ ਨਾਨਕ ਦੇ ਕੜਾਏ ਅੱਜ ਵੱਡੇ ਹੋਏ ਨੇ? ਗੁਰੂ ਨਾਨਕ ਦੇ ਘਰ ਦੇ ਕੜਾਏ ਬੜੀ ਦੇਰ ਦੇ ਵੱਡੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਭੈਣੋ ਇੱਕ ਚੀਜ਼ ਦਾ ਵੈਸੇ ਚੇਤਾ ਰੱਖਿਆ ਜੇ, ਮੈਂ ਛੋਟੀ ਜੀ ਤੁਹਾਡੇ ਨਾਲ ਵਿਚਾਰ ਦੀ ਸਾਂਝ ਪਾਵਾਂ ਤੇ ਆਵਾਂਗਾ ਇਸੇ ਗੱਲ ਦੇ ਉੱਪਰ। ਮੈਂ ਨਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਬੈਠਾ ਸਾਂ, ਇੱਕ ਵਾਰ ਦੀ ਗੱਲ ਹੈ ਪੁਰਾਣੀ, ਤੇ ਪਟਿਆਲਾ ਯੂਨੀਵਰਸਿਟੀ ਦੇ ਅੰਦਰ ਬੈਠੇ ਸਾਂ ਤੇ ਉੱਥੇ ਪਾਕਿਸਤਾਨ ਤੋਂ ਆਇਆ ਇੱਕ ਬੁਲਾਰਾ। ਤੇ ਸਾਰੇ ਕਹਿੰਦੇ ਵੀ ਤੁਸੀਂ ਪਾਕਿਸਤਾਨ ਤੋਂ ਆਏ ਹੋ, ਕੋਈ ਗੱਲ ਕਹੋ, ਲੰਗਰ ਦੇ ਉੱਪਰ ਗੱਲ ਲਿਆਉਣੀ ਹੈ ਵੀ ਤੁਸੀਂ ਪਾਕਿਸਤਾਨ ਤੋਂ ਆਏ ਹੋ, ਗੁਰੂ ਨਾਨਕ ਦੀ ਧਰਤੀ ਤੋਂ ਆਏ ਹੋ, ਤੇ ਸਾਡੇ ਨਾਲ ਕੋਈ ਗੱਲਬਾਤ ਦੀ ਸਾਂਝ ਪਾਓ। ਉਹਨੇ ਗੱਲਬਾਤ ਦੀ ਸਾਂਝ ਬੜੀ ਸੋਹਣੀ ਪਾਈ। ਕਹਿੰਦਾ ਦੇਖੋ ਮੈਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਇਆ ਵਾਂ। ਬੋਲੋ ਭਾਈ ਕਿਹੜੀ ਧਰਤੀ? ਆਵਾਜ਼ ਕੱਢੋ, ਮੇਰੀਆਂ ਭੈਣਾਂ ਵੀ ਬੋਲਣ, ਮੇਰੇ ਭਰਾ ਵੀ ਬੋਲਣ, ਆਵਾਜ਼ ਕੱਢੋ ਨਾ, ਕਿਹੜੀ ਧਰਤੀ? ਨਨਕਾਣਾ ਸਾਹਿਬ ਦੀ ਧਰਤੀ ਦੇ ਲਾਗੋਂ ਕਹਿੰਦਾ ਮੈਂ ਆਇਆ ਵਾਂ। ਕਹਿੰਦਾ ਬਚਪਨ ਉਹਨਾਂ ਗਲੀਆਂ ਦੇ ਵਿੱਚ ਗੁਜ਼ਰਿਆ ਤੇ ਚੇਤੇ ਰੱਖਿਆ ਤੇ ਗੱਲ ਵਾਹਵਾ ਪੁਰਾਣੀ ਹੈ। ਮੈਂ ਉੱਥੇ ਬਕਾਇਦਾ ਬੀਬੀ ਜਸਵੀਰ ਕੌਰ ਖਾਲਸਾ ਜੀ ਦੇ ਨਾਲ ਬੈਠਾ ਸਾਂ ਤੇ ਉਹ ਸੱਜਣ ਮਾਈਕ ਤੇ ਬੋਲਿਆ। ਉਦੋਂ ਮੈਂ ਬੁਲਾਰਾ ਵੀ ਨਹੀਂ ਸਾਂ ਤੇ ਮੈਨੂੰ ਗੱਲਾਂ ਅੱਜ ਵੀ ਉਹਦੀਆਂ ਦਿਲ ਦੇ ਅੰਦਰ ਫਾਈਲ ਬਣ ਗਈ। ਤੇ ਕਹਿੰਦਾ ਮੇਰੀ ਮਾਂ ਮੇਰੇ ਸਿਰ ਦੇ ਵਿੱਚ ਤੇਲ ਝੱਸੇ। ਹੁਣ ਹੈ ਸੀ ਉਹ ਮੁਸਲਮਾਨ। ਕਹਿੰਦਾ ਮੇਰੀ ਮਾਂ ਮੇਰੇ ਸਿਰ ਦੇ ਵਿੱਚ ਤੇਲ ਝੱਸੇ ਤੇ ਮੇਰੀ ਮਾਂ ਜਦੋਂ ਸਿਰ ਦੇ ਵਿੱਚ ਤੇਲ ਝੱਸੇ ਤੇ ਮੈਂ ਆਪਣੀ ਮਾਂ ਨੂੰ ਪੁੱਛਿਆ, ਮੈਂ ਕਿਹਾ ਮਾਂ ਅੱਜ ਸਿੱਖਾਂ ਨੂੰ ਕੀ ਹੋ ਗਿਆ? ਕਹਿੰਦੀ ਪੁੱਤ ਸਿੱਖਾਂ ਨੂੰ ਕੀ ਹੋਣਾ? ਕਹਿੰਦਾ ਮਾਂ ਅੱਜ ਜਦੋਂ ਮੈਂ ਸਵੇਰੇ ਸਵੇਰੇ ਉੱਠਿਆ ਸਾਂ ਨਾ ਤੇ ਮੈਂ ਗਲੀ ਦੇ ਵਿੱਚ ਮੜ ਜੀ ਝਾਤ ਪਾਈ, ਕੋਈ ਇੱਥੇ ਚਾਹ ਦਾ ਲੰਗਰ ਲਾ ਕੇ ਬੈਠਾ, ਕੋਈ ਇੱਥੇ ਜਲੇਬੀਆਂ ਦਾ ਲੰਗਰ ਲਾ ਕੇ ਬੈਠਾ। ਮੇਰੀ ਮਾਂ ਅੱਜ ਸਿੱਖਾਂ ਨੇ ਲੰਗਰ ਕਿਉਂ ਲਾਏ ਨੇ? ਤੇ ਉਹ ਸੱਜਣ ਯੂਨੀਵਰਸਿਟੀ ਦੇ ਵਿੱਚ ਕਹਿ ਰਿਹਾ, ਕਹਿੰਦਾ ਮੈਂ ਨਿੱਕਾ ਜਿਹਾ ਨਿਆਣਾ ਸਾਂ, ਅੱਜ ਮੈਂ ਪ੍ਰੋਫੈਸਰ ਬਣ ਗਿਆ ਵਾਂ। ਤੇ ਕਹਿੰਦਾ ਮੇਰੀ ਮਾਂ ਨੇ ਮੈਨੂੰ ਜਵਾਬ ਦਿੱਤਾ, ਕਹਿੰਦੀ ਪੁੱਤਰਾ ਇਹਨਾਂ ਦਾ ਇੱਕ ਵੱਡ ਵਡੇਰਾ ਹੋਇਆ ਜਿਹਨੂੰ ਕਿਹਾ ਜਾਂਦਾ ਗੁਰੂ ਨਾਨਕ। ਕੀ ਕਿਹਾ ਜਾਂਦਾ ਜੀ? ਤੁਹਾਡੀ ਵੀ ਰਸਨਾ ਬੋਲੇ ਨਾ, ਰਸਨਾ ਦੇ ਵਿੱਚ ਮਿਠਾਸ ਆਵੇਗੀ। ਕਹਿੰਦੇ ਇਹਨਾਂ ਦਾ ਵੱਡ ਵਡੇਰਾ ਹੋਇਆ ਜਿਹਨੂੰ ਕਿਹਾ ਜਾਂਦਾ ਗੁਰੂ ਨਾਨਕ। ਤੇ ਕਹਿੰਦੀ ਉਹਨੇ 20 ਦਾ ਲੰਗਰ ਲਾਇਆ ਸੀ। ਕਹਿੰਦੀ ਪੁੱਤਰ 20 ਤੇ ਖਰੇ ਉਵੇਂ ਹੀ ਪਏ ਨੇ, ਉਹਦੇ ਵਿਆਜ ਹੀ ਖਾਈ ਤੁਰੇ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਬੇਨਤੀ ਕਰਦਾ ਜਿਹੜਾ ਅੱਜ ਉੱਠ ਕੇ ਕੋ ਕਹਿ ਦੇਵੇ ਵੀ ਏਡੇ ਵੱਡੇ ਲੰਗਰ ਦੀ ਵਿਵਸਥਾ ਕਿਵੇਂ ਹੋਈ। ਮੈਂ ਕਿਹਾ ਵੀ ਇਹ ਸੱਜਣ ਨੂੰ ਬਾਂਹ ਤੋਂ ਫੜ ਕੇ ਪਿਆਰ ਦੇ ਨਾਲ, ਕਿਉਂਕਿ ਸਾਡਾ ਆਮ ਕਰਕੇ ਵਰਡ ਪਤਾ ਕੀ ਹੁੰਦਾ, ਇਹਨੂੰ ਧੌਣੋਂ ਫੜ ਕੇ ਦਰਬਾਰ ਸਾਹਿਬ ਲਿਜਾਓ, ਇਹਨੂੰ ਲੰਗਰ ਦੇ ਵਿੱਚ ਵਿਖਾਓ। ਦੇਖਿਆ ਜੇ ਸਿੱਖ ਧੌਣੋਂ ਫੜ ਕੇ ਨਹੀਂ ਜੇ ਜੁੜਨੇ, ਬਾਂਹ ਤੋਂ ਫੜ ਕੇ ਪਿਆਰ ਦੇ ਨਾਲ ਜੋੜਨੇ ਪੈਣੇ ਆ। ਸੌਦਾ ਲਈਏ ਨਾ ਪਿਆਰ ਵਾਲਾ, ਅਸੀਂ ਤਾਂ ਪਿਆਰ ਵਾਲਾ ਸੌਦਾ ਹੀ ਨਹੀਂ ਸਾਡੇ ਵਿੱਚ ਰਹਿ ਗਿਆ। ਜਿਹੜਾ ਕਿਹੜਾ ਕੰਮ ਧੌਣੋਂ ਫੜ ਕੇ, ਮੈਂ ਕਹਿੰਦਾ ਧੌਣੋਂ ਫੜ ਕੇ ਨਹੀਂ ਕੋਈ ਜੁੜਦਾ ਹੁੰਦਾ। ਇੱਕ ਚੀਜ਼ ਦਾ ਚੇਤਾ ਰੱਖਿਆ ਜੇ, ਔਰੰਗਜ਼ੇਬ ਕਹਿੰਦਾ ਸੀ ਮੈਂ ਤਲਵਾਰ ਦੇ ਨਾਲ ਲੋਕਾਂ ਦੇ ਗਲ ਦੇ ਜੰਜੂ ਲਾ ਕੇ ਮੁਸਲਮਾਨ ਬਣਾ ਦੇਣੇ ਨੇ। ਉਹਦੀ ਤਲਵਾਰ ਚੱਲੀ ਸੀ ਤੇ ਗੁਰੂ ਨਾਨਕ ਦੀ ਵਿਚਾਰ ਚੱਲੀ ਸੀ। ਚੇਤੇ ਰੱਖਿਆ ਜੇ ਜਿਨ੍ਹਾਂ ਨੇ ਤਲਵਾਰ ਦੇ ਨਾਲ ਜੰਜੂ ਲਾਏ ਸੀ ਨਾ, ਜਿੱਦੇ ਤਲਵਾਰ ਦਾ ਜ਼ੋਰ ਖਤਮ ਹੋਇਆ ਉਹਨਾਂ ਨੇ ਜੰਜੂ ਪਾ ਲਏ, ਤੇ ਜਿਹੜੇ ਵਿਚਾਰ ਦੇ ਨਾਲ ਲੱਤੇ ਸੀ ਉਹ ਦੁਬਾਰਾ ਤੇ ਜੰਜੂ ਨਹੀਂ ਸੀ ਕਿਸੇ ਨੇ ਪਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਨੂੰ ਜੋੜਨਾ ਤੇ ਵਿਚਾਰ ਵਾਲਾ ਸੌਦਾ ਹੋਣਾ ਚਾਹੀਦਾ। ਤੇ ਜਦੋਂ ਕੋਈ ਕਹਿੰਦਾ ਵੀ ਇੰਨੀ ਜਨਤਾ ਇੰਨੀ ਦੁਨੀਆ ਆ ਗਈ ਤੇ ਲੰਗਰ ਪਾਣੀ ਦੀ ਵਿਵਸਥਾ ਕਿਵੇਂ ਹੋਈ, ਮੈਂ ਕਿਹਾ ਵੀ ਉਹ ਸੱਜਣ ਨੂੰ ਬਾਂਹ ਤੋਂ ਫੜ ਕੇ ਪਿਆਰ ਦੇ ਨਾਲ ਤੇ ਦਰਬਾਰ ਸਾਹਿਬ ਗੁਰੂ ਕੇ ਲੰਗਰਾਂ ਵਿੱਚ ਲੈ ਜਾਓ। ਕਿੱਥੇ ਲੈ ਜਾਓ? ਆਵਾਜ਼ ਕੱਢੋ, ਗੁਰੂ ਕੇ ਲੰਗਰਾਂ ਦੇ ਵਿੱਚ ਲੈ ਜਾਓ। ਉਹਨੂੰ ਕਿਹਾ ਮਿੱਤਰਾ ਤੂੰ ਭਾਵੇਂ ਸੇਵਾ ਨਾ ਕਰ, ਤੂੰ ਭਾਵੇਂ ਸੇਵਾ ਦੇ ਵਿੱਚ ਯੋਗਦਾਨ ਨਾ ਪਾ, ਭਾਵੇਂ ਲੰਗਰ ਛਕਣਾ ਛਕ, ਨਹੀਂ ਛਕਣਾ ਨਾ ਛਕ, ਪਰ ਘੱਟੋ ਘੱਟ 5 ਘੰਟੇ ਲੰਗਰ ਦੇ ਵਿੱਚ ਖਲੋ ਤੇ ਗਿਣਤੀ ਕਰੀ ਜਾ ਵੀ ਕਿੰਨੇ ਪੂਰ ਆਉਂਦੇ ਨੇ ਤੇ ਕਿੰਨੇ ਪੂਰ ਜਾਂਦੇ ਨੇ। ਕਿੰਨੀ ਦੁਨੀਆ ਇੱਕ ਦਿਨ ਦੇ ਵਿੱਚ ਪ੍ਰਸ਼ਾਦਾ ਛਕਦੀ ਹੈ ਤੇ ਕਿੰਨੀ ਦੁਬਾਰਾ ਫੇਰ ਤੁਰੀ ਆਉਂਦੀ। ਤੈਨੂੰ ਆਪੇ ਪਤਾ ਲੱਗ ਜਾਏਗਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਆਉਣ ਵਾਲਿਆਂ ਦਾ ਘਾਟਾ ਤੇ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ ਛਕਣ ਵਾਲਿਆਂ ਦਾ ਘਾਟਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਛੋਟੀ ਜਿਹੀ ਵਿਚਾਰ ਲਿਆ ਜੇ ਏਡਾ ਵੱਡਾ ਪ੍ਰਬੰਧ ਹੋਇਆ ਹੋਵੇਗਾ, ਕਿੰਨੀ ਦੁਨੀਆ ਆਈ। ਤੇ ਕਲਗੀਧਰ ਪਿਤਾ ਮਹਾਰਾਜ ਨੇ ਜਿਸ ਵੇਲੇ ਸੂਰਜ ਅਸਮਾਨ ਦੇ ਅੰਦਰ ਆਪਣੀ ਲਾਲੀ ਜੀ ਛੱਡਦਾ ਪਿਆ ਨਾ, ਤੇ ਭਰੇ ਦੀਵਾਨ ਦੇ ਵਿੱਚ ਜਿਹੜਾ ਬਚਨ ਕਿਹਾ ਤੁਹਾਨੂੰ ਬੜਾ ਚੇਤੇ ਹੈ। ਮੈਂ ਤਾਂ ਸਿਰਫ ਅੱਜ ਥੋੜਾ ਜਿਹਾ ਜਿਵੇਂ ਕਹਿ ਲਓ ਨਾ, ਉਹਨਾਂ ਸ਼ਬਦਾਂ ਨੂੰ ਥੋੜਾ ਰਿਪੀਟ ਜਿਹਾ ਕਰਨਾ। ਸਾਰੀਆਂ ਗੱਲਾਂ ਤੁਹਾਨੂੰ ਬੜੀਆਂ ਚੇਤੇ ਨੇ, ਇਤਿਹਾਸ ਤੁਹਾਡੇ ਅੰਦਰ ਵਸਿਆ ਪਿਆ। ਕਲਗੀਧਰ ਪਿਤਾ ਮਹਾਰਾਜ ਕਹਿੰਦੇ ਮੈਨੂੰ 5 ਸਿਰ ਚਾਹੀਦੇ ਨੇ। ਇੱਥੇ ਥੋੜਾ ਜਿਹਾ ਫਰਕ ਕੱਢ ਲਿਆ ਜੇ, ਮੇਰੇ ਮਾਲਕ ਨੇ ਇਹ ਨਹੀਂ ਕਿਹਾ ਵੀ ਮੈਨੂੰ 5 ਬੰਦੇ ਚਾਹੀਦੇ ਨੇ। ਆਖੋ ਸਤਨਾਮ ਸ੍ਰੀ। ਆਪਾਂ ਨੂੰ ਗੱਲ ਬੜੀ ਸਮਝਿਆ ਜੇ ਕਿਸੇ ਕਹਿ ਦਈਏ 5 ਬੰਦੇ ਚਾਹੀਦੇ ਨੇ ਤੇ 50 ਉੱਠ ਪੈਣਗੇ, ਪਰ ਪਾਤਸ਼ਾਹ ਕਹਿੰਦੇ ਬੰਦੇ ਨਹੀਂ, ਮੈਨੂੰ 5 ਸਿਰ ਚਾਹੀਦੇ। ਹੁਣ ਸਿਰ ਦੇ ਕੀ ਅਰਥ ਨੇ? ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਸਿਰ ਪਹਿਲਾਂ ਰੱਖਿਆ ਗਿਆ।
ਗੁਰੂ ਨਾਨਕ ਦੇ ਘਰ ਦੀ ਸ਼ਰਤ ਹੀ ਇਹ ਆ ਵੀ ਜੇ ਮੇਰੇ ਘਰ ਦੇ ਵਿੱਚ ਆਉਣਾ, ਮੇਰੇ ਘਰ ਦੇ ਵਿੱਚ ਦਾਖਲਾ ਲੈਣਾ, ਤੇ ਬਾਪੂ ਕਹਿੰਦਾ ਸਿਰ ਦਿੱਤੇ ਬਿਨਾ ਗੱਲ ਅੱਗੇ ਤੁਰਦੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਿਰ ਦੇਣ ਦੇ ਕੀ ਅਰਥ ਨੇ, ਥੋੜਾ ਸਮਝਿਆ ਜੀ ਅੱਜ ਇਹਨਾਂ ਵਿਚਾਰਾਂ ਨੂੰ। ਜੇ ਮੈਂ ਕਹਿੰਦਾ ਵੀ ਆਪਾਂ 4-5 ਦੀਵਾਨ ਨੇ, ਜੇ ਪ੍ਰਸੰਗ ਕਲੀਅਰ ਨਾ ਹੋਇਆ, ਪ੍ਰਸੰਗ ਧੁੰਦਲਾ ਜਿਹਾ ਰਹਿ ਗਿਆ, ਤੇ ਚੇਤੇ ਰੱਖਿਆ ਜੇ ਮੈਂ ਆਪਣੇ ਆਪ ਨੂੰ ਬੁਲਾਰਾ ਨਹੀਂ ਮੰਨਾਂਗਾ। ਮੈਂ ਆਪਣੇ ਆਪ ਨੂੰ ਉਦੋਂ ਬੁਲਾਰਾ ਮੰਨਾਂਗਾ ਜਦੋਂ ਕੋਈ ਗੱਲ ਤੁਹਾਡੇ ਅੰਦਰ ਬਿਠਾ ਦਿਆਂਗਾ। ਮੈਂ ਸੋਚਾਂਗਾ ਗੁਰੂ ਨਾਨਕ ਮੈਂ ਤੇਰੇ ਘਰ ਦਾ ਸੱਚੀ ਮੁੱਚੀ ਕੂਕਰਾ ਬੁਲਾਰਾ ਨਾ, ਤੇ ਗੱਲ ਬੜੇ ਪਿਆਰ ਨਾਲ ਸਮਝਿਆ ਜੇ। ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਮੈਨੂੰ 5 ਬੰਦੇ ਚਾਹੀਦੇ ਨੇ, ਪਾਤਸ਼ਾਹ ਕਹਿੰਦੇ ਮੈਨੂੰ 5 ਸਿਰ ਚਾਹੀਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਨਾਨਕ ਦੇ ਘਰ ਦੀ ਫੀਸ ਵੀ ਇਹ ਆ, ਆਪਾਂ ਬਚਨ ਰੋਜ਼ ਪੜ੍ਹਦੇ ਆਂ, ਜਾਓ ਤੋ ਪ੍ਰੇਮ। ਵਾਹ ਬਈ ਵਾਹ। ਆਨੰਦ ਹੀ ਉਦੋਂ ਆਉਂਦਾ ਜਦੋਂ ਅੱਧੀ ਤੁਕ ਪੜੋ ਤੇ ਅੱਧੀ ਤੁਕ ਅੱਗੋਂ ਸੰਗਤ ਪੜ ਦੇਵੇ ਨਾ, ਫਿਰ ਪਤਾ ਲੱਗਦਾ ਵੀ ਸੰਗਤ ਬੜੀ ਜਾਗਰੂਕ ਹੈ। ਸੁਣਿਆ ਜੀ ਹੁਣ ਧਿਆਨ ਦੇ ਨਾਲ ਤੇ ਮੇਰੇ ਨਾਲ ਨਾਲ ਪੜਿਆ ਜੇ, ਜਾਓ ਤੋ ਪ੍ਰੇਮ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ। ਅਗਲਾ ਬਚਨ ਕਿਆ, ਸਿਰ ਦੀਜੈ ਨਾ ਕੀਜੈ। ਹੁਣ ਚੇਤੇ ਰੱਖਿਆ ਜੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੇਰੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਉ ਪੈਦਾ ਹੋ ਗਿਆ ਨਾ, ਤੇ ਸਾਹਿਬ ਜੀ ਕਹਿੰਦੇ ਪਹਿਲਾਂ ਤਲੀ ਤੇ ਟਿਕਾ ਕੇ ਫਿਰ ਮੇਰੇ ਘਰ ਦੇ ਵੱਲ ਤੁਰੀ। ਐਵੇਂ ਨਾ ਤੁਰ ਪਈ ਕਿਤੇ ਜੇ ਸਿਰ ਲੁਕੋ ਕੇ ਡਰ ਡਰ ਕੇ। ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ, ਮੈਂ ਤੁਹਾਨੂੰ ਬੜੀ ਛੇਤੀ ਸਮਝ ਪੈ ਜਾਏਗੀ। ਤੇ ਜੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਤੇ ਉਹਨੂੰ ਥੋੜੀ ਤਕਲੀਫ ਹੋ ਸਕਦੀ, ਉਸ ਗੱਲ ਦੀ ਮੈਂ ਮਾਫੀ ਨਹੀਂ ਮੰਗਾਂਗਾ, ਕਿਉਂਕਿ ਜਿੱਥੇ ਮੈਨੂੰ ਲੱਗੇਗਾ ਮੈਂ ਗਲਤ ਆ, ਮੈਂ ਮਾਫੀ ਮੰਗਣ ਨੂੰ ਤਿਆਰ ਹਾਂ। ਮੇਰੇ ਗਲ ਦੇ ਵਿੱਚ ਕਿੱਲਾ ਨਹੀਂ ਅੜਿਆ। ਸੰਗਤ ਮੈਨੂੰ ਸੁਚੇਤ ਕਰ ਦੇਵੇ ਵੀ ਕਾਕਾ ਇੰਜ ਨਹੀਂ ਇੰਜ ਹੈ, ਮੈਂ ਕਹਾਂਗਾ ਧੰਨਵਾਦ ਤੁਹਾਡਾ ਜੀ, ਪ੍ਰਚਾਰਕ ਆ ਤੁਹਾਡਾ, ਅੱਗੇ ਤੋਂ ਸੁਚੇਤ ਹੋ ਕੇ ਚੱਲਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੁਹਾਨੂੰ 84 ਦੀ ਛੋਟੀ ਜੀ ਗੱਲ ਸੁਣਾਉਣਾ, ਮੈਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਿਰ ਦੇਣ ਵਾਲੇ ਕਿਹੜੇ ਹੁੰਦੇ ਨੇ ਤੇ ਗੱਲਾਂ ਕਰਨ ਵਾਲੇ ਕਿਹੜੇ ਹੁੰਦੇ ਨੇ। ਇੱਕ ਜਥਾ ਤੁਹਾਨੂੰ ਵੀ ਪਤਾ ਬੱਬਰਾਂ ਦਾ ਸੀ। ਆਖੋ ਸਤਨਾਮ ਸ੍ਰੀ ਹਾਂ। ਜਿਹੜੇ 84 ਨੂੰ ਥੋੜਾ ਜਿਹਾ ਸਮਝਿਆ ਤੇ ਜਿਨ੍ਹਾਂ ਨੇ ਕੱਲੇ ਜਕਾਰੇ ਤੇ ਗਰਾਈਆਂ ਇਕੱਠੀਆਂ ਕੀਤੀਆਂ ਨੇ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਪਰ ਜਿਨ੍ਹਾਂ ਨੇ ਸੱਚੀ ਮੁੱਚੀ ਉਸ ਦਰਦ ਨੂੰ ਮਾਣਿਆ ਉਹ ਗੱਲ ਸਮਝਣਗੇ। ਇੱਕ ਜਥਾ ਸੀ ਬੱਬਰਾਂ ਦਾ, ਇੱਕ ਗਰੁੱਪ ਸੀ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ, ਤੇ ਚੇਤੇ ਰੱਖਿਆ ਜੇ ਮਰਜੀਵੜੇ ਸੀ ਨਾਲ। ਤੇ ਤੁਹਾਨੂੰ ਪਤਾ ਹੋਵੇਗਾ ਉਸ ਸਮੇਂ ਚੰਦੂ ਮਾਂਜਰੇ ਨੇ ਵੀ ਨਾ ਅਰਦਾਸ ਕਰਵਾ ਕੇ, ਆ ਬਜ਼ੁਰਗਾਂ ਨੂੰ ਜ਼ਿਆਦਾ ਪਤਾ ਹੋਵੇਗਾ ਜਿਹੜੇ ਥੋੜੇ ਜਿਹੇ ਜੁੜੇ ਹੋਏ ਨੇ 84 ਨੂੰ ਸਮਝੇ ਨੇ, ਉਹਨਾਂ ਨੇ ਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੂਪੇ ਪਾਏ ਸੀ। ਤੇ ਕੀ ਕਿਹਾ ਸੀ, ਕਹਿੰਦੇ ਇਹ ਸਾਡੇ ਮਰਜੀਵੜੇ ਨੇ, ਅਸੀਂ 1 ਲੱਖ ਮਰਜੀਵੜਾ ਤਿਆਰ ਕਰ ਦੇਣਾ। ਜੇ ਹਕੂਮਤਾਂ ਟੈਂਕ ਲੈ ਕੇ ਦਰਬਾਰ ਸਾਹਿਬ ਤੇ ਚੜ੍ਹਾਈ ਕਰ ਗਈਆਂ ਨਾ, ਤੇ ਸਾਡੇ ਮਰਜੀਵੜੇ ਮੁਕਾਬਲਾ ਕਰਨਗੇ। ਗੁੱਸਾ ਨਾ ਕਰਿਆ ਜੇ, ਜਿਨ੍ਹਾਂ ਨੇ ਸਰੂਪੇ ਲਏ ਸੀ ਨਾ, ਤੇ ਚੰਦੂ ਮਾਜਰਾ ਕਹਿੰਦਾ ਸੀ ਇਹ ਸਾਡੇ ਮਰਜੀਵੜੇ ਨੇ। ਚੇਤੇ ਰੱਖਿਆ ਜੇ ਜਦੋਂ ਟੈਂਕ ਆਏ ਸੀ ਉਹ ਨਹੀਂ ਸੀ ਲੱਭਾ, ਤੇ ਮਰਜੀਵੜੇ ਜਿਨ੍ਹਾਂ ਨੇ ਜ਼ਬਾਨ ਤੋਂ ਨਹੀਂ ਸੀ ਨਾ ਕਿਹਾ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਹਾਜ਼ਰੀਆਂ ਲਵਾਈਆਂ ਸੀ, ਚੇਤੇ ਰੱਖਿਆ ਜੇ ਉਹ ਅਸਲ ਮਰਜੀਵੜੇ ਹੋਣੇ ਬੜੇ ਸਨ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਨਾ, ਕੋਈ ਜ਼ਰੂਰੀ ਨਹੀਂ ਕਿ ਮੈਂ ਕਹਾਂਗਾ ਗੁਰੂ ਨਾਨਕ ਦੇ ਘਰ ਨੂੰ ਮੈਂ ਸਿਰ ਦਿੱਤਾ ਤੇ ਤਾਂ ਹੀ ਇਹ। ਤੇ ਜਦੋਂ ਬਣਦੀ ਹੈ ਨਾ ਉਦੋਂ ਪਤਾ ਲੱਗਦਾ ਵੀ ਫੜਾ ਮਾਰਨ ਵਾਲਾ ਕਿਹੜਾ ਸੀ ਤੇ ਸਿਰ ਦੇਣ ਵਾਲਾ ਕਿਹੜਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਮੈਂ 84 ਨੂੰ ਨਾ ਕਰੀਬ 8ਵੀਂ ਕਲਾਸ ਵਿੱਚ ਸਾਂ, ਜਦੋਂ ਮੈਂ ਆਪਣੇ ਘਰ ਦੇ ਵਿੱਚ ਪਈ ਹੋਈ ਇੱਕ ਕਿਤਾਬ ਪੜ੍ਹੀ ਸੀ। ਮੈਂ ਕਹਿੰਦਾ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਦੇ ਆ, ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ, ਮਨ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਉੱਠੇ। ਕੁਝ ਇਲਾਕਾ ਮੇਰਾ ਦਰਿਆ ਦਾ ਸੀ, ਉੱਥੇ ਰੋਜ਼ਾਨਾ ਮੁਕਾਬਲੇ ਹੋਣੇ। ਨਿਸ਼ਾਨ ਸਿੰਘ ਮਖੂ ਦਾ ਨਾਮ, ਉਹ ਵੀ ਮਖੂ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਮੈਨੇ ਇਸ ਚੀਜ਼ ਨੂੰ ਬੜੀ ਨੇੜਿਓਂ ਹੋ ਕੇ ਵੇਖਿਆ। ਫਿਰ ਮੈਨੂੰ ਪਤਾ ਲੱਗਾ ਵੀ ਇਹ ਮੂਵਮੈਂਟ ਕਿਹੜੀ ਸੀ, ਇਹ ਮੂਵਮੈਂਟ ਨੂੰ ਫੇਲ ਕਰਨ ਵਾਲੇ ਕਿਹੜੇ ਕਿਹੜੇ ਬੰਦੇ ਸਨ, ਤੇ ਇਹ ਮੂਵਮੈਂਟ ਸਿਖਰ ਵਾਲੇ ਪਾਸੇ ਕਿਵੇਂ ਅਪੜਦੀ ਰਹੀ। ਇਹ ਵਿਸ਼ਾ ਤੇ ਕਿਤੇ ਤੁਹਾਡੇ ਨਾਲ ਮੈਂ ਫੇਰ ਲੈ ਲਵਾਂਗਾ, ਭਾਵੇਂ ਸਪੈਸ਼ਲ 84 ਤੇ ਵਿਆਖਿਆ ਕਰਵਾਇਆ ਜੇ, ਮੈਂ ਬੋਲ ਕੇ ਜਾਵਾਂਗਾ। ਪਰ ਮੈਂ ਅੱਜ ਤੁਹਾਡੇ ਨਾਲ ਛੋਟੀ ਜਿਹੀ ਬੇਨਤੀ ਲੱਗਾ ਮੈਂ ਕਰਨ ਵੀ ਸਿਰ ਦੇਣ ਵਾਲੇ ਕਿਹੜੇ ਹੁੰਦੇ ਨੇ। ਗੁਰੂ ਨਾਨਕ ਦੇ ਘਰ ਦੀ ਸ਼ਰਤ ਹੈ, ਪਾਤਸ਼ਾਹ ਜੀ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਇਹ ਕੱਲਾ ਇਹ ਵੀ ਜੇ ਚਾਓ ਉੱਠਿਆ ਤੇ ਇਹ ਨਹੀਂ ਕਿ ਵੀ ਤੂੰ ਆਦਾ ਭਰਤੀ ਹੋ ਗਿਆ, ਨਾ ਨਾ ਨਾ, ਜੇ ਚਾਓ ਤੇਰੇ ਅੰਦਰ ਉੱਠਿਆ ਤੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਅਗਲਾ ਬਚਨ ਨਾਲ ਹੀ ਕਹਿਤਾ, ਕਹਿਣਗੇ ਸਿਰ ਧਰ ਤਲੀ ਗਲੀ ਮੇਰੀ। ਜੇ ਮੇਰੀ ਗਲੀ ਦੇ ਵਿੱਚ ਵੜਨਾ ਤੇ ਤਲੀ ਤੇ ਰੱਖ ਕੇ ਗਲੀ ਦੇ ਵਿੱਚ ਬੜੀ, ਵਰਨਾ ਮੇਰੀ ਗਲੀ ਦੇ ਵਿੱਚ ਤੇਥੋਂ ਤੁਰਿਆ ਹੀ ਨਹੀਂ ਜਾਣਾ, ਭੱਜਣ ਵਾਲਿਆਂ ਦੀ ਕਤਾਰ ਦੇ ਵਿੱਚ ਹੋਵੇਗਾ। ਜੇ ਮੇਰੀ ਗਲੀ ਤੁਰਨਾ ਹੈ ਨਾ ਤੇ ਤਲੀ ਤੇ ਟਿਕਾ ਕੇ ਤੁਰਨਾ ਪਏਗਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਅਗਲਾ ਬਚਨ ਨਾਲ ਦੀ ਨਾਲ ਕਹਿਤਾ, ਕਹਿਣ ਲੱਗੇ ਇਤ ਮਾਰਗ ਪੈਰ ਧਰੀਜੈ। ਜੇ ਇਸ ਰਾਹ ਤੇ ਤੁਰਨਾ ਚਾਹੁੰਦਾ ਤੇ ਪੈਰ ਰੱਖਣਾ ਚਾਹੁੰਦਾ ਨਾ, ਤੇ ਪਾਤਸ਼ਾਹ ਕਹਿੰਦੇ ਸਿਰ ਦੀਜੈ
ਕਾਣ ਨਾ ਕੀਤੇ ਫਿਰ ਸਿਰ ਦੇਣ ਦੀ ਗੱਲ ਕਰ, ਫਿਰ ਭੱਜਣ ਵਾਲੀ ਦੋ ਪਾਸੇ ਵਾਲੀ ਪਾਤਸ਼ਾਹ ਕਹਿੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਛੱਡ ਦੇ। ਤੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ, ਮੈਂ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਇੰਟਰਵਿਊ ਵੀ ਕਰਦਾ ਮੈਂ, ਉਗੇ ਖਾਲਕੂਆਂ ਦੀ ਇੰਟਰਵਿਊ ਵੀ ਮੇਰੇ ਨਾਲ ਹੋਈ ਹੈ, ਔਰ ਤੁਹਾਨੂੰ ਪਤਾ ਹੋਵੇਗਾ ਕਈ ਸ਼ਹੀਦ ਪਰਿਵਾਰਾਂ ਦੀ ਇੰਟਰਵਿਊ ਵੀ ਹੋਈ ਹੈ। ਪਰ ਮੈਂ ਤੁਹਾਡੇ ਨਾਲ ਜਿਹੜੀ ਵਿਚਾਰ ਲੱਗਾ ਮੈਂ ਨਾ ਦੇਣ, ਬੜੀ ਗਜ਼ਬ ਦੀ ਹੈ। ਕਹਿੰਦੇ ਇੱਕ ਵਾਰ ਐਸਾ ਹੋਇਆ, ਧਿਆਨ ਦੇ ਕੇ ਸੁਣਿਆ ਜੇ, ਇੱਕ ਵੀਰ ਮੇਰੇ ਨਾਲ ਬਕਾਇਦਾ ਬਹਿਸ ਪਿਆ। ਮੈਂ ਕਿਹਾ ਜੀ ਕੀ ਕਾਰਨ, ਤੈਨੂੰ ਮੇਰੇ ਨਾਲ ਹੀ ਕਿਉਂ ਦਿੱਕਤ ਆ ਰਹੀ ਹੈ? ਕਹਿੰਦਾ ਜੀ ਦਿੱਕਤ ਤੁਹਾਡੇ ਨਾਲ ਬਹੁਤ ਵੱਡੀ ਹੈ ਮੈਨੂੰ। ਮੈਂ ਕਿਹਾ ਦੱਸ ਨਾ ਵੀ ਕੀ ਦਿੱਕਤ ਹੈ? ਕਹਿੰਦਾ ਭਾਈ ਸਾਹਿਬ ਤੁਸੀਂ ਮੇਰੀ ਗੱਲ ਨੂੰ ਥੋੜਾ ਜਿਹਾ ਸਮਝੋ। ਕਹਿੰਦਾ ਜਿੰਨੇ ਕੁ ਤੁਹਾਡੇ ਦੀਵਾਨ ਦੇ ਵਿੱਚ ਸੰਗਤਾਂ ਹੁੰਦੀਆਂ ਨੇ ਨਾ, ਆ ਸੁਣਿਆ ਜੇ ਬੜਾ ਹੁਣ ਧਿਆਨ ਦੇ ਨਾਲ ਗੱਲ ਨੂੰ, ਮੈਨੂੰ ਕਹਿੰਦਾ ਜੀ ਜਿੰਨੇ ਕੁ ਤੁਹਾਡੇ ਦੀਵਾਨ ਵਿੱਚ ਸੰਗਤ ਹੁੰਦੀ ਹੈ, ਆ ਸੁਣਿਆ ਜੇ ਭੈਣੋ, ਕਹਿੰਦਾ ਜਿੰਨਾ ਕੁ ਤੁਹਾਡੇ ਦੀਵਾਨ ਦੇ ਵਿੱਚ ਇਕੱਠ ਹੁੰਦਾ ਹੈ, ਕਹਿੰਦਾ ਜਦੋਂ ਸਾਡਾ ਬਾਬਾ ਸਤਸੰਗ ਕਰਦਾ ਨਾ, ਕਹਿੰਦਾ ਇੰਨੇ ਕੁ ਤੇ ਚੁੱਪ ਕਰਾਉਣ ਵਾਲੇ ਸੇਵਾਦਾਰੀ ਲਾ ਛੱਡੀਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਮੇਰੀ ਗੱਲ ਹੁਣ ਸਮਝ ਗਏ ਹੋਵੋਗੇ ਵੀ ਉਹ ਕਿਹੜੇ ਲੋਕ ਹੋਣਗੇ, ਹੈ ਨਾ। ਮੇਰਾ ਬੜਾ ਵਾਹ ਪੈਂਦਾ ਜੀ ਉਹਨਾਂ ਦੇ ਨਾਲ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ YouTube ਦੇ ਉੱਪਰ ਵੀ ਬਹੁਤ ਜ਼ਿਆਦਾ ਘਾਹ ਪੈ ਜਾਂਦਾ, ਤੇ ਮੈਂ ਬੜਾ ਹੈਰਾਨ ਹੋਇਆ ਪਹਿਲਾਂ, ਫਿਰ ਉਹਨੇ ਆਪਣੀ ਗੱਲ ਰਿਪੀਟ ਕਰ ਦਿੱਤੀ। ਕਹਿੰਦਾ ਵੀ ਜਿੰਨਾ ਕੁ ਤੁਹਾਡੇ ਦੀਵਾਨ ਦੇ ਵਿੱਚ ਸੰਗਤ ਆਉਂਦੀ ਹੈ, ਜਿੰਨਾ ਕੁ ਤੁਹਾਡੇ ਕਿਸੇ ਪ੍ਰੋਗਰਾਮ ਦੇ ਵਿੱਚ ਇਕੱਠ ਹੁੰਦਾ ਹੈ, ਕਹਿੰਦਾ ਇੰਨਾ ਕਿ ਤੇ ਸਾਡੇ ਬਾਬੇ ਦੇ ਸਤਸੰਗ ਦੇ ਵਿੱਚ ਚੁੱਪ ਕਰਾਉਣ ਵਾਲੇ ਲੋਕ ਹੁੰਦੇ ਆ। ਮੈਂ ਕਿਹਾ ਵੀ ਹੁਣ ਜੇ ਤੂੰ ਸਵਾਲ ਕੀਤਾ ਨਾ ਤੇ ਜਵਾਬ ਲੈ ਬਿਨਾ ਮੁੜੀ ਨਾ, ਨਹੀਂ ਤੇ ਰਾਤ ਮੈਨੂੰ ਵੀ ਨੀਂਦ ਨਹੀਂ ਆਉਣੀ ਤੇ ਨੀਂਦ ਤੈਨੂੰ ਵੀ ਨਹੀਂ ਆਉਣੀ। ਮੈਨੂੰ ਤਾਂ ਨਹੀਂ ਨੀਂਦ ਆਉਣੀ ਨਾ, ਵੀ ਜੇ ਮੈਂ ਤੇਰੇ ਸਵਾਲ ਦਾ ਜਵਾਬ ਨਾ ਦਿੱਤਾ ਮੈਨੂੰ ਚੈਨ ਨਹੀਂ ਆਉਣਾ। ਮੈਨੂੰ ਇੰਜ ਲੱਗਣਾ ਵੀ ਭਾਜੀ ਪਾ ਕੇ ਚਲਾ ਗਿਆ। ਮੈਂ ਕਿਹਾ ਹੁਣ ਭਾਜੀ ਪੂਰੀ ਜੀ ਰੱਖ ਲਈਏ ਆਪਾਂ। ਕਹਿੰਦਾ ਜੀ ਕਿਵੇਂ? ਮੈਂ ਕਿਹਾ 3 ਮਿੰਟ ਦੇ ਵਿੱਚ ਤੂੰ ਆਪਣਾ ਸਵਾਲ ਕੀਤਾ ਤੇ 2.5 ਮਿੰਟ ਦੇ ਵਿੱਚ ਹੁਣ ਮੇਰਾ ਜਵਾਬ ਵੀ ਸੁਣ ਕੇ ਜਾਈ। ਆਖੋ ਸਤਨਾਮ ਸ੍ਰੀ। ਆ ਸੁਣਿਆ ਜੇ ਧਿਆਨ ਦੇ ਨਾਲ, ਮੈਂ 2.5 ਮਿੰਟ ਦਾ ਅੱਧਾ ਮਿੰਟ ਮੈਂ ਆਪਣਾ ਘਟਾ ਦੇਣਾ ਵਾ। ਕਹਿੰਦਾ ਜੀ ਬੋਲੋ। ਮੈਂ ਕਿਹਾ ਮਿੱਤਰਾ ਇੱਕ ਚੀਜ਼ ਦਾ ਚੇਤਾ ਰੱਖੀ, ਜਿਸ ਦੁਕਾਨ ਤੇ ਡਿਸਕਾਊਂਟ ਲੱਗਾ ਹੋਵੇ, ਬੋਲੋ, ਜਿਸ ਦੁਕਾਨ ਤੇ ਡਿਸਕਾਊਂਟ ਲੱਗਾ ਹੋਵੇ, ਮੈਂ ਕਿਹਾ ਉੱਥੇ ਇਕੱਠ ਅਕਸਰ ਵੱਜ ਹੀ ਜਾਂਦਾ ਹੁੰਦਾ। ਆਖੋ ਸਤਨਾਮ ਸ੍ਰੀ। ਕਹਿੰਦਾ ਸੀ ਨਾ ਸਾਡਾ ਇਕੱਠ ਬੜਾ ਹੋ ਜਾਂਦਾ, ਤੁਹਾਡੇ ਇਕੱਠ ਨਹੀਂ ਇੰਨਾ ਹੁੰਦਾ ਜਿੰਨੇ ਕੁ ਤੁਹਾਡੇ ਸੰਗਤ ਹੁੰਦੀ ਹੈ, ਇੰਨੇ ਕੁ ਸਾਡੇ ਬਾਬੇ ਦੇ ਵਿੱਚ, ਬਾਬੇ ਦੇ ਸਤਸੰਗ ਦੇ ਵਿੱਚ ਕਹਿੰਦਾ ਚੁੱਪ ਕਰਾਉਣ ਵਾਲੇ ਹੁੰਦੇ ਆ। ਮੈਂ ਕਿਹਾ ਵੀ ਜਵਾਬ ਸੁਣ ਕੇ ਜਾਈ। ਮੈਂ ਕਿਹਾ ਜਿਹੜੀ ਦੁਕਾਨ ਤੇ ਡਿਸਕਾਊਂਟ ਲੱਗਾ ਹੋਵੇ ਉਸ ਦੁਕਾਨ ਤੇ ਇਕੱਠ ਵੱਜ ਹੀ ਜਾਂਦਾ ਹੁੰਦਾ। ਮੈਂ ਕਹਿੰਦਾ ਤੁਸੀਂ ਜਦੋਂ ਪੰਜਾਬ ਜਾਂਦੇ ਹੋ ਜਾਂ ਕਿਤੇ ਇੰਡੀਆ ਦਾ ਤੁਹਾਡਾ ਚੱਕਰ ਹੁੰਦਾ ਹੈ, ਚਲੋ ਤੁਸੀਂ ਤੇ ਖੰਡ ਗਏ। ਮੈਂ ਕਈ ਵਾਰੀ ਵੇਖਿਆ ਜਿਹੜੀ ਦੁਕਾਨ ਤੇ ਲਿਖਿਆ ਹੋਵੇ ਨਾ ਇੱਥੇ 50% ਡਿਸਕਾਊਂਟ ਹੈ, ਤੇ ਬੰਦਾ ਸਿੰਘਣੀ ਨੂੰ ਪਤਾ ਕੀ ਕਹਿੰਦਾ? ਕਹਿੰਦਾ ਨਾ ਵੀ ਕੋਈ ਚੀਜ਼ ਲੈਣ ਵਾਲੀ ਹੋਵੇ ਇੱਕ ਅੱਧੀ ਲੈ ਲਾ, ਡਿਸਕਾਊਂਟ ਬੜਾ ਤਗੜਾ ਲੱਗਾ, ਇੱਕ ਨਾਲ ਇੱਕ ਫ੍ਰੀ ਹੈ। ਬੋਲੋ, ਕਹਿੰਦਾ ਨਾ, ਕਹਿੰਦਾ ਇੱਕ ਨਾਲ ਇੱਕ ਫ੍ਰੀ ਹੈ, ਲੈ ਲਾ, ਡਿਸਕਾਊਂਟ ਲੱਗਾ ਹੈ। ਤੇ ਜੇ ਕਿਸੇ ਦੁਕਾਨਦਾਰ ਨੇ ਲਿਖਿਆ ਹੋਵੇ ਵੀ ਇੱਥੇ 80% ਡਿਸਕਾਊਂਟ ਹੈ, ਤੇ ਮੈਨੂੰ ਲੱਗਦਾ ਵੀ ਬਾਕੀ ਦੁਕਾਨਾਂ ਸਾਰੀਆਂ ਛੱਡ ਕੇ ਦੁਕਾਨ ਭਰ ਦਿੰਦੇ ਆ। ਮੈਂ ਕਿਹਾ ਮਿੱਤਰਾ ਗੱਲ ਕੁਛ ਨਹੀਂ, ਤੇਰੇ ਬਾਬੇ ਦੇ ਡਿਸਕਾਊਂਟ ਵਾਲੇ ਲਾਏ ਹੋਏ ਆ। ਆਖੋ ਸਤਨਾਮ ਸ੍ਰੀ। ਚੇਤਾ ਰੱਖਿਆ ਜੇ ਜਿਹੜੇ ਅਨਮਤੀਆਂ ਦੀ ਗੱਲ ਕਰਦਾ ਮੈਂ, ਅਨਮਤੀਆਂ ਦੀ, ਹੈਨਾ, ਜਿਨ੍ਹਾਂ ਦੇ ਡੇਰਿਆਂ ਤੇ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਹੈ, ਪਰ ਆਪਣੇ ਬਾਬੇ ਦੀ ਗੱਲ ਕਰਦੇ ਨੇ, ਉਹਨਾਂ ਦੀ ਗੱਲ ਕਰਦਾ। ਮੈਂ ਕਿਹਾ ਤੇਰੇ ਬਾਬੇ ਦੇ ਡਿਸਕਾਊਂਟ ਬੜੇ ਵੱਡੇ ਲਾਏ ਹੋਏ ਆ। ਕਹਿੰਦਾ ਜੀ ਕਿਵੇਂ? ਮੈਂ ਸਮਝਿਆ ਨਹੀਂ। ਮੈਂ ਕਿਹਾ ਤੇਰਾ ਬਾਬਾ ਕਹਿੰਦਾ ਭਾਵੇਂ ਕੋਈ ਕੇਸ ਰੱਖੇ ਤੇ ਭਾਵੇਂ ਕੋਈ ਕੇਸ ਕਟਾਵੇ, ਕਹਿੰਦਾ ਮੈਨੂੰ ਕੋਈ ਦਿੱਕਤ ਨਹੀਂ, ਤੁਸੀਂ ਮੇਰੇ ਭਗਤ ਬਣ ਸਕਦੇ ਹੋ। ਮੈਂ ਕਿਹਾ ਤੇਰਾ ਬਾਬਾ ਕਹਿੰਦਾ ਭਾਵੇਂ ਕੋਈ ਰੱਖੇ ਤੇ ਭਾਵੇਂ ਕੋਈ ਕੱਟੇ, ਤੇ ਮੇਰਾ ਬਾਪੂ ਕਹਿੰਦਾ ਮੈਂ ਤੇ ਰੰਗਣ ਦੀ ਪਰਮਿਸ਼ਨ ਨਹੀਂ ਦਿੰਦਾ। ਕੋ ਸਤਨਾਮ ਸ੍ਰੀ। ਉਹ ਬੋਲੋ ਭਾਈ। ਹਾਂ ਹੁਣ ਸੁਣਿਆ ਜੇ ਵਿਸਾਖੀ ਨਾਲ ਜੁੜਦੀਆਂ ਗੱਲਾਂ ਨੇ ਨਾ, ਤੇ ਮੈਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ। ਮੈਂ ਗੱਲ ਦੇ ਵਿੱਚੋਂ ਗੱਲ ਆ ਗਈ। ਮੈਂ ਨਾ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਕਥਾ ਕਰਦਾ ਹੁੰਦਾ ਸਾਂ, ਤੇ ਇੱਕ ਮਾਤਾ ਜੀ ਨਾਲ ਮੇਰਾ ਬੜਾ ਪਿਆਰ। ਮੈਨੂੰ ਕਹਿੰਦੇ ਵੀ ਪੁੱਤਰ, ਮੈਂ ਕਿਹਾ ਹਾਂਜੀ, ਤੈਨੂੰ ਮੈਂ ਆਪਣਾ ਧਰਮ ਦਾ ਪੁੱਤ ਮੰਨ ਲਿਆ। ਮੈਂ ਕਿਹਾ ਚਲੋ ਮਾਤਾ ਜੀ ਜੇ ਮੰਨ ਲਿਆ ਤੇ ਬੜੀ ਚੰਗੀ ਗੱਲ ਹੈ। ਇੱਕ ਦਿਨ ਮੇਰੇ ਮਨ 'ਚ ਖਿਆਲ ਆਇਆ, ਮੈਂ ਕਿਹਾ ਮਾਤਾ ਜੀ ਤੁਸੀਂ ਮੈਨੂੰ ਧਰਮ ਦਾ ਪੁੱਤ ਮੰਨਿਆ? ਕਹਿੰਦੀ ਹਾਂ ਮੈਂ ਤੈਨੂੰ ਧਰਮ ਦਾ ਪੁੱਤ ਮੰਨਿਆ। ਮੈਂ ਕਿਹਾ ਫਿਰ ਇੱਕ ਪੁੱਤ ਦੀ ਵੀ ਮੰਨੋਗੇ? ਬੋਲੋ। ਮੈਂ ਕਿਹਾ ਇੱਕ ਫਿਰ ਪੁੱਤ ਦੀ ਵੀ ਮੰਨੋਗੇ? ਲੈ ਮੇਰਾ ਪੁੱਤ ਕਹੇ ਮੈਂ ਮੰਨਾਂ ਕਿਉਂ ਨਾ, ਦੱਸ ਮੇਰਾ ਪੁੱਤ ਕੀ ਗੱਲ ਹੈ, ਮੈਨੂੰ ਦੱਸ ਤੇ ਸਾਈ। ਮੈਂ ਕਿਹਾ ਮਾਤਾ ਜੀ ਗੱਲਬਾਤ ਕੁਛ ਨਹੀਂ, ਹੁਣ ਨਾ ਤੁਸੀਂ ਮਾਤਾ ਜੀ ਬਾਲ ਰੰਗਣੇ ਛੱਡ ਦਿਓ। ਆਖੋ ਸਤਨਾਮ ਸ੍ਰੀ। ਆ ਗੱਲਾਂ ਥੋੜੀਆਂ ਉਪਰੀਆਂ ਜਿਹੀਆਂ ਲੱਗਣੀਆਂ, ਕਈਆਂ ਨੇ ਕਹਿਣਾ ਦੱਸੋ ਜੀ ਇਹਨਾਂ ਵਿਸ਼ਿਆਂ ਨੂੰ ਕਾਹਤੋਂ ਛੇੜਿਆ ਗਿਆ? ਜੁੜੇ ਵਿਸਾਖੀ ਦੇ ਨਾਲ ਨੇ ਭਾਈ। ਬੋਲੋ, ਆਖੋ ਸਤਨਾਮ ਸ੍ਰੀ। ਜੁੜੇ ਵਿਸਾਖੀ ਦੇ ਨਾਲ ਹੈ। ਤੇ ਮੈਂ ਮਾਤਾ ਜੀ ਨੂੰ ਕਿਹਾ, ਮੈਂ ਕਿਹਾ ਮਾਤਾ ਜੀ ਤੁਸੀਂ ਧਰਮ ਦਾ ਪੁੱਤ ਮੰਨਿਆ? ਕਹਿੰਦੇ ਹਾਂ ਮੈਂ ਤੈਨੂੰ ਧਰਮ ਦਾ ਪੁੱਤ ਮੰਨਿਆ। ਮੈਂ ਕਿਹਾ ਮਾਂ ਫਿਰ ਨਾ ਇੱਕ ਪੁੱਤ ਦੀ ਗੱਲ ਮੰਨ ਲਾ। ਕਹਿੰਦੇ ਪੁੱਤ ਬੋਲੋ। ਮੈਂ ਕਿਹਾ ਮਾਂ ਇੱਕ ਮੇਰੀ ਗੱਲ ਇਹ ਮੰਨ ਲਾ। ਕਹਿੰਦੇ ਪੁੱਤ ਬੋਲੋ। ਮੈਂ ਕਿਹਾ ਮਾਂ ਅੱਜ ਤੋਂ ਬਾਅਦ ਕੇਸ ਰੰਗਣੇ ਛੱਡ ਦੇ,
ਤੇ ਮਾਤਾ ਨੇ ਜਿਹੜਾ ਜਵਾਬ ਦਿੱਤਾ ਬੜਾ ਪੋਲਾ ਜਿਹਾ ਜਵਾਬ ਦਿੱਤਾ, ਤੁਹਾਨੂੰ ਚੰਗਾ ਵੀ ਲੱਗੇਗਾ। ਮੈਨੂੰ ਕਹਿੰਦੇ ਪੁੱਤ ਗੱਲ ਤੇਰੀ ਜਮਾ ਠੀਕ ਹੈ, ਮੈਂ ਆਪਣੇ ਪੁੱਤ ਦੀ ਆਖੀ ਨਾ ਕਦੀ ਮੋੜਾਂ, ਮੈਂ ਆਪਣੇ ਪੁੱਤ ਦੀਆਂ ਸਾਰੀਆਂ ਮੰਨ ਲਵਾਂ, ਪਰ ਮੇਰਾ ਨਾ ਇੱਕ ਅਜੇ ਕਾਕਾ ਵਿਆਹਣ ਵਾਲਾ ਹੈ, ਜਿੱਦੇ ਵਿਆਹਿਆ ਗਿਆ ਤੇ ਉਹਦੇ ਫਿਰ ਮੈਂ ਬਾਲ ਕਾਲੇ ਕਰਨੇ ਛੱਡ ਦੇਣੇ ਆ। ਤੇ ਮੈਂ ਵੈਸੇ ਬੜਾ ਉਦੋਂ ਦਾ ਹੈਰਾਨ ਆ, ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ। ਮੈਂ ਕਿਹਾ ਵੀ ਮੈਨੂੰ ਇਹ ਨਹੀਂ ਸਮਝ ਆਈ ਵੀ ਮੁੰਡਾ ਵੇਖਣਾ ਹੈ ਕਿ ਮੁੰਡੇ ਦੀ ਮਾਂ ਵੇਖਣੀ ਅਗਲਿਆਂ ਨੇ। ਤੁਸੀਂ ਵੀ ਹੈਰਾਨ ਹੋ ਜਾਓਗੇ ਹੈਨਾ, ਹੁਣ ਮੁੰਡਾ ਵੇਖਣਾ ਕਿ ਮੁੰਡੇ ਦੀ ਮਾਂ ਵੇਖਣੀ ਹੈ। ਮਾਂ ਕਹਿ ਰਹੀ ਹੈ ਵੀ ਜਿੱਦਣ ਮੈਂ, ਧਿਆਨ ਦੇ ਕੇ ਸੁਣਿਆ, ਤੇ ਜਿੱਦਣ ਮੈਂ ਆਪਣਾ ਅਖੀਰਲਾ ਪੁੱਤ ਵਿਆਹ ਲਿਆ, ਮੈਂ ਤੁਹਾਡੀ ਗੱਲ ਪੁੱਤਰ ਜੀ ਮੰਨ ਲੈਣੀ ਹੈ। ਦੇਖੋ ਆਹ ਚੀਜ਼ਾਂ ਸਾਡੇ ਵਿੱਚ ਆ ਗਈਆਂ। ਮੈਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਅਸੀਂ ਇਹ ਅੜਦੇ ਹੋਏ ਦੇਖੇ ਹੈ। ਮੈਂ ਫਿਰ ਉਹਨੂੰ ਵੀ ਸੱਜਣ ਨੂੰ ਕਿਹਾ, ਮੈਂ ਕਿਹਾ ਮਿੱਤਰਾ ਗੱਲ ਕੁਛ ਨਹੀਂ, ਤੇਰੇ ਬਾਬੇ ਦੇ ਡਿਸਕਾਊਂਟ ਬੜੇ ਵੱਡੇ ਲੱਗੇ ਹੋਏ ਨੇ। ਕਹਿੰਦਾ ਜੀ ਕਿਵੇਂ? ਮੈਂ ਕਿਹਾ ਤੇਰਾ ਬਾਬਾ ਪਤਾ ਕੀ ਕਹਿੰਦਾ? ਕਹਿੰਦਾ ਜੀ ਭਾਵੇਂ ਕੋਈ ਵਾਲ ਕੱਟੇ ਤੇ ਭਾਵੇਂ ਕੋਈ ਵਾਲ ਰੱਖੇ, ਕਹਿੰਦਾ ਤੁਸੀਂ ਮੇਰੇ ਭਗਤ ਬਣ ਸਕਦੇ ਹੋ, ਦਿੱਕਤ ਹੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇੱਕ ਹੋਰ ਮੈਂ ਗੱਲ ਕਹਿ ਦਿਆਂ, ਸਾਡੇ ਵਿੱਚ ਵੀ ਕਈ ਕਹਿੰਦੇ ਆ। ਹਾਂ ਹੁਣ ਤੁਸੀਂ ਪੁੱਛੋਗੇ ਵੀ ਕਿਹੜੇ? ਇੱਕ ਦਿਨ ਇੱਕ ਮੇਰੇ ਕੋਲ ਵੀ ਆ ਗਿਆ, ਕਹਿੰਦਾ ਵੇਖੋ ਜੀ ਗੁਰਬਾਣੀ ਵਿੱਚ ਲਿਖਿਆ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ। ਇੱਥੇ ਗੁਰਬਾਣੀ ਵਿੱਚ ਵੀ ਲਿਖਿਆ ਵੀ ਭਾਵੇਂ ਕੋ ਲੰਮੇ ਕੇਸ ਕਰ ਲਵੇ ਤੇ ਭਾਵੇਂ ਕੋ ਰੱਖ ਕੇ ਮਨਾ ਲਵੇ। ਮੈਂ ਕਿਹਾ ਵੀ ਪੁੱਤਰ ਫਿਰ ਗੱਲ ਲੈਂਦੇ ਆ ਵੀ ਜੇ ਸਵਾਲ ਕਰੋ ਤੇ ਫਿਰ 5 ਮਿੰਟ ਰੱਖਿਆ ਕਰੋ ਜਵਾਬ ਵਾਸਤੇ। ਬੋਲੋ ਨਾ, ਜਵਾਬ ਵਾਸਤੇ ਫਿਰ 5 ਮਿੰਟ ਤੇ ਚਾਹੀਦੇ ਨੇ ਨਾ। ਮੈਂ ਕਿਹਾ ਵੀ ਗੁਰਬਾਣੀ ਦੇ ਵਿੱਚੋਂ ਮੈਂ ਜਵਾਬ ਦੇਣਾ ਤੇ ਸਵਾਲ ਵੀ ਮੇਰੇ ਨਾਲ ਉਹ ਕਰੇ ਜਿਹਨੂੰ ਗੁਰਬਾਣੀ ਦੀ ਸਮਝ ਹੈ, ਜਿਹਦਾ ਬੌਧਿਕ ਲੈਵਲ ਮੇਰੇ ਨਾਲ ਥੋੜਾ ਜਿਹਾ ਮੈਚ ਕਰਦਾ ਹੈ, ਉਹ ਸਵਾਲ ਕਰੇ, ਮੈਨੂੰ ਕੋਈ ਦਿੱਕਤ ਨਹੀਂ। ਪਰ ਜਿਹੜਾ ਟੱਕਰ ਹੀ ਮਾਰਨ ਦੇ ਲਈ ਆਇਆ, ਦੇਖੋ ਉੱਥੇ ਕੋਈ ਜਵਾਬ ਨਹੀਂ ਜੇ ਹੋਣਾ। ਹੁਣ ਧਿਆਨ ਦੇ ਕੇ ਸੁਣਿਆ ਜੇ ਮੇਰੇ ਭੈਣਾਂ ਤੇ ਵੀਰ। ਮੈਂ ਕਿਹਾ ਵੀ ਮਿੱਤਰਾ ਆ ਤੁਕ ਪੜ ਕੇ ਦੁਬਾਰਾ ਸੁਣਾ, ਇਹ ਤੁਕ ਕਿੱਥੋਂ ਲਈ ਹੈ? ਕਹਿੰਦਾ ਇਹ ਤਾਂ ਨਹੀਂ ਪਤਾ, ਪਰ ਸਾਡੇ ਡੇਰੇ ਵਿੱਚ ਬਾਬੇ ਨੇ ਸੁਣਾਈ ਸੀ। ਮੈਂ ਕਿਹਾ ਤੇਰੇ ਬਾਬੇ ਨੇ ਤੈਨੂੰ ਗੁੰਮਰਾਹ ਕਰਤਾ। ਬੋਲੋ, ਤੇਰੇ ਬਾਬੇ ਨੇ ਤੈਨੂੰ ਗੁੰਮਰਾਹ ਕਰ ਦਿੱਤਾ। ਕਹਿੰਦਾ ਜੀ ਕਿਵੇਂ? ਸਾਡੇ ਡੇਰੇ ਦੇ ਵਿੱਚ ਸੁਣਾਈ ਗਈ ਵੀ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਗੁਰਬਾਣੀ ਦੀ ਤੁਕ ਹੈ। ਮੈਂ ਕਿਹਾ ਤੁਕ ਤੇ ਗੁਰਬਾਣੀ ਦੀ ਹੈ, ਪਰ ਤੇਰੇ ਬਾਬੇ ਨੇ ਤੈਨੂੰ ਅੱਧੀ ਸੁਣਾਈ ਹੈ। ਆਖੋ ਸਤਨਾਮ ਸ੍ਰੀ। ਹਾਂ ਇਹ ਕਬੀਰ ਜੀ ਦਾ ਸਲੋਕ ਹੈ ਤੇ ਮੈਂ ਤੁਹਾਨੂੰ ਵਿਆਖਿਆ ਕਰਦਾ ਵਾਂ, ਪਤਾ ਲੱਗੇਗਾ ਵੀ ਗੱਲ ਕਿੱਥੇ ਤੇ ਕਾਹਦੀ ਚੱਲਦੀ ਪਈ ਹੈ। ਮੈਂ ਕਿਹਾ ਜੀ ਸਲੋਕ ਹੈ ਬਾਬਾ ਕਬੀਰ ਜੀ ਦਾ, ਤੇ ਬਾਬਾ ਕਬੀਰ ਜੀ ਕੀ ਕਹਿੰਦੇ ਨੇ ਭੈਣੋ ਸੁਣਿਆ ਜੇ ਹੁਣ ਧਿਆਨ ਦੇ ਨਾਲ। ਕਹਿੰਦੇ ਕਬੀਰ ਪ੍ਰੀਤ ਏਕ ਸਿਉ ਕੀਏ, ਕਬੀਰ ਪ੍ਰੀਤ ਏਕ ਸਿਉ ਕੀਏ, ਪਰ ਇੱਕ ਨਾਲ ਸਾਡੀ ਹੈ ਕਿੱਥੇ? ਆਖੋ ਸਤਨਾਮ ਸ੍ਰੀ। ਖੇਤਾਂ ਦੇ ਵਿੱਚ ਤੇ ਲੋਕਾਂ ਨੇ ਵੱਢੀਆਂ ਬਣਾਈਆਂ, ਪ੍ਰੀਤ ਇੱਕ ਨਾਲ ਹੈ ਕਿੱਥੇ? ਦੱਸੋ ਨਾ ਮੈਨੂੰ। ਫਿਰ ਕਹਿੰਦੇ ਜੀ ਸਾਡੇ ਵੱਡ ਵਡੇਰੇ ਆ। ਮੈਂ ਕਿਹਾ ਤੁਹਾਡਾ ਵੱਡ ਵਡੇਰਾ ਇੱਕੋ ਹੀ ਹੈ। ਕਹਿੰਦੇ ਕਿਹੜਾ? ਮੈਂ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ, ਆਹ ਤੁਹਾਡਾ ਵੱਡਾ ਹੈ, ਹੋਰ ਕੋਈ ਤੁਹਾਡਾ ਵੱਡਾ ਹੈ ਨਹੀਂ। ਹੁਣ ਧਿਆਨ ਦੇ ਕੇ ਸੁਣਿਆ ਜੇ। ਮੈਂ ਕਿਹਾ ਜੀ ਗੁਰਬਾਣੀ ਦੀ ਤੁਕ ਹੈ। ਕਹਿੰਦੇ ਜੀ ਕੀ? ਮੈਂ ਕਿਹਾ ਗੁਰਬਾਣੀ ਦੀ ਤੁਕ ਹੈ ਕਬੀਰ ਪ੍ਰੀਤ ਏਕ ਸਿਉ ਕੀਏ ਆਨ ਦੁਬਦਾ ਜਾਏ। ਤੇ ਬਾਬਾ ਕਬੀਰ ਜੀ ਕਹਿੰਦੇ ਜੇ ਪ੍ਰੀਤ ਇੱਕ ਨਾਲ ਨਹੀਂ ਲਾਈ, ਅੰਦਰੋਂ ਦੁਬਦਾ ਨਹੀਂ ਮੁੱਕੀ, ਭਾਵੇਂ ਲੰਬਾ ਕੇਸ ਕਰ ਭਾਵੇਂ ਘਰੜ ਮੁੰਡਾਏ, ਭਾਵੇਂ ਜਟਾਵਾਂ ਰੱਖ ਲਾ ਤੇ ਭਾਵੇਂ ਰੁੰਡ ਮੁੰਡ ਖੋਲਾ, ਕਹਿੰਦੇ ਕੋਈ ਫਾਇਦਾ ਨਹੀਂ ਹੋਣਾ। ਜੇ ਪ੍ਰੀਤ ਹੀ ਇੱਕ ਨਾਲ ਨਹੀਂ ਪਈ ਤੇ ਬਾਹਰੋਂ ਭੇਖ ਬਣਾਉਣ ਦਾ ਫਾਇਦਾ ਕੀ ਹੋਇਆ? ਮੈਂ ਕਿਹਾ ਆਹ ਬਣਦੇ ਆ ਅਰਥ। ਤੇ ਤੇਰਾ ਬਾਬਾ ਅੱਧੀ ਤੋਂ ਗੁਰਬਾਣੀ ਦੀ ਸੁਣਾ ਕੇ ਤੇ ਤੁਹਾਨੂੰ ਸਭ ਨੂੰ ਗੁੰਮਰਾਹ ਕਰਦਾ ਪਿਆ। ਤੇ ਅੰਦਾਜ਼ਾ ਲਾਓ ਜਿਹੜਾ ਲੱਖਾਂ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਬਾਕੀਆਂ ਦਾ ਕਿਵੇਂ ਉਹ ਖਾੜਾ ਛੱਡੂਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਮੈਨੂੰ ਕਹਿੰਦੇ ਆ ਨਾ, ਕਹਿੰਦੇ ਦੇਖੋ ਜੀ ਤੁਹਾਡੇ ਉੱਥੇ ਇਕੱਠ ਹੋ ਤੇ ਜਾਂਦਾ ਹੈ, ਉਹਨੇ ਕਿ ਸਾਡੇ ਬਾਬੇ ਦੇ ਸਤਸੰਗ ਵਿੱਚ ਚੁੱਪ ਕਰਾਉਣ ਵਾਲੇ ਹੁੰਦੇ ਆ। ਮੈਂ ਕਿਹਾ ਮਿੱਤਰਾਂ ਨਹੀਂ, ਤੇਰੇ ਬਾਬੇ ਦੇ ਡਿਸਕਾਊਂਟ ਲਾਇਆ ਤੇ ਮੇਰੇ ਬਾਬੇ ਦੀ ਸ਼ਰਤ ਬੜੀ ਡਾਢੀ ਹੈ। ਮੇਰਾ ਬਾਪੂ ਕਹਿੰਦਾ ਵੀ ਜੇ ਮੇਰੇ ਵੱਲ ਆਉਣਾ ਹੈ, ਜੇ ਮੇਰੀ ਗਲੀ ਦੇ ਵਿੱਚ ਪੈਰ ਪਾਉਣਾ ਹੈ, ਤੇ ਬਾਪੂ ਕਹਿੰਦਾ ਤਲੀ ਤੇ ਰੱਖ ਕੇ ਆਈ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ। ਨਾਲ ਹੀ ਬਚਨ ਕਹਿ ਦਿੱਤਾ, ਕਹਿਣ ਲੱਗੇ ਸਿਰ ਦੀਜੈ ਕਾਣ ਨਾ ਕੀਜੈ, ਕੋ ਸਤਨਾਮ ਸ੍ਰੀ। ਤੇ ਕਲਗੀਧਰ ਪਿਤਾ ਮਹਾਰਾਜ ਨੇ ਕੱਲੇ ਸਿਰ ਨਹੀਂ ਮੰਗੇ, ਇਸ ਤੋਂ ਪਹਿਲਾਂ ਮੇਰੇ ਮਾਲਕ ਨੇ ਕੁਝ ਬਚਨ ਦ੍ਰਿੜ ਕਰਵਾਏ ਆ। ਕਿਹੜੇ ਕਿਹੜੇ ਆ ਸੁਣਿਆ ਜੀ। ਪਾਤਸ਼ਾਹ ਕਹਿੰਦੇ ਜੇ ਤੁਸੀਂ ਮੇਰੇ ਬਣਨਾ, ਜੇ ਤੁਸੀਂ ਸਿੱਖ ਬਣਨਾ, ਜੇ ਖੰਡੇ ਬਾਟੇ ਦੀ ਪੌਣ ਲੈਣੀ, ਤੇ ਸਾਹਿਬ ਜੀ ਕਹਿੰਦੇ ਕੱਲੇ ਸਿਰ ਨਹੀਂ, ਸਿਰਾਂ ਤੋਂ ਪਹਿਲਾਂ ਤੁਹਾਡੇ ਤੇ ਕੋਈ ਸ਼ਰਤਾਂ ਵੀ ਲਾਗੂ ਹੁੰਦੀਆਂ ਨੇ। ਉਹ ਸਾਰੀਆਂ ਸ਼ਰਤਾਂ, ਜੋ ਸ਼ਰਤਾਂ ਕਿਹੜੀਆਂ ਸੀ? ਗੁਰਬਾਣੀ ਦੇ ਅਣਮੁੱਲੇ ਨਿਯਮ ਆਪਣੇ ਜੀਵਨ ਦੇ ਵਿੱਚ ਉਤਾਰ ਕੇ ਆਓ ਭਾਈ। ਆਖੋ ਸਤਨਾਮ ਸ੍ਰੀ। ਆਪਣੇ ਜੀਵਨ ਦੇ ਵਿੱਚ ਲੈ ਕੇ ਆਓ, ਆਪਣੀ ਸੁਰਤ ਦੇ ਵਿੱਚ ਲੈ ਕੇ ਆਓ। ਪਰ ਮੈਂ ਤੇ ਬੜਾ ਹੈਰਾਨ ਆ, ਮੈਨੂੰ ਵੀ ਇੱਕ ਦਿਨ ਇੱਕ ਭਰਾ ਮਿਲਿਆ, ਮੈਨੂੰ ਹੱਥ ਲੱਗਾ ਮਿਲਾਉਣ ਤੇ ਹੱਥ ਤੇ ਇੰਜ ਕਰਕੇ ਕਹਿੰਦਾ ਜੀ ਕੀ ਹਾਲ ਚਾਲ ਨੇ? ਮੈਂ ਕਿਹਾ ਹੱਥ ਪਹਿਲਾਂ ਬਾਹਰ ਕੱਢ। ਆਖੋ ਸਤਨਾਮ ਸ੍ਰੀ। ਆਹ ਕੀ ਕਿਹੜਾ ਵੀ ਤੇਰਾ ਤਰੀਕਾ ਹੋਇਆ ਹੱਥ ਅੰਦਰ ਕਰਕੇ ਮੇਰੇ ਹੱਥਾਂ ਨੂੰ ਕਹਾਂ ਵੀ ਖਾਜ ਹੋਈਏ, ਵੀ ਮੈਨੂੰ ਖੁਰਕ ਪਈ ਹੈ ਵੀ ਜਿਹੜੀ ਤੈਨੂੰ ਵੀ ਹੋ ਜਾਵੇਗੀ। ਦੇਖੋ ਭਰਾਵਾਂ ਵਾਂਗੂ ਤੇ ਭਰਾਵਾਂ ਨੂੰ ਮਿਲ ਗਿਆ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤੇ ਫਿਰ ਮੈਂ ਬੜਾ ਹੈਰਾਨ ਹੋ ਜਾਂਦਾ। ਮੈਂ ਦੇਖੋ ਮੇਰਾ ਕਿਸੇ ਤੇ ਕਿੰਤੂ ਨਹੀਂ, ਪਰ ਮਨ ਦੇ ਵਿੱਚ ਸਵਾਲ ਉੱਠਦਾ, ਜਵਾਬ ਗੁਰਬਾਣੀ ਦੇ ਮੁਤਾਬਕ ਲੱਗਾ ਮੈਂ ਦੇਣ। ਮੈਂ ਜੀ ਕਿਸੇ ਦੇ ਹੱਥ ਦਾ ਨਹੀਂ ਖਾਂਦਾ, ਮੈਂ ਅੰਮ੍ਰਿਤਧਾਰੀ ਦੇ ਹੱਥ ਦਾ। ਦੇਖੋ ਵੀ ਜੇ ਕੋਈ ਭੈਣੋ ਨਿਭਾ ਸਕਦਾ ਹੋਵੇ ਤੇ ਨਿਭਾ ਲਿਆ ਜੀ। ਦੇਖੋ ਨਾਲ ਹੀ ਮੈਂ ਗੱਲ ਕਹਿਤੀ, ਮੈਂ ਕੱਟਦਾ ਤੇ ਨਹੀਂ ਨਾ ਪਿਆ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਮੈਂ ਜੋ ਕਹਿ ਰਿਹਾ ਮੈਂ ਥੋਪ ਲਵੋ ਨਾ, ਜੇ ਕੋਈ ਨਿਭਾ ਸਕਦਾ ਹੋਵੇ ਤੇ ਨਿਭਾਓ। ਪਰ ਇੱਕ ਮੈਂ ਬੇਨਤੀ ਲੱਗਾ ਮੈਂ ਕਰਨ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕਿਉਂ ਤੂੰ ਕਿਸੇ ਦੇ ਹੱਥ ਦਾ ਕਿਉਂ ਨਹੀਂ ਖਾਂਦਾ? ਕਹਿੰਦਾ ਨਾ ਜੀ ਮੈਂ ਤੇ ਨਹੀਂ ਖਾਂਦਾ, ਮੈਂ ਤੇ ਅੰਮ੍ਰਿਤਧਾਰੀ ਹਾਂ। ਮੈਂ ਕਿਹਾ ਪਰ ਕਿਉਂ ਨਹੀਂ ਖਾਂਦਾ ਕਿਸੇ ਦੇ ਹੱਥ ਦਾ? ਮਾਂ ਦੇ ਹੱਥ ਦਾ ਵੀ ਨਹੀਂ ਖਾਣਾ, ਪਿਓ ਦੇ ਹੱਥ ਦਾ ਵੀ ਨਹੀਂ ਖਾਣਾ, ਭੈਣ ਦੇ ਹੱਥ ਦਾ ਨਹੀਂ ਖਾਣਾ, ਘਰਵਾਲੀ ਦੇ ਹੱਥ ਦਾ ਨਹੀਂ ਖਾਣਾ। ਇਹ ਦੱਸੋ, ਇਹ ਅਸੀਂ ਸ੍ਰਿਸ਼ਟੀ ਤੇ ਆਏ ਆ, ਜ਼ਿੰਦਗੀ ਆਪਣਾ ਪਰਿਵਾਰਕ ਜੀਵਨ ਗ੍ਰਸਤੀ ਕਿਵੇਂ ਅੱਗੇ ਚਲਾਵਾਂਗੇ? ਤੇ ਮੈਨੂੰ ਉਹਨੇ ਪਤਾ ਕੋ ਤੁਕ ਕੀ ਸੁਣਾਈ, ਕਹਿੰਦਾ ਜੀ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਸੁਣਿਆ ਜੀ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਕਹਿੰਦਾ ਗੁਰਬਾਣੀ ਵਿੱਚ ਲਿਖਿਆ ਬੇਦੀਨੇ ਦੇ ਹੱਥ ਦਾ ਨਹੀਂ ਖਾਣਾ। ਇੱਕ ਚੇਤਾ ਰੱਖਿਆ ਜੇ, ਮੈਂ ਨਾ ਜਦੋਂ ਪਟਿਆਲੇ ਜਾਣਾ ਵਾ, ਸਾਡਾ ਅਕਾਲ ਚੈਨਲ ਦਾ ਸਟੂਡੀਓ ਪਟਿਆਲੇ ਆ ਜੀ, ਤੇ ਮੈਨੂੰ ਕਰੀਬ ਮਹੀਨੇ ਦੇ ਵਿੱਚੋਂ 4-5 ਵਾਰੀ ਜਾਣਾ ਪੈਂਦਾ ਅਕਾਲ ਚੈਨਲ ਦੇ ਸਟੂਡੀਓ ਤੇ ਮੈਂ ਵਾਇਆ ਜ਼ਿਆਦਾਤਰ ਜਾਣਾ ਵਾ ਮਲੇਰਕੋਟਲਾ, ਤੇ ਮਲੇਰਕੋਟਲੇ ਤੋਂ ਨਸੀਰ ਅਖਤਰ, ਜਮੀਰ ਅਲੀ ਜਮੀਰ ਨਾਲ ਮੇਰੀਆਂ ਇੰਟਰਵਿਊ ਤੁਸੀਂ ਸੁਣੀਆਂ ਨੇ। ਹੁਣ ਉਹ ਮੈਨੂੰ ਕਹਿ ਦਿੰਦੇ ਆ, ਕਹਿੰਦੇ ਭਾਈ ਸਾਹਿਬ ਜੇ ਸਾਡੇ ਸ਼ਹਿਰ ਦੇ ਵਿੱਚੋਂ ਲੰਘਣਾ ਹੈ ਨਾ ਤੇ ਸਾਨੂੰ ਮਿਲੇ ਬਿਨਾਂ ਨਾ ਜਾਇਆ ਜੇ। ਮੈਂ ਫਿਰ ਉਹਨਾਂ ਨੂੰ ਕਾਲ ਕਰਦਾ ਵਾਂ, ਉਹ ਆਪਣੇ ਘਰ ਲੈ ਜਾਂਦੇ ਨੇ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੀਆਂ ਬੇਗਮਾਂ ਮੇਰੀਆਂ ਤੇ ਭੈਣਾਂ ਨੇ ਨਾ। ਭੈਣੋ ਮੈਨੂੰ ਪਤਾ ਕੀ ਕਹਿੰਦੀ ਹੈ, ਵੀਰ ਜੀ ਕੀ ਖਾਓਗੇ, ਵੀਰ ਜੀ ਚਾਹ ਪੀਓਗੇ? ਤੇ ਮੈਂ ਬੜਾ ਖੁੱਲੇ ਜਿਹੇ ਸੁਭਾਅ ਦੇ ਵਿੱਚ ਮੈਂ ਕਿਹਾ ਭੈਣੇ ਨਾ, ਤੂੰ ਕਿਹਾ ਵੀ ਚਾਹ ਪੀਓਗੇ, ਚਾਹ ਪ੍ਰਸ਼ਾਦੇ ਤੋਂ ਬਾਅਦ। ਹੱਸ ਕੇ ਕਹਿੰਦੀ ਅੱਛਾ ਪ੍ਰਸ਼ਾਦਾ ਵੀ ਛਕਣਾ? ਮੈਂ ਕਿਹਾ ਹੋਰ ਕਹਾਣੀ ਕਾਹਦੇ ਲਈ ਪਾਈ ਹੈ ਮੈਂ, ਹੈਨਾ। ਮੈਂ ਹੁਣ ਉਹਨਾਂ ਭੈਣਾਂ ਦੇ ਹੱਥ ਦਾ ਛਕਦਾ ਵਾਂ, ਧਿਆਨ ਦਿਆ ਜੇ, ਉਹਨਾਂ ਭੈਣਾਂ ਦੇ ਹੱਥ ਦਾ ਵੀ ਛਕਦਾ ਵਾਂ। ਤੇ ਮੈਨੂੰ ਕੋਈ ਕਹਿ ਦੇਵੇ ਵੀ ਅੰਮ੍ਰਿਤਧਾਰੀ ਦੇ ਹੱਥ ਦਾ ਖਾਣਾ ਜੀ ਬੇਦੀਨਾ ਕੀ ਦੋਸਤੀ, ਬੇਦੀਨਾ ਕਿੰਨਾਂ ਦੀ ਗੱਲ ਕੀਤੀ ਗਈ ਹੈ? ਗੁਰਬਾਣੀ ਦੀ ਤੁਕ ਪੂਰੀ ਪੜਿਆ ਕਰੋ। ਸਾਡੀ ਬਦਕਿਸਮਤੀ ਇਹ ਆ, ਸਾਨੂੰ ਕੋਈ ਇੰਨੀ ਕਲਿੱਪ ਦੇ ਦਿੰਦਾ ਅਸੀਂ ਮੰਨ ਗਏ, ਇੰਨੀ ਤੁਕ ਦੇ ਦਿੰਦਾ ਅਸੀਂ ਮੰਨ ਗਏ। ਮੈਂ ਕਹਿੰਦਾ ਪੂਰੀ ਤੁਕ ਪੜ ਕੇ ਵੇਖੋ ਗੁਰਬਾਣੀ ਦੇ ਵਿੱਚ ਬੇਦੀਨੇ ਕਿਹਨਾਂ ਨੂੰ ਕਿਹਾ ਗਿਆ। ਕਿ ਮੁਸਲਮਾਨ ਨੂੰ ਮੈਂ ਬੇਦੀਨਾ ਕਹਾਂਗਾ? ਹੋ ਸਕਦਾ ਮੇਰੇ ਦੇ ਅੰਦਰ ਤੇ ਭਾਵੇਂ ਕਿਤੇ ਨਿਤਨੇਮ ਛੁੱਟ ਜਾਵੇ, ਹੋ ਸਕਦਾ 5 ਵਕਤ ਦਾ ਨਮਾਜ਼ੀ ਹੋਵੇ, ਉਹਨੂੰ ਮੈਂ ਬੇਦੀਨਾ ਕਿਵੇਂ ਕਹਾਂਗਾ? ਕੋਈ ਹਿੰਦੂ ਭਰਾ ਹੋ ਸਕਦਾ ਮੇਰੇ ਤੋਂ ਵੱਧ ਆਪਣੇ ਦੀਨ ਦੇ ਵਿੱਚ ਪੱਕਾ ਹੋਵੇ, ਉਹਨੂੰ ਮੈਂ ਬੇਦੀਨਾ ਕਿਵੇਂ ਕਹਾਂਗਾ? ਬੇਦੀਨਾ ਕਿਹਨਾਂ ਦੀ ਗੱਲ ਕੀਤੀ ਗਈ ਹੈ? ਤੁਕ ਪੂਰੀ ਪੜੋ। ਗੁਰਬਾਣੀ ਦੀ ਤੁਕ ਹੈ ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਇੱਥੇ ਗੱਲ ਕੀਤੀ ਹੈ ਚੋਰਾਂ ਦੀ। ਚੋਰ ਦਾ ਕੋਈ ਦੀਨ ਨਹੀਂ ਹੁੰਦਾ, ਉਹਨੂੰ ਗੋਲਕ ਚਾਹੀਦੀ, ਉਹ ਭਾਵੇਂ ਗੁਰਦੁਆਰੇ ਦੀ ਹੋਵੇ ਤੇ ਭਾਵੇਂ ਮੰਦਿਰ ਦੀ ਹੋਵੇ। ਬੋਲੋ ਆਖੋ ਸਤਨਾਮ ਸ੍ਰੀ। ਕਾਹਦਾ ਦੀਨ ਹੈ? ਕਰੈਕਟਰ ਤੋਂ ਗਿਰੇ ਹੋਏ ਲੋਕ, ਚੋਰਾਂ, ਜਾਰਾਂ, ਰੰਡੀਆਂ, ਉਹ ਪੈਸੇ ਚਾਹੀਦੇ ਨੇ, ਆਪਣਾ ਤਨ ਵੇਚਣਾ ਹੈ, ਤੇ ਜਿਹਨੂੰ ਤਨ ਵੇਚਣਾ ਉਹਦਾ ਧਰਮ ਕੋਈ ਵੀ ਹੋਵੇ। ਆਖੋ ਸਤਨਾਮ ਸ੍ਰੀ। ਇਹ ਬੇਦੀਨੇ ਇਹਨਾਂ ਦੀ ਗੱਲ ਕੀਤੀ ਕਿ ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾ ਕੋਈ ਦੀਨ ਨਹੀਂ ਹੁੰਦਾ। ਚੋਰਾਂ, ਚੋਰ ਦਾ ਕੀ ਦੀਨ ਹੁੰਦਾ? ਜਾਰਾਂ, ਕਰੈਕਟਰ ਤੋਂ ਗਿਰੇ ਹੋਏ ਲੋਕਾਂ ਦਾ ਕੀ ਦੀਨ ਹੁੰਦਾ? ਬੋਲੋ ਆਖੋ ਸਤਨਾਮ ਸ੍ਰੀ। ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਆ ਬੇਦੀਨੇ ਨੇ, ਧਿਆਨ ਦੇ ਕੇ ਸੁਣਿਆ ਜੇ। ਪਰ ਕਿਸੇ ਮੁਸਲਮਾਨ ਨੂੰ ਮੈਂ ਬੇਦੀਨਾ ਕਿਵੇਂ ਕਹਾਂਗਾ? ਹੋ ਸਕਦਾ ਆਪਣੇ ਦੀਨ ਦੇ ਵਿੱਚੋਂ ਮੇਰੇ ਤੋਂ ਵੱਧ ਪੱਕਾ ਹੋਵੇ। ਕਿਸੇ ਹਿੰਦੂ ਨੂੰ ਬੇਦੀਨਾ ਕਿਵੇਂ ਕਹਾਂਗਾ? ਹੋ ਸਕਦਾ ਆਪਣੇ ਦੀਨ ਦੇ ਵਿੱਚ ਮੇਰੇ ਤੋਂ ਵੱਧ ਪੱਕਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧਿਆਨ ਦੇ ਕੇ ਸੁਣਿਆ ਜੇ, ਮੇਰੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣੇ ਅਣਮੁੱਲੇ ਸਿਧਾਂਤ ਸਿੱਖ ਦੀ ਝੋਲੀ ਦੇ ਵਿੱਚ ਪਾਏ, ਤੇ ਪਾਤਸ਼ਾਹ ਨੇ ਐਡੇ ਵੱਡੇ ਇਕੱਠ ਦੇ ਵਿੱਚੋਂ ਇੱਕ ਆਵਾਜ਼ ਦਿੱਤੀ, ਆਖੋ ਸਤਨਾਮ ਸ੍ਰੀ। ਆ ਵੀਰੋ ਤੇ ਭੈਣੋ ਸੁਣਿਆ ਤੇ ਗੱਲ ਬੜੀ ਬਰੀਕੀ ਦੀ ਹੈ। ਵੈਸੇ ਨਾ ਮੈਂ ਤੁਹਾਨੂੰ ਪਤਾ ਡਾਕੂਮੈਂਟਰੀ ਤਿਆਰ ਕਰਦਾ, ਮੈਂ ਗੁਰਦੁਆਰਾ ਸਾਹਿਬਾਨਾਂ ਦੀ ਨਾ ਡਾਕੂਮੈਂਟਰੀ ਤਿਆਰ ਕਰਦਾ ਮੈਂ। ਉਹ ਮੈਂ ਸਿਰਫ ਇਸ ਕਰਕੇ ਕਰਦਾ ਮੈਂ ਵੀ ਸਾਡੇ ਬੱਚੇ ਜਿਹੜੇ ਨੇ ਨਾ, ਹੁਣ ਤੁਸੀਂ ਪੰਜਾਬ ਕਿਤੇ ਜਾਂਦੇ ਹੋ ਹਫ਼ਤੇ ਡੇਢ ਹਫ਼ਤੇ ਦੇ ਲਈ, ਕਿ ਨਾ ਹੱਦ ਮਹੀਨੇ ਦੇ ਲਈ ਚਲੇ ਗਏ, ਤੇ ਨਾ ਤੇ ਤੁਹਾਡੇ ਵਿਆਹ ਮੁੱਕਣ ਤੇ ਨਾ ਤੁਹਾਡੀਆਂ ਸ਼ਾਪਿੰਗਾਂ ਮੁੱਕਣ। ਬੋਲੋ ਹੈਨਾ। ਤੇ ਫਿਰ ਗਏ ਸੀ ਅਸੀਂ ਜੀ ਗੁਰੂ ਘਰ ਦਰਬਾਰ ਸਾਹਿਬ, ਮੱਥਾ ਟੇਕ ਕੇ ਆ ਗਏ। NRI ਸਰਾਂ ਦੇ ਵਿੱਚ ਮਿਲਿਆ ਸਾਨੂੰ ਕਮਰਾ। ਅੱਗੇ ਕਦੀ ਕਮਰੇ 'ਚ ਨਹੀਂ ਸੌਂਦੇ, ਜੇ ਇੱਕ ਦਿਨ ਬਾਹਰ ਪੈਣਾ ਪੈ ਜਾਵੇਗਾ ਕਿੱਡੀ ਕੁ ਵੱਡੀ ਗੱਲ ਹੈ। ਬੋਲੋ ਭਾਈ ਆਪੋ ਸਤਨਾਮ ਸ੍ਰੀ। ਬਸ ਇੱਥੇ ਤੱਕ ਰਹਿ ਗਏ, ਇਦੋਂ ਗਾਹਾਂ ਨਹੀਂ ਲੰਘੇ। ਚਮਕੌਰ ਸਾਹਿਬ ਵੀ ਤੁਹਾਡਾ ਦੇ, ਆਖੋ ਸਤਨਾਮ ਸ੍ਰੀ। ਅਨੰਦਪੁਰ ਸਾਹਿਬ ਵੀ ਤੁਹਾਡਾ ਦੇ, ਸ੍ਰੀ ਮੁਕਤਸਰ ਸਾਹਿਬ ਅਸਥਾਨ ਵੀ ਤੁਹਾਡਾ ਦੇ। ਬੋਲੋ ਸਾਬੋ ਕੀ ਤਲਵੰਡੀ ਵੀ ਅਸਥਾਨ ਤੁਹਾਡਾ ਦੇ। ਕਦੀ ਉੱਥੇ ਗਏ ਆ? ਨਹੀਂ ਗਏ। ਤੇ ਮੈਂ ਇੱਕ ਦਿਨ ਮਨ ਬਣਾਇਆ, ਮੈਂ ਕਿਹਾ ਮਨ, ਜਿਹੜੇ ਸਾਡੇ ਅਸਥਾਨ ਨੇ ਨਾ, ਸਾਡੇ ਧਾਰਮਿਕ ਅਸਥਾਨ, ਮੈਂ ਕਿਹਾ ਨਾ ਸਾਰੇ ਗੁਰੂ ਘਰਾਂ ਦੀ ਡਾਕੂਮੈਂਟਰੀ ਤਿਆਰ ਕਰਕੇ ਤੇ YouTube ਤੇ ਪਾ ਦਈਏ। ਸਾਡੇ ਜਿਹੜੇ ਬੱਚੇ ਨੇ ਨਾ ਸੋਸ਼ਲ ਮੀਡੀਆ ਨਾਲ ਜੁੜੇ ਨੇ, ਕਿਤੇ ਸਰਚ ਕਰਨ ਤੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਕੇਸਗੜ੍ਹ ਦੀ ਧਰਤੀ ਤੇ ਕੀ ਵਾਪਰਿਆ, ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਵਾਪਰਿਆ, ਕਿੰਨੇ ਸੀ ਸਾਡੇ ਅਨੰਦਪੁਰ ਸਾਹਿਬ ਦੇ ਕਿਲੇ ਤੇ ਕਿੱਥੇ ਚਲੇ ਗਏ।
ਸਾਡੇ ਬੱਚਿਆਂ ਨੂੰ ਪਤਾ ਹੋਵੇ। ਉਹ ਸਾਰੇ ਜਿਹੜੇ ਕਾਰਜ ਨੇ ਨਾ, ਉੱਥੇ ਦਿਨ ਰਾਤ ਮੈਂ ਲੱਗਾ ਪੁੰਨਾ ਨਾ, ਪੰਜਾਬ ਜਾ ਕੇ ਵੀ ਤੁਸੀਂ ਦੇਖਿਆ ਵੀ ਇਹਨਾਂ ਕਾਰਜਾਂ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਬੇਨਤੀ ਲੱਗਾ ਮੈਂ ਕਰਨ। ਐਡੇ ਵੱਡੇ ਇਕੱਠ ਦੇ ਅੰਦਰ ਕਲਗੀਧਰ ਪਿਤਾ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਨੂੰ 5 ਸਿਰ ਚਾਹੀਦੇ ਆ, ਨਾ ਨਾ, ਇਹ ਨਹੀਂ ਕਿਹਾ ਵੀ ਮੈਨੂੰ 5 ਬੰਦੇ ਚਾਹੀਦੇ ਆ। ਇੱਕ ਬਚਨ ਕਿਹਾ ਮੈਨੂੰ 5 ਸੀਸ ਚਾਹੀਦੇ ਆ। ਗੱਜ ਕੇ ਆਖੋ ਸਤਨਾਮ ਸ੍ਰੀ। ਤੇ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਜੇ ਆਪਾਂ ਹੁਣ ਕਿਸੇ ਨੂੰ ਕਹਿ ਦਈਏ ਵੀ 5 ਬੰਦੇ ਬਾਹਰ ਆਏ ਤੇ ਸਾਰੇ ਆ ਜਾਣਗੇ, ਪਰ ਜੇ ਕੋਈ ਮੰਨ ਲਓ, ਮੈਂ ਤੇ ਇਸ ਯੋਗ ਨਹੀਂ, ਮੈਂ ਨਾਲ ਹੀ ਗੱਲ ਕਹਿ ਦਿਆਂ ਵੀ ਸਾਨੂੰ 5 ਪਿਆਰੇ ਸਾਹਿਬਾਨ ਕਹਿ ਦੇਣ ਵੀ ਸਾਨੂੰ ਸਿਰ ਚਾਹੀਦੇ ਆ, ਤੇ ਮੈਨੂੰ ਲੱਗਦਾ ਵੀ ਅੱਜ ਵੀ ਭੱਜਣ ਵਾਲੇ ਬੜੇ ਆ। ਆਖੋ ਸਤਨਾਮ ਸ੍ਰੀ। ਅੱਜ ਵੀ ਭੱਜਣ ਵਾਲੇ ਬੜੇ ਆ। ਗੱਲਾਂ ਵਾਲੇ ਉਹ ਹੋਰ ਹੁੰਦੇ ਆ, ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਮੈਂ ਫੜਨ ਵਾਲੇ ਹੋਰ ਹੁੰਦੇ ਆ, ਪਰ ਜਿਹੜੇ ਭੁਗਤਣ ਵਾਲੇ ਹੁੰਦੇ ਆ ਨਾ ਉਹ ਹੋਰ ਹੁੰਦੇ ਆ। ਤੇ ਮੈਨੂੰ ਵੀ ਇੱਕ ਦਿਨ ਇੱਕ ਵੀਰ ਕਹਿੰਦਾ ਭਾਈ ਸਾਹਿਬ, ਮੈਂ ਕਿਹਾ ਹਾਂਜੀ। ਕਹਿੰਦਾ ਜਦੋਂ ਅੰਮ੍ਰਿਤ ਸੰਚਾਰ ਦੀ ਪਰੰਪਰਾ ਚੱਲੀ, ਮੈਂ ਕਿਹਾ ਹਾਂਜੀ। ਸੁਣਿਆ ਜੁਣ ਧਿਆਨ ਨਾਲ। ਸਵਾਲ ਵੀ ਕਈ ਨਾ ਵੈਸੇ ਬੜੇ ਅੰਦਰੋਂ ਡੂੰਘੇ ਨਿਕਲਦੇ ਨੇ, ਉਹਨਾਂ ਦੇ ਜਵਾਬ ਦੇਣ ਦਾ ਵੀ ਆਨੰਦ ਆਉਂਦਾ ਜੇ। ਹਾਂ, ਕਹਿੰਦਾ ਭਾਈ ਸਾਹਿਬ ਉਦੋਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਸੀਸ ਮੰਗੇ। ਮੈਂ ਕਿਹਾ ਹਾਂਜੀ। ਕਹਿੰਦਾ ਅੱਜ 5 ਪਿਆਰੇ ਸੀਸ ਕਿਉਂ ਨਹੀਂ ਮੰਗਦੇ? ਆਖੋ ਸਤਨਾਮ ਸ੍ਰੀ। ਭੈਣੋ ਵੇਖੋ ਸਵਾਲ ਬੱਚਿਆਂ ਦੇ ਕਿੱਡੇ ਕਮਾਲ ਹੁੰਦੇ ਨੇ, ਹੈ ਕਿ ਨਹੀਂ ਆਨੰਦ ਆਈ ਸਵਾਲ। ਕਹਿੰਦਾ ਵੀਰ ਜੀ ਜਦੋਂ ਸਾਡੇ ਖੰਡੇ ਬਾਟੇ ਦੀ ਪਹੁਲ ਦੀ ਪਰੰਪਰਾ ਦੀ ਆਰੰਭਤਾ ਹੋਈ ਤੇ ਕਲਗੀਧਰ ਪਿਤਾ ਮਹਾਰਾਜ ਜੀ ਨੇ 5 ਸੀਸ ਮੰਗੇ, ਅੱਜ 5 ਪਿਆਰੇ ਸੀਸ ਕਿਉਂ ਨਹੀਂ ਮੰਗਦੇ? ਮੈਂ ਕਿਹਾ ਪੁੱਤਰ ਜੀ ਗੱਲ ਪਤਾ ਕੀ ਹੈ, ਸੀਸ ਦੇਣ ਦੇ ਅਰਥ ਨੇ ਆਪਣੇ ਗੁਰੂ ਨੂੰ ਸਮਰਪਿਤ ਹੋਣਾ ਵੀ ਸਤਿਗੁਰੂ ਇਹ ਸੀਸ ਤੁਹਾਡਾ ਹੈ, ਭਾਵੇਂ ਅੱਜ ਲੈ ਲਓ ਤੇ ਭਾਵੇਂ ਕੱਲ ਲੈ ਲਓ। ਆਖੋ ਸਤਨਾਮ ਸ੍ਰੀ। ਸਿੱਖਾ ਭਾਵੇਂ ਅੱਜ ਲੈ ਲਓ ਤੇ ਭਾਵੇਂ ਕੱਲ ਲੈ ਲਓ। ਸੀਸ ਦੇਣ ਦੇ ਅਰਥ ਨੇ ਆਪਣੇ ਗੁਰੂ ਨੂੰ ਡੈਡੀਕੇਟ ਹੋਣਾ, ਆਪਣੇ ਗੁਰੂ ਨੂੰ ਸਮਰਪਿਤ ਹੋਣਾ, ਆਪਣੇ ਗੁਰੂ ਤੋਂ ਵਾਰੇ ਹੋ ਜਾਣਾ। ਆਹ ਹੁੰਦਾ ਸਿਰ ਦੇਣ ਦੇ ਅਰਥ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੈਂ ਕਿਹਾ ਵੀ ਜੇ ਤੇ ਆਪਣੇ ਗੁਰੂ ਤੋਂ ਵਾਰੇ ਹੋ ਗਏ ਤੇ ਸਮਝੋ ਵੀ ਤੁਸੀਂ ਗੁਰੂ ਨੂੰ ਸੀਸ ਦਿੱਤਾ, ਤੇ ਜੇ ਮੱਥਾ ਇੱਥੇ ਵੀ ਟੇਕਿਆ ਤੇ ਪੰਜਾਬ ਜਾ ਕੇ ਕਹਿ ਦਿੱਤਾ ਵੀ ਇਹ ਤੇ ਕਬਰ ਤੇ ਵੀ ਅਸੀਂ ਮੇਲਾ ਲਾਉਨੇ ਆ, ਆਖੋ ਸਤਨਾਮ ਸ੍ਰੀ, ਤੇ ਫਿਰ ਸੀਸ ਇੱਕ ਦਾ ਕਾਹਦਾ ਹੋਇਆ? ਆਖੋ ਸਤਨਾਮ ਸ੍ਰੀ। ਉਹ ਬੋਲੋ ਭਾਈ, ਗੱਜ ਕੇ ਬੋਲਿਆ ਕਰੋ ਨਾ। ਵੈਸੇ ਇਹ ਚੀਜ਼ਾਂ ਸਾਡੇ ਵਿੱਚੋਂ ਬੜੀਆਂ ਲੋਪ ਹੁੰਦੀਆਂ ਜਾਂਦੀਆਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਹਾਂ, ਮੇਰੀ ਇੱਕ ਕੈਸਟ ਦੇ ਵਿੱਚ ਵੀ ਬੋਲਿਆ ਹੋਇਆ। ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਪੈਂਦਾ, ਚਾਟੀ ਪਿੰਡ ਲਾਗੇ ਪੈ ਜਾਂਦਾ, ਬਹੁਤੀ ਦੂਰ ਨਹੀਂ ਪੈਂਦਾ। ਸਾਡੇ ਬੜੇ ਸਤਿਕਾਰਯੋਗ ਢਾਡੀ ਜਥੇ ਨੂੰ ਪਤਾ ਹੈ, ਕਿਉਂਕਿ ਵਿਚਰ ਕੇ ਸਾਨੂੰ ਤੇ ਪੁੱਛੋ ਨਾ ਜੀ, ਡਰਾਈਵਰਾਂ ਤੋਂ ਵੱਧ ਰਾਹਾਂ ਦਾ ਪਤਾ ਲੱਗ ਜਾਂਦਾ। ਸੱਚਾਈ ਹੈ। ਅੱਗੇ ਲੋਕੀ ਕਹਿੰਦੇ ਹੁੰਦੇ ਸੀ ਡਰਾਈਵਰਾਂ ਨੂੰ ਰਾਹਾਂ ਦਾ ਬੜਾ ਪਤਾ। ਮੈਂ ਕਿਹਾ ਸਾਨੂੰ ਪੁੱਛ ਕੇ ਵੇਖੋ, ਦਿਨ ਰਾਤ ਦੇ ਪ੍ਰੋਗਰਾਮ ਹੁੰਦੇ ਆ, ਬਾਹ ਪੈਂਦਾ ਰਸਤਿਆਂ ਦੇ ਨਾਲ, ਤੇ ਧਿਆਨ ਦੇ ਕੇ ਸੁਣਿਆ ਜੇ। ਚਾਟੀ ਪਿੰਡ ਦੇ ਵਿੱਚ ਨਾ ਮੈਂ ਕਥਾ ਕੀਤੀ, ਤੇ ਕਥਾ ਤੋਂ ਬਾਅਦ ਇੱਕ ਵੀਰ ਕਹਿੰਦਾ ਵੀਰ ਜੀ, ਮੈਂ ਕਿਹਾ ਹਾਂਜੀ। ਕਹਿੰਦਾ ਪ੍ਰਸ਼ਾਦਾ ਸਾਡੇ ਘਰ। ਗੱਲ ਆਪਣੇ ਸਿਰ ਦੇਣ ਨਾਲ ਢੁਕਦੀ ਹੈ ਥੋੜੀ। ਕਹਿੰਦੇ ਪ੍ਰਸ਼ਾਦਾ ਸਾਡੇ ਘਰ। ਮੈਂ ਕਿਹਾ ਜੀ ਬਿਲਕੁਲ ਪ੍ਰਸ਼ਾਦਾ ਤੁਹਾਡੇ ਘਰ ਛਕ ਲੈਨੇ ਆ। ਮੈਂ ਵੈਸੇ ਨਾ ਜਿਨ੍ਹਾਂ ਵੀਰਾਂ ਨੇ ਸੱਦਿਆ ਸੀ, ਮੈਂ ਕਿਹਾ ਮਿੱਤਰ ਪਿਆਰੇ, ਇੱਕ ਚੀਜ਼ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਜਿਸ ਘਰ ਦੇ ਵਿੱਚ ਮੈਂ ਜਾਣਾ, ਕਿਉਂਕਿ ਦੇਖੋ ਮੈਂ ਭੈਣਾਂ ਨੂੰ ਬੇਨਤੀ ਕਰਦਿਆਂ, ਮੇਰੀ ਇਨਕੁਆਇਰੀ ਪੈਂਦੀ ਹੈ। ਮੇਰੇ ਤੇ 7 ਗੋਲੀਆਂ ਚੱਲੀਆਂ ਸੀ ਪਿਛਲੇ ਸਾਲ, ਤੇ ਇਰਾਦਾ ਕਤਲ ਮੇਰੇ ਵੱਲੋਂ ਲਵਾਈ ਹੋਈ ਹੈ। ਉਹ ਕੇਸ ਅਜੇ ਚੱਲਦਾ ਪਿਆ, ਕੇਸ ਅਜੇ ਬੰਦ ਨਹੀਂ ਹੋਇਆ, ਇਨਕੁਆਇਰੀ ਮੇਰੀ ਪੈਂਦੀ ਹੈ ਹੈਨਾ। ਤੇ ਮੈਂ ਉਹਨਾਂ ਵੀਰਾਂ ਨੂੰ ਪੁੱਛਿਆ ਨਾ, ਮੈਂ ਕਿਹਾ ਭਾਈ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਬੰਦੇ ਕਹਿੰਦੇ ਵੀ ਬਿਲਕੁਲ ਜਾਣਦੇ ਆ, ਕਹਿੰਦੇ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ। ਮੈਂ ਕਿਹਾ ਹਾਂਜੀ। ਕਹਿੰਦੇ ਬਾਬਾ ਜਰਨੈਲ ਸਿੰਘ ਦੇ ਸਾਥੀ ਵੀ ਰਹੇ ਆ। ਬਸ ਇੰਨੀ ਗੱਲ ਸੁਣਨ ਦੀ ਲੋੜ ਹੁੰਦੀ ਹੈ, ਫਿਰ ਤੇ ਅੰਦਰ ਨੂੰ ਆਉਂਦੀ ਸਕੂਨ ਜਿਹਾ ਆ ਜਾਂਦਾ। ਬੋਲੋ ਆਖੋ ਸਤਨਾਮ ਸ੍ਰੀ। ਜਦੋਂ ਕੌਮ ਦੇ ਜੁਝਾਰੂ ਯੋਧੇ ਦਾ ਨਾਂ, ਤੇ ਮੇਰੇ ਮਨ ਦੇ ਵਿੱਚ ਸਿਰਫ ਸਿਰ ਦੇਣ ਦੀ ਤੇ ਉਸਤਤ ਵਡਿਆਈ ਤੋਂ ਉੱਤੇ ਹੋਣ ਦੀ ਗੱਲ ਸੁਣਾਉਣ ਲੱਗਾ ਮੈਂ। ਜਦੋਂ ਉਹਨਾਂ ਨੇ ਨਾਂ ਲਿਆ ਤੇ ਮੈਂ ਬੜਾ ਖੁਸ਼ ਹੋਇਆ, ਮੈਂ ਬੜਾ ਪ੍ਰਸੰਨ ਹੋਇਆ। ਮੈਂ ਕਿਹਾ ਮਿਲਾਓ। ਉਹ ਲੈ ਗਏ ਘਰੇ, ਤੇ ਬਾਪੂ ਤਾਰਾ ਸਿੰਘ ਮੇਰੇ ਖਿਆਲ ਦੇ ਵਿੱਚ ਨਾਮ ਸੀ। ਮੈਂ ਬੁਲਾਈ ਫਤਿਹ। ਮੈਂ ਕਿਹਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ। ਉਹ ਭਾਈ ਤੁਸੀਂ ਵੀ ਫਤਿਹ ਬੁਲਾ ਦਿਓ, ਜਵਾਬ ਤੁਹਾਡਾ ਵੀ ਆਵੇ ਨਾ। ਹੁਣ ਤੁਸੀਂ ਇਹ ਨਾ ਸੋਚੋ ਵੀ ਮਖੂ ਨੇ ਤਾਰਾ ਸਿੰਘ ਨੂੰ ਫਤਿਹ ਬੁਲਾਈ ਤੇ ਸਾਡਾ ਇਹਦੇ ਵਿੱਚ ਕੀ ਲੈਣਾ ਦੇਣਾ। ਇਹਦੇ ਨਾਲ ਨਾ ਕਰੋ। ਇਹ ਤਾਰਾ ਸਿੰਘ ਨੂੰ ਫਤਿਹ ਨਹੀਂ, ਅੱਜ ਤੁਹਾਡੇ ਨਾਲ ਹੀ ਫਤਿਹ ਹੈ ਹੈਨਾ। ਜਦੋਂ ਅਸੀਂ ਮਿਲੇ ਤੇ ਗੱਜ ਕੇ ਬੁਲਾਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਦੀ ਹੋਈ ਸਾਂਝ ਤੇ ਬੜੇ ਪਿਆਰ ਦੇ ਨਾਲ ਬੈਠੇ ਆ, ਥੋੜੀਆਂ ਜਿਹੀਆਂ ਗੱਲਾਂ ਬਾਤਾਂ ਚੱਲੀਆਂ। ਭੈਣ ਪ੍ਰਸ਼ਾਦਾ ਲੈ ਕੇ ਆ ਗਈ। ਮੈਨੂੰ ਉਹਨਾਂ ਨੇ ਬੜੇ ਮਾਣ ਦੇ ਨਾਲ ਮਖੂ ਕਹਿ ਕੇ, ਹਾਂ ਕਹਿੰਦੇ ਕਾਕਾ ਮਖੂ। ਮੈਂ ਕਿਹਾ ਹਾਂਜੀ। ਕਹਿੰਦੇ ਹੁਣ ਗੱਲ ਵਿੱਚੇ ਛੱਡਾਂ ਕਿ ਪ੍ਰਸ਼ਾਦਾ ਛਕਣਾ। ਮੈਂ ਕਿਹਾ ਵੀ ਦੇਖੋ ਗੱਲ ਨਾ ਛੱਡਿਆ ਜੇ, ਆਪਾਂ ਪ੍ਰਸ਼ਾਦਾ ਥੋੜਾ ਜਿਹਾ ਕਰ ਲੈਨੇ ਇੱਕ ਪਾਸੇ ਹੈਨਾ।
ਵੈਸੇ ਤਾਂ ਮੈਂ ਕਹਿਣਾ ਹੁੰਦਾ ਵੀ ਜਦੋਂ ਦੋ ਫੁਲਕੇ ਅੱਗੇ ਆ ਜਾਣਾ ਸ਼ੁਕਰ ਮਨਾਇਆ ਕਰੋ ਦਾਤੇ ਦਾ ਵੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸੱਚੇ ਪਾਤਸ਼ਾਹ ਸ਼ੁਕਰ ਹੈ ਵੀ ਦੋ ਵੇਲੇ ਦੀ ਸਾਨੂੰ ਪੱਕੀ ਮਿਲਦੀ ਹੈ ਹਨਾ। ਮੈਂ ਕਿਹਾ ਜੀ ਅੱਜ ਪ੍ਰਸ਼ਾਦਾ ਥੋੜਾ ਡਿਲੇ ਕਰ ਲੈਣਾ, ਤੁਸੀਂ ਗੱਲ ਆਪਣੀ ਜਾਰੀ ਰੱਖੋ। ਉਹ ਬਾਪੂ ਨੇ ਗੱਲ ਬੜੀ ਕਮਾਲ ਦੀ ਸੁਣਾਈ, ਸੁਣਿਆ ਜੀ। ਕਹਿੰਦਾ ਜੀ ਇੱਕ ਵਾਰੀ ਨਾ ਬਾਬਾ ਜਰਨੈਲ ਸਿੰਘ ਦੇ ਨਾਲ ਅਸੀਂ ਇੱਕ ਪਿੰਡ ਦੇ ਵਿੱਚ ਚਲੇ ਗਏ। ਉਹ ਗੱਲ ਸੁਣਾ ਰਿਹਾ ਤੇ ਕਹਿੰਦਾ ਹੋਇਆ ਕੀ ਆ, ਦੇਖੋ ਸਾਡੇ ਵਿੱਚ ਵੀ ਇੱਕ ਬੜੀ ਭੈੜੀ ਆਦਤ ਆ ਗਈ ਹੈ, ਆਖੀ ਜਾਂਦੇ ਆ ਵੱਡੇ ਕੀਆਂ ਵਡਿਆਈਆਂ, ਪਰ ਗੁੱਸਾ ਨਾ ਕਰੇ, ਵਡਿਆਈਆਂ ਅਸੀਂ ਕਰਦੇ ਪਏ ਆ ਬੰਦਿਆਂ ਦੀਆਂ। ਬੋਲੋ ਹੋ ਰਿਹਾ ਕਿ ਨਹੀਂ ਹੋ ਰਿਹਾ? ਬਹੁਤੇ ਗੁਰਦੁਆਰਿਆਂ ਵਿੱਚ ਵੀ ਹੋ ਰਿਹਾ ਤੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਭੁੱਖ ਵੀ ਇਹਨਾਂ ਗੱਲਾਂ ਦੀ ਰਹਿ ਗਈ। ਜੇ ਕੌਲੀ ਦੀ ਗੱਲ ਲੱਗੇਗੀ, ਔਰ ਮੈਨੂੰ ਨਹੀਂ ਪਤਾ ਵੀ ਦੁਬਾਰਾ ਤੁਸੀਂ ਮੈਨੂੰ ਪੈਰੀ ਸੱਦੋ ਕਿ ਨਾ ਸੱਦੋ, ਮੈਂ ਇੱਕ ਵਾਰ ਦੇ ਵਿੱਚ ਆਪਣਾ ਕੰਮ ਕਰਕੇ ਜਾਣਾ ਜੀ। ਸੱਚਾਈ ਹੈ ਭਾਈ। ਹੁਣ ਕੀ ਪਤਾ ਤੁਸੀਂ ਕਹੋ ਵੀ ਇਹ ਤੇ ਭਾਈ ਇਹ ਪ੍ਰਬੰਧਕਾਂ ਦੀ ਵਡਿਆਈ ਵੀ ਨਹੀਂ ਕਰਕੇ ਗਿਆ, ਇਹ ਤੇਜ ਵੀ ਨਹੀਂ ਕਰਕੇ ਗਿਆ, ਮੇਥੋਂ ਨਹੀਂ ਜੇ ਹੋਣੀ ਆ। ਮੈਂ ਹੁਣੇ ਬੇਨਤੀ ਕਰਦੇ ਆ ਕਿਉਂਕਿ ਮੈਂ ਗੁਰੂ ਦੀ ਬਾਣੀ ਪੜ੍ਹ ਚੁੱਕਾ, ਵੱਡੇ ਕੀਆਂ ਵਡਿਆਈਆਂ। ਹੁਣ ਸੁਣਿਆ ਤੇ ਕਮਾਲ ਉਦੋਂ ਹੋ ਗਈ। ਕਹਿੰਦਾ ਜੀ ਅਸੀਂ ਪਿੰਡ ਦੇ ਵਿੱਚ ਗਏ ਤੇ ਕਹਿੰਦਾ ਅੰਦਰ ਕੀਰਤਨ ਹੋਵੇ। ਕੀ ਹੋਵੇ ਜੀ? ਕੀਰਤਨ। ਤੇ ਕਹਿੰਦਾ ਜਦੋਂ ਕਿਸੇ ਨੇ ਦੱਸਿਆ ਵੀ ਬਾਬਾ ਜਰਨੈਲ ਸਿੰਘ ਆ ਗਏ, ਅੰਦਰੋਂ 8-10 ਬੰਦੇ ਉੱਠੇ ਭੱਜ ਕੇ ਦਬਾ ਦਬ ਬਾਹਰ ਸਤਕਾਰ ਦੇ ਵਜੋਂ ਵੀ ਅਸੀਂ ਲੈਣ ਆਏ ਆ। ਅੱਜ ਕੱਲ ਦੇ ਤੇ ਮੈਂ ਕਈ ਬਾਬੇ ਵੇਖਿਆ ਜੇ ਗੱਡੀ ਦੀ ਤਾਕੀ ਨਾ ਖੋਲੋ, ਬਾਰੀ ਨਾ ਖੋਲੋ ਤੇ ਰੋਸੀ ਜਾਂਦੇ ਆ, ਅੰਦਰ ਹੀ ਨਹੀਂ ਵੜਨਾ ਕਿ ਸਾਨੂੰ ਲੈਣ ਨਹੀਂ ਆਏ। ਉਹ ਭਲਿਓ ਲੋਕੋ ਜੀ, ਉੱਥੋਂ ਚੱਲ ਕੇ ਗੁਰਦੁਆਰੇ ਆ ਗਏ ਹੋ ਨਾ ਤੇ ਆਹ ਚੀਜ਼ਾਂ ਮਾਰ ਕੇ ਆਓ। ਜੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੁਝ ਲੈਣਾ ਜੇ ਬੋਲੋ, ਜੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੁਝ ਲੈਣਾ ਇਹ ਚੀਜ਼ਾਂ ਮਾਰ ਕੇ ਆਇਆ ਜੇ। ਹੁਣ ਹੋਇਆ ਕਿਆ ਸੁਣਿਆ ਜੇ ਧਿਆਨ ਦੇ ਨਾਲ। ਉਹ ਕਹਿੰਦੇ ਜੀ ਉਸ ਤੋਂ ਬਾਅਦ ਕਹਿੰਦਾ ਜੀ ਭੱਜ ਕੇ ਬੰਦੇ 8-10 ਤੇ ਉਹਨਾਂ ਵੱਲ ਵੇਖ ਕੇ 5-7 ਹੋਰ ਆ ਗਏ। ਤੇ ਜਦੋਂ ਕਹਿੰਦੇ ਆਏ ਬਾਹਰ ਤੇ ਬਾਬਾ ਜਰਨੈਲ ਸਿੰਘ ਅਜੇ ਜੂੜਾ ਲਾਈ ਜਾਣ ਤੇ ਜਦੋਂ ਕੋਲ ਖੜੇ ਨਾ ਹੱਥ ਜੋੜ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੇ ਵੀ ਅੰਦਰ ਸਮਾਪਤੀ ਹੋ ਗਈ ਹੈ। ਨਹੀਂ ਬਾਬਾ ਜੀ ਸਮਾਪਤੀ ਕਿਵੇਂ ਹੋ ਗਈ? ਸੰਗਤ ਤੁਹਾਨੂੰ ਸੁਣਨ ਦੇ ਲਈ ਪਿੰਡਾਂ ਦੇ ਵਿੱਚੋਂ ਆਈ ਹੈ ਤੇ ਸਮਾਪਤੀ ਕਿਵੇਂ ਹੋ ਗਈ ਬਾਬਾ ਜੀ? ਕੀਰਤਨ ਚੱਲਦਾ ਪਿਆ ਅੰਦਰ। ਕਹਿੰਦੇ ਇੱਕ ਚੀਜ਼ ਦਾ ਮੈਨੂੰ ਜਵਾਬ ਦਿਆ ਜੇ, ਰੱਬੀ ਬਾਣੀ ਦਾ ਕੀਰਤਨ ਚੱਲਦਾ ਹੋਵੇ। ਦੇਖੋ ਆਹ ਚੀਜ਼ਾਂ ਜਿਹੜੀਆਂ ਨੇ, ਮੈਂ ਅੱਜ ਵੀ ਇੱਕ ਬੇਨਤੀ ਕਰਦਾ ਹਾਂ, ਮੇਰੇ ਤੇ ਕੋਈ ਥੋਪੇ ਮੈਂ ਨਹੀਂ ਜੇ ਮੰਨਦਾ, ਬੜਾ ਜਿੱਦਲ, ਪਰ ਮੇਰਾ ਅੰਦਰ ਪ੍ਰਭਾਵਿਤ ਹੋ ਜਾਵੇ, ਮੈਂ 1 ਸੈਕਿੰਡ ਲਾਉਣਾ ਮੈਂ ਮੰਨ ਜਾਂਦਾ ਹਾਂ। ਮੈਂ ਕਿਸੇ ਦੀ ਕਰਨੀ ਤੋਂ ਪ੍ਰਭਾਵਿਤ ਹੋ ਜਾਂਦਾ ਹਾਂ। ਕਿਸੇ ਦੀ ਕਰਨੀ ਚੰਗੀ ਹੋਵੇ ਮੈਂ ਪ੍ਰਭਾਵਿਤ ਹਾਂ, ਮੈਨੂੰ ਪੱਗਾਂ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਪੱਗ ਗੋਲ ਹੈ, ਉਹ ਦਮਾਲਾ ਹੈ, ਉਹ ਨੁੱਕਰ ਵਾਲੀ ਹੈ। ਮੈਂ ਕਹਿੰਦਾ ਗੱਲ ਗੁਰੂ ਦੀ ਹੋਣੀ ਚਾਹੀਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੁੜਤਾ ਪਜਾਮਾ ਪਾਇਆ, ਉਹ ਚੋਲਾ ਪਾਇਆ, ਮੈਨੂੰ ਕੋਈ ਲੈਣਾ ਦੇਣਾ ਨਹੀਂ। ਮੈਂ ਕਹਿੰਦਾ ਗੱਲ ਗੁਰੂ ਦੀ ਹੋਣੀ ਚਾਹੀਦੀ ਹੈ। ਬੋਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤੇ ਪੱਗਾਂ ਵੇਖ ਕੇ ਅੱਜ ਕੱਲ ਅੰਦਾਜ਼ੇ ਲਾਉਂਦੇ ਆ ਵੀ ਇਹਦੀ ਪੱਗ ਨੁੱਕਰ ਵਾਲੀ ਏ, ਫਲਾਣਾ ਹੋਊਗਾ, ਹਨਾ। ਬੋਲੋ ਸੁਣਨ ਤੋਂ ਪਹਿਲਾਂ ਬਣਾ ਲਈ ਫਿਲਮ ਆਪਣੇ ਅੰਦਰ। ਕਿਉਂ ਬਣਾ ਲਈ ਫਿਲਮ? ਤੁਹਾਡਾ ਨਾਤਾ ਬੰਦੇ ਨਾਲ ਨਹੀਂ, ਤੁਹਾਡਾ ਨਾਤਾ ਗੁਰੂ ਦੀ ਗੱਲ ਨਾਲ ਹੋਣਾ ਚਾਹੀਦਾ। ਪਰ ਬਦਕਿਸਮਤੀ ਅਸੀਂ ਬੰਦਿਆਂ ਨੂੰ ਨਾਤੇ ਬਣਾ ਲਏ, ਧਿਰਾਂ ਨਾਲ ਜੁੜ ਗਏ। ਦੇਖੋ ਧਿਰ ਨਾਲ ਜੋੜ ਕੇ ਤੁਸੀਂ ਕਦੀ ਨਿਊਟਰਲ ਫੈਸਲਾ ਨਹੀਂ ਜੇ ਲੈ ਸਕਦੇ। ਜੇ ਕੌਮੀ ਫੈਸਲੇ ਲੈਣੇ ਨੇ ਨਾ ਤੇ ਜਜ਼ਬਾਤੀ ਹੋ ਕੇ ਨਹੀਂ, ਕੌਮੀ ਫੈਸਲੇ ਵਿਵੇਕ ਦੇ ਵਿੱਚੋਂ ਲਏ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸੁਣਿਆ ਜੇ ਧਿਆਨ ਨਾਲ। ਕਹਿੰਦੇ ਦੀਨ ਦੁਨੀਆ ਦਾ ਪਾਤਸ਼ਾਹ ਬਾਬਾ ਜਰਨੈਲ ਸਿੰਘ ਕਹਿੰਦੇ ਦੀਨ ਦੁਨੀਆ ਦਾ ਪਾਤਸ਼ਾਹ ਅੰਦਰ ਬੈਠਾ ਹੋਵੇ ਤੇ ਉਸ ਦੀਨ ਦੁਨੀਆ ਦੇ ਪਾਤਸ਼ਾਹ ਨੂੰ ਛੱਡ ਕੇ ਇੱਕ ਨਮਾਣੇ ਦੇ ਸੇਵਕ ਨੂੰ ਲੈਣ ਤੁਸੀਂ ਬਾਹਰ ਆ ਜਾਵੋ। ਕਹਿੰਦੇ ਜਾਂ ਤੇ ਬੰਦੇ ਦੇ ਪੁੱਤ ਬਣ ਕੇ ਤੁਸੀਂ ਮੁੜ ਜਾਓ, ਜੇ ਤੁਸੀਂ ਨਹੀਂ ਮੁੜਨਾ ਤੇ ਅੱਜ ਮੈਂ ਵਾਪਸ ਮੁੜਨ ਲੱਗਾ ਵਾਂ। ਆਹ ਹੁੰਦੀ ਹੈ ਮਰਦਾਂ ਵਾਲੀ ਗੱਲ, ਆਹ ਹੁੰਦੀ ਹੈ ਦਲੇਰੀ। ਉਹ ਕਹਿੰਦੇ ਬਾਬਾ ਜੀ ਤੁਸੀਂ ਨਾ ਪਿਛਾਂ ਮੁੜਿਆ ਜੇ ਤੁਸੀਂ ਪਿਛਾਂ ਮੁੜ ਗਏ ਤੇ ਜਿਹੜੀ ਸੰਗਤ ਆਈ ਹੈ ਨਾ ਜੁੱਤੀ ਲਾ ਲੈਣੀ ਹੈ ਤੇ ਗਿਣਨੀਆਂ ਕੋਈ ਨਹੀਂ, ਸਾਡਾ ਚੰਮ ਦੇੜ ਦੇਣਾ ਜੇ ਇਹਨਾਂ ਨੇ, ਕਿਉਂਕਿ ਤੁਹਾਨੂੰ ਸੁਣਨ ਆਏ ਆ ਨਾ। ਕਹਿੰਦੇ ਫਿਰ ਇੱਕ ਚੀਜ਼, ਜਾਂ ਤੁਸੀਂ ਮੁੜੋ, ਜੇ ਤੁਸੀਂ ਨਹੀਂ ਮੁੜਨਾ ਫਿਰ ਅੱਜ ਮੈਂ ਵਾਪਸ ਮੁੜਦਾ ਨਾ। ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਮੁੜਦੇ ਹਾਂ ਜਦੋਂ ਸਾਰੇ ਅੰਦਰ ਬਹਿ ਗਏ ਨਾ ਤੇ ਫਿਰ ਬਾਬਾ ਜਰਨੈਲ ਸਿੰਘ ਅੰਦਰ ਮੱਥਾ ਟੇਕਣਾ ਹੈ ਤੇ ਫਿਰ ਉਹਨਾਂ ਨੇ ਆਪਣਾ ਲੈਕਚਰ ਆਰੰਭ ਕੀਤਾ। ਆਹ ਹੁੰਦੀ ਹੈ ਅਸੀਂ ਅੱਜ ਵਡਿਆਈਆਂ ਗੁੱਡੇ ਇਹਦੇ ਬਣ ਲਾ ਉਹਦੇ ਬਣ ਲਾ ਤੇ ਕਿਉਂ ਕਰਦੇ ਆ ਇਹ ਵੀ ਮੈਂ ਤੁਹਾਨੂੰ ਦੱਸਦੇ ਆ। ਇੱਕ ਛੋਟੀ ਜੀ ਗੱਲ ਹੈ ਤੇ ਗੱਲ ਸਮਝਿਆ ਜੋ ਉਸ ਗੱਲ ਦੇ ਵਿੱਚੋਂ ਫਿਰ ਆਪਣੇ ਪੁਆਇੰਟ ਵੱਲ ਆਉਣਾ ਮੈਂ। ਸਿਰਫ ਆਪਣੇ ਮੇਰੇ ਖਿਆਲ ਦੇ ਵਿੱਚ 10 ਕੁ ਮਿੰਟ ਰਹਿ ਗਏ ਆ ਕਿਉਂਕਿ ਅੱਜ ਪ੍ਰੋਗਰਾਮ ਲੇਟ ਸ਼ੁਰੂ ਹੋਇਆ ਤੇ 10 ਕੁ ਮਿੰਟ ਰਹਿ ਗਏ ਆ। ਵੀਰਾਂ ਨੂੰ ਐਸਾ ਨਾ ਲੱਗੇ ਵੀ ਸਮਾਂ ਮੈਂ ਉੱਤੇ ਲਿਜਾ ਰਿਹਾ ਮੈਂ, ਪੂਰੇ 45 ਮਿੰਟ ਤੋਂ ਇੱਕ 46ਵਾਂ ਮਿੰਟ ਨਹੀਂ ਉੱਤੇ ਜਾਣ ਦਿੰਦਾ। ਅੱਜ ਅਸੀਂ ਵਡਿਆਈਆਂ ਵਿੱਚ ਪੈ ਗਏ। ਅਸੀਂ ਕਹਿੰਦੇ ਆ ਵੱਡੇ ਕੀਆਂ ਵਡਿਆਈਆਂ, ਪਰ ਗੁੱਸਾ ਨਾ ਕਰੇ ਤੇ ਵੱਡੇ ਕੀਆਂ ਵਡਿਆਈਆਂ ਘੱਟ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਸੱਦਣਾ ਹੁੰਦਾ ਉਹਨਾਂ ਦੀਆਂ ਅਸੀਂ ਜ਼ਿਆਦੀਆਂ ਕਰਦੇ। ਹੁੰਦਾ ਭੈਣੋ ਕਿ ਨਹੀਂ ਹੁੰਦਾ? ਮੈਂ ਦੱਸਦਾ ਨਾ,
ਤੁਸੀਂ ਦਰਬਾਰ ਸਾਹਿਬ ਕਥਾ ਸੁਣੋ, ਦਰਬਾਰ ਸਾਹਿਬ ਤੋਂ, ਹਨਾ, ਕਿੰਨਾ ਸੋਹਣਾ। ਦੇਖੋ ਮੈਂ ਤਾਂ ਕਹਿ ਰਿਹਾ ਸ਼ਬਦ ਦੀ ਵਿਚਾਰ ਕਰਦੇ ਆ, ਸ਼ਬਦ ਦੀ ਵਿਚਾਰ ਕਰਦੇ ਕਰਦੇ ਅਖੀਰ ਦੇ ਵਿੱਚ ਪਤਾ ਕੀ ਕਹਿੰਦੇ ਆ, ਧੰਨਵਾਦ ਪ੍ਰਧਾਨ ਸਾਹਿਬ ਦਾ। ਬੋਲੋ, ਗੁਰੂ ਰਾਮਦਾਸ ਦਾ ਧੰਨਵਾਦ ਤੇ ਭਾਵੇਂ ਭੁੱਲ ਜਾਣ, ਪ੍ਰਧਾਨ ਦਾ ਨਹੀਂ ਭੁੱਲਦੇ। ਬੋਲੋ, ਧੰਨਵਾਦ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ। ਮੈਂ ਕਈ ਵਾਰੀ ਸੋਚਦਾ ਹੁੰਦਾ ਇਹ ਆਪੇ ਦੱਸੀ ਜਾਂਦੇ ਆ ਵੀ ਅਸੀਂ ਸਿਫਾਰਸ਼ੀ ਆਏ ਆ, ਆਪਣੀ ਕਾਬਲੀਅਤ ਨਾਲ ਇੱਥੇ ਨਹੀਂ ਆਏ। ਕਲੀਅਰ ਹੀ ਕਰ ਦਿੱਤਾ ਨਾ ਵੀ ਸਿਫਾਰਸ਼ ਨਾਲ ਆਏ, ਇਹਨਾਂ ਦੀ ਕਾਬਲੀਅਤ ਨਾਲ ਨਹੀਂ ਆਏ। ਨਹੀਂ, ਜਿਹੜਾ ਕਾਬਲੀਅਤ ਨਾਲ ਆਇਆ ਹੁੰਦਾ ਨਾ ਉਹ ਕਦੀ ਇਸ ਤਰ੍ਹਾਂ ਦੇ ਬੁੱਢੇ ਨਹੀਂ ਬਣਦਾ ਹੁੰਦਾ। ਬੋਲੋ, ਆਖੋ ਸਤਨਾਮ ਸ੍ਰੀ। ਮੈਂ ਵੀ ਇੱਕ ਦਿਨ ਘਰ ਦਸਤਾਰ ਸਜਾਈ ਜਾਵਾਂ ਤੇ ਸਿੰਘਣੀ ਕਥਾ ਵਿਚਾਰ ਸੁਣੀ ਜਾਵੇ, ਮੈਂ ਵੀ ਸੁਣਦਾ ਨਾ, ਐਸੀ ਗੱਲ ਨਹੀਂ। ਤੇ ਮੈਂ ਦਸਤਾਰ ਸਜਾਈ ਜਾਵਾਂ, ਜਦੋਂ ਦਸਤਾਰ ਸਜਾ ਰਿਹਾ ਸਾ ਕਥਾ ਦੀ ਹੋਈ ਸਮਾਪਤੀ ਤੇ ਜਿਹੜਾ ਕਥਾ ਵਾਚਕ ਲੱਗਾ ਸੀ ਉਹਨਾਂ ਨੇ ਫਿਰ ਕਿਤੇ ਪ੍ਰਧਾਨ ਦਾ ਗੁੱਡਾ, ਜਿਹਦੇ ਹੋਰ ਐਸਜੀਪੀਸੀ ਮੈਂਬਰ ਇਲਾਕੇ ਦਾ ਉਹਦਾ ਗੁੱਡਾ, ਫਿਰ ਉਹ ਕਿਤੇ ਸਿੰਘ ਸਾਹਿਬਾਨਾਂ ਦਾ ਗੁੱਡਾ। ਤੇ ਸਿੰਘਣੀ ਸੁਣਦੀ ਸੁਣਦੀ ਮੈਨੂੰ ਕਹਿੰਦੀ ਆਹ ਕੀ ਹੋ ਗਿਆ? ਮੈਂ ਕਿਹਾ ਕੀ ਹੋ ਗਿਆ? ਕਹਿੰਦੀ ਕਥਾ ਦੀ ਸਮਾਪਤੀ ਕੋਈ, ਨਾਲ ਹੀ ਪ੍ਰਬੰਧਕਾਂ ਤੇ ਪ੍ਰਧਾਨਾਂ ਦੇ ਗੁੱਡੇ ਲੱਗ ਪਏ ਬੰਨਣ। ਮੈਂ ਕਿਹਾ ਅਗਲੇ ਬੜੇ ਸਿਆਣੇ ਆ, ਸਾਰੇ ਮੇਰੇ ਵਰਗੇ ਮੂਰਖ ਥੋੜਾ ਹੈ। ਅਗਲੇ ਆਪਣਾ ਪ੍ਰੋਗਰਾਮ ਪਹਿਲਾਂ ਹੀ ਪੱਕਾ ਕਰਕੇ ਉੱਠਦੇ ਆ। ਬੋਲੋ, ਪ੍ਰੋਗਰਾਮ ਪੱਕਾ ਕਰਕੇ ਉੱਠਦੇ ਆ ਨਾ। ਕੀ ਕਰਦੇ ਆ ਭਲਾ? ਅਗਲੇ ਪ੍ਰੋਗਰਾਮ ਪੱਕਾ ਕਰਕੇ ਉੱਠਦੇ ਆ ਵੀ ਪ੍ਰੋਗਰਾਮ ਹੁਣੇ ਕਹਿ ਦਿਓ। ਅਗਲੇ ਕਹਿਣਗੇ ਬੰਦਾ ਬੜਾ ਚੰਗਾ ਸੀ, ਨਾਲ ਹੀ ਕਹਿ ਦਿੰਦੇ ਅਗਲੇ ਹਫਤੇ ਫਿਰ ਲਾ ਦੇ, ਅੱਜ ਸੇਵਾ ਦਾ ਮੌਕਾ ਕੋ ਸਤਨਾਮ। ਆ ਪੁੱਛ ਕੇ ਵੇਖੋ ਤੁਹਾਡੀ ਸਿੰਘਾਂ ਨੂੰ ਕਿੰਨੀ ਵੱਡੀ ਪ੍ਰੋਬਲਮ ਹੈ। ਅਸੀਂ ਵੱਡੇ ਕੀਆਂ ਵਡਿਆਈਆਂ ਕਹਿੰਦੇ ਆ। ਪਾਤਸ਼ਾਹ ਕਹਿੰਦੇ ਵੀ ਅੱਜ ਮੈਂ ਜਿਹੜੇ ਸਿਰ ਲੈਣੇ ਆ ਨਾ, ਸਾਹਿਬ ਜੀ ਕਹਿੰਦੇ ਸਿਰ ਲੈਣ ਦੇ ਕੁਝ ਅਰਥ ਹੈ ਵੀ ਸਮਰਪਿਤ ਹੋ ਜਾਣਾ, ਡੈਡੀਕੇਟ ਹੋ ਜਾਣਾ, ਇੱਕ ਦੇ ਬਣ ਜਾਣਾ, ਇੱਕ ਤੋਂ ਬਿਨਾਂ ਕਿਸੇ ਦੂਜੇ ਦਾ ਨਹੀਂ ਬਣਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਇੱਕ ਵਿਚਾਰ ਬੜੀ ਸੁਣਿਆ, ਦੇਖੋ ਗੱਲਾਂ ਲੌਜੀਕਲੀ ਚੱਲਣ ਤੇ ਉਹਦਾ ਮਜ਼ਾ ਆਏਗਾ, ਤੁਹਾਡੇ ਬੱਚੇ ਵੀ ਸੁਣਨਗੇ, ਸਾਡੀਆਂ ਨੌਜਵਾਨ ਭੈਣਾਂ ਬੀਬੀਆਂ ਵੀ ਸੁਣਨਗੀਆਂ। ਤੇ ਜੇ ਕੋਈ ਵੀ ਮੱਖੀ ਤੇ ਮੱਖੀ ਚੱਲੀ ਜਾਵੇ, ਜੋ ਚੱਲੀ ਜਾਂਦਾ ਪਿਆ ਉਸੇ ਤਰੀਕੇ ਨਾਲ ਚਲੋ ਸੁਣਾ ਕੇ ਗਾਹਾਂ ਹੋਵੋ, ਉਂਝ ਨਹੀਂ ਗੱਲ ਬਣਦੀ। ਲੌਜਿਕ ਜ਼ਰੂਰੀ ਹੈ। ਹੁਣ ਅੱਜ ਕਈਆਂ ਥਾਵਾਂ ਤੇ, ਸਾਰੀਆਂ ਥਾਵਾਂ ਤੇ ਨਹੀਂ, ਜੇ ਮੰਨ ਲਓ ਘਰ ਵਾਲੇ ਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਤੇ ਭੈਣ ਚਲੀ ਜਾਵੇ ਤੇ ਕਈਆਂ ਥਾਵਾਂ ਤੇ ਮੋੜ ਦਿੰਦੇ ਆ। ਬੋਲੋ, ਹੁੰਦਾ ਹੈ ਨਾ? ਕਹਿੰਦੇ ਨਾ ਬੀਬੀ ਘਰ ਵਾਲੀ ਨੂੰ ਨਾਲ ਲੈ ਕੇ ਆ, ਫਿਰ ਹੁੰਦਾ। ਤੇ ਜੇ ਘਰ ਵਾਲਾ ਇਕੱਲਾ ਚਲਾ ਜਾਵੇ ਕਹਿੰਦੇ ਘਰ ਵਾਲੀ ਨੂੰ ਨਾਲ ਲੈ ਕੇ ਆ। ਅੱਜ ਜਿੰਨੇ ਤੁਸੀਂ ਬੈਠੇ ਹੋ, ਮੇਰੇ ਇੱਕ ਸਵਾਲ ਹੈ, ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਨੂੰ 5 ਸਿਰ ਚਾਹੀਦੇ ਨੇ, ਜਦੋਂ ਦਇਆ ਸਿੰਘ ਉੱਠਿਆ ਸੀ, ਤੁਸੀਂ ਇਤਿਹਾਸ ਕਿਸੇ ਵਿੱਚ ਪੜ੍ਹਿਆ ਵੀ ਕਲਗੀਧਰ ਨੇ ਪਿਆ ਹੋਵੇ ਦਇਆ ਸਿੰਘ ਕੱਲਾ ਨਹੀਂ ਸਿੰਘਣੀ ਨਾਲ ਲੈ ਕੇ ਆ? ਬੋਲੋ, ਕਿਸੇ ਨੇ ਪੜ੍ਹਿਆ? ਜੇ ਪੜ੍ਹਿਆ ਤੇ ਮੈਨੂੰ ਅੱਜ ਦੱਸਿਆ ਜੀ। ਨਹੀਂ ਪੜ੍ਹਿਆ ਨਾ? ਹੁਣ ਦੇਖੋ, ਮੰਨ ਲਓ ਇੱਕ ਵਿਚਾਰ ਮੈਂ ਦੇਣ ਲੱਗਾ ਮੈਂ, ਇੱਕ ਬੰਦੇ ਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਤੇ ਭੈਣ ਦਾ ਮਨ ਬਣ ਗਿਆ। ਤੇ ਗੁਰਮਤ ਕਿਸੇ ਤੇ ਡਿਪੈਂਡ ਥੋੜਾ ਹੈ ਵੀ ਜੇ ਉਹ ਆਵੇਗਾ ਤੇ ਤੂੰ ਗੁਰੂ ਵਾਲੀ ਬਣੇਗੀ, ਨਹੀਂ ਤੇ ਤੂੰ ਨਗੂਰੀ ਮਰੇਗੀ। ਬੋਲੋ, ਆਖੋ ਸਤਨਾਮ ਸ੍ਰੀ। ਜੇ ਬੀਬੀ ਤੇਰਾ ਮਨ ਬਣ ਗਿਆ ਤੇ ਤੂੰ ਜਹਾਜ਼ੇ ਚੜ। ਜੇ ਤੇਰਾ ਮਨ ਬਣ ਗਿਆ ਬੀਬੀ ਜਹਾਜ਼ੇ ਚੜ, ਪਰ ਇੱਕ ਕੰਮ ਜ਼ਰੂਰ ਕਰਨਾ, ਪ੍ਰੇਰਨਾ ਦਿੰਦੀ ਰਹੀ। ਤੇਰੀ ਪ੍ਰੇਰਨਾ ਨਾਲ ਹੋ ਸਕਦਾ ਤੇਰੇ ਘਰ ਵਾਲੇ ਦੀ ਜ਼ਿੰਦਗੀ ਬਦਲ ਜਾਵੇ। ਆਖੋ ਸਤਨਾਮ ਸ੍ਰੀ। ਜੇ ਪਤੀ ਦਾ ਮਨ ਬਣ ਗਿਆ ਤੇ ਪਤਨੀ ਕਹਿੰਦੀ ਨਹੀਂ ਅਜੇ ਨਹੀਂ, ਤੇ ਉਹਦੇ ਕਰਕੇ ਤੂੰ ਡਿਲੇ ਨਾ ਕਰ, ਕਿਉਂਕਿ ਗੁਰਬਾਣੀ ਦੀ ਇੱਕ ਤੁਕ ਹੈ, ਪਾਤਸ਼ਾਹ ਜੀ ਕਹਿੰਦੇ ਨਹਿ ਬਿਲੰਬ ਧਰਮੰ। ਬੋਲੋ, ਨਹਿ। ਆਵਾਜ਼ ਗੱਦ ਕੇ ਕੱਢੋ, ਫਿਰ ਸਮਾਪਤੀ ਛੇਤੀ ਕਰ ਦੂੰਗਾ। ਪੱਕਾ ਜੀ? ਗੱਦ ਕੇ ਬੋਲੋ, ਸਮਾਪਤੀ ਛੇਤੀ ਬੋਲੋ। ਨਹਿ ਬਿਲੰਬ ਧਰਮੰ। ਤਾਲੂ ਚ ਆਵਾਜ਼ ਕੱਢਣੀ, ਜਿਵੇਂ ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਹਨਾ, ਉਵੇਂ ਕੱਢੋ ਆਵਾਜ਼। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਬਿਲੰਬ ਦੇ ਅਰਥ ਹੁੰਦੇ ਨੇ ਦੇਰੀ। ਪਾਤਸ਼ਾਹ ਜੀ ਕਹਿੰਦੇ ਧਰਮ ਕਮਾਉਂਦਿਆਂ ਦੇਰ ਨਾ ਕਰੀ, ਪਾਪ ਕਮਾਉਂਦਿਆਂ ਭਾਵੇਂ ਦੇਰ ਕਰਦੇ। ਵੇਖੋ ਕਿੰਨਾ ਵੱਡਾ ਬਚਨ ਗੁਰਬਾਣੀ ਦੇ ਵਿੱਚ। ਧਰਮ ਕਮਾਉਂਦਿਆਂ ਦੇਰ ਨਾ ਕਰੀ। ਜੇ ਤੇਰੇ ਮਨ ਦੇ ਵਿੱਚ ਕੋਈ ਚੰਗਾ ਖਿਆਲ ਆਇਆ, ਸਾਹਿਬ ਜੀ ਕਹਿੰਦੇ ਬਿਨਾਂ ਦੇਰੀ ਦੇ ਕਰਦੇ। ਤੇ ਪੁੱਛਿਆ ਦੇਰ ਕਿੱਥੇ ਕਰਾਂ? ਕਹਿੰਦੇ ਬਿਲੰਬ ਪਾਪੰ। ਪਾਪ ਦਾ ਜੇ ਖਿਆਲ ਮਨ ਦੇ ਵਿੱਚ ਆਇਆ ਤੇ ਦੇਰ ਕਰਦੀ, ਹੋ ਸਕਦਾ ਤੇਰੇ ਮਨ ਦਾ ਖਿਆਲ ਹੀ ਬਦਲ ਜਾਵੇ। ਆਪੋ ਸਤਨਾਮ ਸ੍ਰੀ। ਤੇ ਭੈਣੋ ਮੈਂ ਬੇਨਤੀ ਕਰਾਂ, ਜੇ ਤੁਹਾਡਾ ਮਨ ਤਿਆਰ ਹੋ ਗਿਆ, ਮਿੰਟ ਇੱਕ ਲਾਇਆ ਜੇ, ਜਦੋਂ ਕਿਤੇ ਖੰਡੇ ਬਾਟੇ ਦੀ ਪਹੁਲ, ਉਸੇ ਵੇਲੇ ਹੱਥ ਜੋੜ ਕੇ ਕਹਿ ਦਿਆ ਜੇ ਪੰਜਾਂ ਪਿਆਰਿਆਂ ਨੂੰ ਵੀ ਮੇਰੀ ਝੋਲੀ ਦਾਤ ਪਾਓ। ਮੈਂ ਤਾਂ ਇਹ ਗੱਲ ਕਹਿਣਾ ਮੈਂ, ਬਠਿੰਡੇ ਲਾਗੇ ਪਿੰਡ ਪੈਂਦਾ ਗੁਣਿਆਣਾ ਮੰਡੀ। ਕਿਹੜਾ ਜੀ? ਗੁਣਿਆਣਾ ਮੰਡੀ। ਕਿ ਉੱਥੋਂ ਦਾ ਇੱਕ ਵੀਰ ਮੇਰੇ ਨਾਲ ਚੈਨਲ ਤੇ ਇੰਟਰਵਿਊ ਦੇਣ ਲਈ ਆ ਗਏ। ਮੈਂ ਕਿਹਾ ਜੀ ਕਿਸ ਵਿਸ਼ੇ ਤੇ ਇੰਟਰਵਿਊ? ਕਹਿੰਦਾ ਜੀ ਮੈਂ ਹਿੰਦੂ ਪਰਿਵਾਰ ਦੇ ਵਿੱਚੋਂ ਸਿੰਘ ਸੱਜਿਆ ਵਾਂ ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਨੂੰ ਕਿਹੜੀ ਕਿਹੜੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਕਿਹਾ ਜੀ ਬੋਲੋ।
ਉਹਨੇ ਜਿਹੜਾ ਜਵਾਬ ਦਿੱਤਾ, ਮੈਂ ਕਹਿੰਦਾ ਭੈਣੋ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕੀ ਜਵਾਬ ਦਿੱਤਾ। ਉਹ ਕਹਿੰਦਾ ਜੀ ਜਦੋਂ ਮੇਰੇ ਮਨ ਦੇ ਵਿੱਚ ਆਇਆ ਖਿਆਲ, ਨਾਲ ਦਿਆਂ ਕੋਲੋਂ ਸੁਣਿਆ, ਧਿਆਨ ਦੇ ਕੇ ਸੁਣੋ, ਕਹਿੰਦੇ ਨਾਲ ਦਿਆਂ ਕੋਲੋਂ ਸੁਣਿਆ, ਮਨ ਦੇ ਵਿੱਚ ਆਇਆ ਮੇਰੇ ਖਿਆਲ, ਤੇ ਕਹਿੰਦੇ ਮੈਂ ਪਰਿਵਾਰ ਦੇ ਵਿੱਚ ਗੱਲ ਕੀਤੀ ਵੀ ਮੈਂ ਅੰਮ੍ਰਿਤ ਛਕਣਾ। ਕਹਿੰਦੇ ਕਾਕਾ ਦੁਬਾਰਾ ਨਾ ਨਾਂ ਲੈ ਦੀ, ਜੇ ਦੁਬਾਰਾ ਨਾਂ ਲਿਆ ਤੇ ਤੈਨੂੰ ਬਦਖਲ ਕਰ ਦੇਣਾ ਘਰੋਂ। ਕਹਿੰਦਾ ਮੇਰਾ ਮਨ ਡੇਢ ਹੋ ਗਿਆ। ਭੈਣੋ ਆਵਾਜ਼ ਨਾ ਵੀ ਮੇਰੀਆਂ ਭੈਣਾਂ ਦੀ ਨਾ 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 ਬੋਲਣਾ ਤੇ ਹੈ ਹੀ ਨਹੀਂ। ਅੱਜ ਤੁਸੀਂ ਥੋੜਾ ਬੋਲਣਾ, ਅੱਜ ਤਾਂ ਤੁਸੀਂ ਮੈਨੂੰ ਸੁਣੋ। ਹਾਂ ਧਿਆਨ ਦੇ ਕੇ ਸੁਣਿਆ ਜੀ। ਕਮਾਲ ਕੀ ਹੋ ਗਈ ਵੀਰੋ। ਕਹਿੰਦਾ ਵੀ ਮੇਰਾ ਬਣ ਗਿਆ ਮਨ, ਤੇ ਕਹਿੰਦਾ ਪਰਿਵਾਰ ਨੇ ਏਡਾ ਵੱਡਾ ਫਤਵਾ ਜਾਰੀ ਕਰ ਦਿੱਤਾ। ਪਤਾ ਕੀ ਕਹਿੰਦੇ? ਕਹਿੰਦੇ ਕਾਕਾ ਜੇ ਖੰਡੇ ਬਾਟੇ ਦੀ ਪੌਣ ਲੈਣੀ ਹੈ ਨਾ ਤੇ ਤੈਨੂੰ ਘਰੋਂ ਬਦਖਲ ਕਰ ਦੇਣਾ। ਹੁਣ ਇੱਕ ਕੰਮ ਕਰ ਵੀ ਜੇ ਤੇ ਜ਼ਮੀਨ ਜਾਇਦਾਦ ਨਹੀਂ ਲੈਣੀ ਤੇ ਫਿਰ ਪੌਣ ਲੈ ਲਾ। ਮੈਂ ਕਿਹਾ ਫੇਰ? ਕਹਿੰਦਾ ਰਾਤ ਮਨ ਬਣਾਇਆ। ਕਹਿੰਦਾ ਮੈਂ ਮਨ ਨੂੰ ਪੁੱਛਿਆ ਮਨਾ ਕੀ ਲਈਏ? ਵੇਖਿਆ ਜੀ ਹੁਣ ਧਿਆਨ ਦੇ ਕੇ, ਜਾਇਦਾਦ ਲਈਏ, ਘਰੋਂ ਹਿੱਸਾ ਲਈਏ ਕਿ ਖੰਡੇ ਬਾਟੇ ਦੀ ਪੌੜ ਲਈਏ? ਐਡਾ ਪਰਚਾ ਤੁਹਾਡਾ ਭਾਰਾ ਨਹੀਂ ਜੇ ਪੈਂਦਾ। ਮੇਰੇ ਨਾਲ ਇੰਟਰਵਿਊ ਹੈ YouTube ਤੇ ਸੁਣਿਆ ਜੇ, ਮੈਂ ਉੜਦੀਆਂ ਗੱਲਾਂ ਨਹੀਂ ਕਰਦਾ, YouTube ਤੇ ਸੁਣਿਆ ਜੇ। ਕਹਿੰਦਾ ਪਰਚਾ ਬੜਾ ਭਾਰਾ ਹੋ ਗਿਆ। ਕਹਿੰਦਾ ਮੈਂ ਆਪਣੇ ਮਨ ਨੂੰ ਪੁੱਛਿਆ ਮਨਾ ਹੁਣ ਘਰੋਂ ਜਾਇਦਾਦ ਲਈਏ ਕਿ ਖੰਡੇ ਬਾਟੇ ਦੀ ਪੌੜ ਲਈਏ? ਕਹਿੰਦਾ ਜੀ ਮੈਂ ਮਨ ਬਣਾ ਲਿਆ ਵੀ ਅੱਜ ਫਿਰ ਪੌੜ ਹੀ ਲਈਏ। ਆਖੋ ਸਤਨਾਮ ਸ੍ਰੀ। ਕਹਿੰਦਾ ਮਨ ਕਰਨਾ ਜਾਂ ਕਰਕੇ ਮੈਨੂੰ ਪਤਾ ਲੱਗਾ ਫਲਾਣੀ ਥਾਂ ਤੇ ਖੰਡੇ ਬਾਟੇ ਦੀ ਪੌੜ ਤਿਆਰ ਹੈ। ਕਹਿੰਦਾ ਮੈਂ ਪੰਜਾਂ ਪਿਆਰਿਆਂ ਦੇ ਕੋਲ ਚਲਾ ਗਿਆ। ਭੈਣੋ ਸੁਣਿਆ ਜੇ, ਪੰਜਾਂ ਪਿਆਰਿਆਂ ਦੇ ਕੋਲ ਚਲਾ ਗਿਆ। ਕਹਿੰਦਾ ਦਾੜੀ ਸੀ ਮੇਰੇ ਛੋਟੀ ਛੋਟੀ, ਤੇ ਕਹਿੰਦਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਿਆਣਾ ਤੇ ਸੂਝਵਾਨ, ਦੇਖੋ ਸਤਿਕਾਰਯੋਗ ਨੇ, ਮੈਂ ਫਿਰ ਬੇਨਤੀ ਕਰਦੇ ਆ, ਮੈਂ ਜਦੋਂ ਉਸ ਰੂਪ ਦੇ ਵਿੱਚ ਹੁੰਦੇ ਨੇ ਮੈਂ ਪੂਰੀ ਰਿਸਪੈਕਟ ਕਰਦਾ ਹਾਂ। ਤੇ ਜਦੋਂ ਕਿਤੇ ਵੀ ਕੋਈ ਮੇਰੇ ਕੋਲ ਬੋਲਦਿਆਂ ਵੀ ਭੁੱਲ ਹੋ ਜਾਵੇ ਨਾ, ਤੇ ਮੈਂ ਪੰਜ ਪਿਆਰਿਆਂ ਕੋਲੋਂ ਹਾਜ਼ਰ ਹੋ ਕੇ ਕਹਿਣਾ ਵਾ ਕਿ ਮੇਰੇ ਕੋਲ ਬੋਲਦਿਆਂ ਵੀ ਆ ਭੁੱਲ ਹੋ ਗਈ ਹੈ ਤੇ ਮੈਨੂੰ ਮੇਰੀ ਖਤਾ ਮੇਰੀ ਗਲਤੀ ਦੀ ਮਾਫੀ ਦਿੱਤੀ ਜਾਵੇ। ਧਿਆਨ ਦੇ ਕੇ ਸੁਣਿਆ ਤੇ ਹੁਣ ਮੈਂ ਛੋਟੀ ਜਿਹੀ ਤੁਹਾਨੂੰ ਬੇਨਤੀ ਲੱਗਾ ਮੈਂ ਕਰਨ। ਉਹ ਕਦਮ ਮਨ ਬਣ ਗਿਆ। ਪੰਜਾਂ ਪਿਆਰਿਆਂ ਕੋਲ ਗਏ ਤੇ ਉਹਨਾਂ ਵਿੱਚੋਂ ਇੱਕ ਕਹਿੰਦਾ ਕਾਕਾ ਗੱਲ ਤੇ ਤੇਰੀ ਠੀਕ ਹੈ, ਪਰ ਘੱਟੋ ਘੱਟ ਘਰਦਿਆਂ ਨਾਲ ਸਲਾਹ ਤੇ ਕਰਕੇ ਆ। ਕਹਿੰਦਾ ਜੀ ਮੈਨੂੰ ਇੱਕ ਗੱਲ ਦੱਸੋ, ਜਦੋਂ ਦਇਆ ਸਿੰਘ ਨੇ ਸੀਸ ਦੇਣਾ ਸੀ ਉਹਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਸੀ, ਧਰਮ ਸਿੰਘ ਨੇ ਪਰਿਵਾਰ ਨਾਲ ਸਲਾਹ ਕੀਤੀ ਸੀ। ਸੁਣਿਆ ਜੇ ਹੁਣ ਧਿਆਨ ਦੇ ਕੇ ਸੁਣ। ਕਹਿੰਦਾ ਹਿੰਮਤ ਸਿੰਘ ਨੇ, ਮੋਹਕਮ ਸਿੰਘ ਨੇ, ਸਾਹਿਬ ਸਿੰਘ ਨੇ ਪਰਿਵਾਰ ਨਾਲ ਜੇ ਸਲਾਹ ਕਰਨ ਤੁਰ ਪੈਂਦੇ ਫਿਰ ਸੀਸ ਨਹੀਂ ਸੀ ਦਿੱਤਾ ਜਾਣਾ। ਕਹਿੰਦਾ ਜਦੋਂ ਸਿਰ ਦੇਣਾ ਹੁੰਦਾ ਹੈ ਨਾ ਉਦੋਂ ਆਪਣੇ ਆਪ ਨੂੰ ਪੁੱਛਣਾ ਪੈਂਦਾ। ਆਖੋ ਸਤਨਾਮ ਸ੍ਰੀ। ਪਰਿਵਾਰਾਂ ਦੀਆਂ ਸਲਾਹਾਂ ਨਹੀਂ। ਕਹਿੰਦਾ ਜੀ ਤੁਸੀਂ ਮੈਨੂੰ ਪੌੜ ਦੇ ਦਿਓ। ਕਹਿੰਦੇ ਕਾਕਾ ਗੱਲ ਠੀਕ ਹੈ, ਜੇ ਤੈਨੂੰ ਪੌੜ ਦੇ ਦਿੱਤੀ ਤੇਰੀ ਦਾੜੀ ਛੋਟੀ ਛੋਟੀ ਹੈ। ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ, ਲੋਕਾਂ ਦਾ ਦਿਮਾਗ ਪਤਾ ਨਹੀਂ ਪੁੱਠੇ ਪਾਸੇ ਖਰੇ ਜ਼ਿਆਦਾ ਚੱਲਦਾ ਹੈ। ਜੇ ਕਿਸੇ ਦੀ ਦਾੜੀ ਛੋਟੀ ਛੋਟੀ ਹੋਵੇ ਤੇ ਕਿਸੇ ਨੇ ਇਹ ਨਹੀਂ ਕਹਿਣਾ ਵੀ ਅਜੇ ਹੁਣੇ ਹੀ ਖੰਡੇ ਬਾਟੇ ਦੀ ਪੌੜ ਲਈ ਹੋਣੀ ਹੈ, ਹੈਨਾ? ਪਤਾ ਕੀ ਕਹਿਣਗੇ, ਹਾਏ ਗਾਤਰਾ ਪਾ ਕੇ ਤੇ ਦਾੜੀ ਕਤਰੀ ਖਲੋਤਾ। ਬੋਲੋ ਕਰਦੇ ਕਿ ਨਹੀਂ ਕਰਦੇ? ਪੁੱਠੇ ਪਾਸੇ ਅਸੀਂ ਤੁਰਨਾ, ਸਿੱਧੇ ਪਾਸੇ ਤੇ ਤੁਰਨਾ ਹੀ ਨਾ ਹੋਇਆ। ਬੋਲੋ ਹੁੰਦਾ ਕਿ ਨਹੀਂ ਹੁੰਦਾ? ਕਹਿੰਦੇ ਕਾਕਾ ਜੇ ਤੈਨੂੰ ਪੌੜ ਦੇਤੀ ਗੱਲ ਸਾਡੇ ਤੇ ਵੀ ਆਉਣੀ ਹੈ ਵੀ ਦਾੜੀ ਸੀ ਨਿੱਕੀ ਨਿੱਕੀ, ਕਿਉਂ ਕਤਰਦਾ ਸੀ ਨਾ ਦਾੜੀ ਪਹਿਲਾਂ, ਦਾੜੀ ਸੀ ਨਿੱਕੀ ਨਿੱਕੀ। ਕਹਿੰਦੇ ਅਜੇ ਥੋੜੇ ਜਿਹਾ ਹੋਰ ਕੇਸ ਕਰ ਲਾ। ਕਹਿੰਦਾ ਮੈਂ ਹੱਥ ਬੰਨ ਕੇ ਪੰਜਾਂ ਪਿਆਰਿਆਂ ਨੂੰ ਕਿਹਾ ਵੀ ਜੇ ਅੱਜ ਨਹੀਂ ਤੇ ਫਿਰ ਕਦੀ ਵੀ ਨਹੀਂ ਹੋਣਾ। ਮੈਨੂੰ ਪੁੱਛ ਕੇ ਵੇਖੋ ਮੈਂ ਕਿੱਡੀ ਵੱਡੀ ਪਰਖ ਦੇ ਵਿੱਚੋਂ ਨਿਕਲਿਆ ਵਾਂ, ਕਿੱਡੀ ਵੱਡੀ ਪੀੜਾ ਦੇ ਵਿੱਚੋਂ ਨਿਕਲਦਾ ਪਿਆ ਵਾਂ। ਕਹਿੰਦਾ ਜੇ ਤੁਸੀਂ ਅੱਜ ਮੈਨੂੰ ਪਹੁਲ ਨਾ ਦਿੱਤੀ ਤੇ ਮੈਂ ਧੋਬੀ ਦੇ ਕੁੱਤੇ ਵਾਲਾ ਹੋ ਜਾਣਾ। ਨਾ ਪਰਿਵਾਰ ਦਾ ਰਿਹਾ ਤੇ ਨਾ ਗੁਰੂ ਗੋਬਿੰਦ ਸਿੰਘ ਦਾ ਬਣਿਆ। ਆਖੋ ਸਤਨਾਮ ਸ੍ਰੀ। ਮੈਂ ਕਿਹਦਾ ਬਣਾਂਗਾ? ਮੈਨੂੰ ਤੁਸੀਂ ਪਹੁਲ ਦੇ ਦਿਓ। ਕਹਿੰਦੇ ਕਾਕਾ ਤੇਰੀ ਗੱਲ ਸੁਣ ਕੇ ਤੇ ਤੇਰੇ ਜਜ਼ਬਾਤਾਂ ਵੱਲ ਵੇਖ ਕੇ ਚਿੱਤ ਕਰਦਾ ਵੀ ਅੱਜ ਤੈਨੂੰ ਵਾਪਸ ਨਹੀਂ ਮੋੜਨਾ। ਕਹਿੰਦਾ ਮੈਨੂੰ ਖੰਡੇ ਬਾਟੇ ਦੀ ਪੌੜ ਦਿੱਤੀ, ਨਾਲ ਹੀ ਉਹਨਾਂ ਕਹਿਤਾ ਕਹਿੰਦੇ ਕਾਕਾ ਜੇ ਤੈਨੂੰ ਕੋਈ ਦਿੱਕਤ ਆਵੇ, ਕੋਈ ਪ੍ਰੋਬਲਮ ਆਵੇ, ਕੋਈ ਪੁੱਛੇ, ਕੋਈ ਛੇੜੇ ਤੇ ਆਹ ਸਾਡਾ ਨੰਬਰ ਲੈ ਜਾ, ਸਾਨੂੰ ਆ ਕੇ ਗੱਲ ਕਰ ਦੇਈ ਤੇ ਅਸੀਂ ਆਪੇ ਹੀ ਗੱਲ ਪੂਰੀ ਦੀ ਪੂਰੀ ਸਾਂਭ ਲਾਂਗੇ। ਆਖੋ ਸਤਨਾਮ ਸ੍ਰੀ। ਕਹਿਣ ਤੋਂ ਭਾਵ ਜਦੋਂ ਦਇਆ ਸਿੰਘ, ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਕਿਹਾ ਮੈਨੂੰ ਚਾਹੀਦੇ 5 ਸੀਸ, ਭੈਣੋ ਬਾਹਰ ਕੱਢੋ 5 ਸੀਸ, ਤੇ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਵੀ ਆਓ। ਤੇ ਜਦੋਂ ਦਇਆ ਸਿੰਘ ਉੱਠਿਆ ਨਾ ਤੇ ਦਇਆ ਸਿੰਘ ਨੇ ਸਲਾਹ ਨਹੀਂ ਸੀ ਕਿਸੇ ਨਾਲ ਕੀਤੀ। ਹੁਣ ਜਦੋਂ ਆਏ ਉਦੋਂ ਕੀ ਪਤਾ ਵੀ ਸੀਸ ਮੰਗਣਗੇ ਪਾਤਸ਼ਾਹ, ਉਹ ਤਾਂ ਸੰਦੇਸ਼ਾ ਹੀ ਆਇਆ ਨਾ ਵੀ ਕਲਗੀਧਰ ਪਿਤਾ ਮਹਾਰਾਜ ਜੀ ਨੇ ਸੱਦਿਆ। ਜਦੋਂ ਸਿਰ ਮੰਗੇ ਆ ਉਹਨੇ ਨਾਰਦੇ ਨੂੰ ਵੀ ਨਹੀਂ ਪੁੱਛਿਆ ਵੀ ਹਾਂ ਮੈਂ ਸਿਰ ਦੇਣ ਜਾਣਾ। ਘਰ ਵਾਲੀ ਨੂੰ ਪੁੱਛਣਾ ਤੇ ਬੜੀ ਦੂਰ ਦੀ ਗੱਲ ਸੀ, ਨਾ ਮਾਪਿਆਂ ਨੂੰ ਪੁੱਛਿਆ ਮੈਂ ਸਿਰ ਦੇਣ ਜਾਣਾ। ਉਹ ਕਹਿੰਦੇ ਵੀ ਕਲਗੀਧਰ ਪਿਤਾ ਮਹਾਰਾਜ ਜੀ ਨੇ ਕਿਹਾ ਤੇ ਮੈਂ ਸਿਰ ਦੇਣ ਨੂੰ ਤਿਆਰ। ਮੈਂ ਤਾਂ ਕਹਿੰਦਾ ਜੇ ਮਨ ਬਣ ਜੇ, ਬੋਲੋ ਜੇ ਗੱਜ ਕੇ ਜੇ ਫੇਰ ਨਾ ਬਾੜੀਆਂ ਸਲਾਹਾਂ ਕਰਿਆ ਜੇ ਵੀ ਕਿਵੇਂ ਮੈਂ ਲੈ ਲਾ ਪੌਲ।
फिर ते क्या ते मन ने अंदरों दिती आवाज ते हुण गुरु के जाजे चढ़ जा, आखो सतनाम श्री वाहिगुरु। बस देरी ना करया करो। दिता होया जिहड़ा समा सी ओह घड़ियां टपदा है, समा समाप्ति वाले पासे वधदा, दिल ते नहीं करदा भी प्रसंग इत्थे कि जे छड्ड दियां, पर की करां भाई, की करां। अज इत्थे विचार नूं छड्डना पैना, क्योंकि मेरे तो बाद भी बड़े सत्कारयोग ढाडी जथे ने तुहाडे नाल लवाउणीਆਂ ने खातरियां। करीब 3-4 दीवान होर ने, आपां दीवानां दे विच डट के भरांगे खातरियां। ते ਉਹ पूरे ਦੇ पूरे दीवानां विच मैं भैणां ते वीरां नूं बेनती करां भी समय सिर हाज़र होना है ते समय सिर हाज़र होकर जानना है भी जिहड़ी खंडे बाटे दी पहुल दी गल सी ਉਹ कलगीधर पिता महाराज जी ने क्यों कीती ते ਉਹਦੇ ਲਈ सिर देना लाजमी क्यों सी। ये आपां आउण वाले दीवानां दे विच पूरा दा पूरा प्रसंग क्लीयर करांगे। गुरु करन किरपा, बड़े प्यार दे सहित सरबत संगतां ने भरियां ने हाज़रियां। धन्नवादियां, कोट कोट धन्नवादियां गुरु ग्रंथ साहिब पातशाह महाराज जी का, जिन्हों ने गोद में बिठा के ते विचारां दे योग बनाया। सारी संगत ने जो एकाग्रता के सहित हाज़री भरी, धन्नवादियां। पातशाह की करन किरपा अगले दीवाना दे विच भी तुहाडा इसे तरह एकाग्रता ते प्रेम बने ते एकाग्रता दे विचों आपां प्रसंग नूं अगे लैके तुरांगे। भुल चुक दी दिओ जी माफ़ी, पर चेते रखा जे प्रसंग आपां कित्थे किते रोकिया है। कलगीधर पिता महाराज जी ने मंगे सीस, इत्थे है ना, कलगीधर पिता महाराज जी ने मंगे असीस। बस वो सीस वाले पासे लैके आना है भी अज तुहाडा सीस सच्ची मुच्ची कलगियां वाले कोल है। जे कलगियां वाले कोल हुंदा ते फिर थां थां ते टिकदा ना हुंदा, जे थां थां ते टिकदा ते कलगियां वाले नूं तुसीं सीस अजे कोई नहीं जे दित्ता। सच है, कौड़ी दी गल। भुल चुक दी माफ़ी। एक मन एक चित होके सारी संगत गज बज के बुला दिओ फतेह ते आखो जी वाहिगुरू जी का खालसा, वाहिगुरू जी की फतेह।
ਵਿੱਚੋਂ ਵਿਸਰੇ ਨਾ ਨਾਮ। अल्लाह वाहे गुरु कहो चाहे राम राम। ਇੱਕ ਮਨ ਚਿੱਤ ਵਿੱਚੋਂ ਵਿਸਰੇ ਨਾ ਨਾਮ। अल्लाह वाहे गुरु कहो चाहे राम राम। ਕੌਣ ਜਾਣੇ ਕਦੋਂ ਸਾਹਾਂ ਵਾਲੀ ਤੰਦ ਟੁੱਟ ਜੇ, ਤੰਦ ਟੁੱਟ ਜੇ, ਤੰਦ ਟੁੱਟ ਜੇ। मेरा रुसे न कलगियां वाला जग भावे सारा रुस जे। मेरा रुसे न कलगियां वाला जग भावे सारा रुस जे। ਹੱਥ ਤਲਵਾਰ ਹੇਠ ਨੀਲਾ ਘੋੜਾ ਸੱਜਦਾ। ਵੇਖ ਵੇਖ ਸੋਹਣਾ ਰੂਪ ਦਿਲ ਨਹੀਂ ਉਹ ਰੱਜਦਾ, ਹੋ ਦਿਲ ਨਹੀਂ ਉਹ ਰੱਜਦਾ। हाथ तलवार हेठ नीला घोड़ा सजदा। वेख वेख सोहना रूप दिल नहीं हो रजदा। हाँ दिल नहीं हो रजदा। ਸੁਣ ਸੁਣ ਕੌਤਕਾਂ ਨੂੰ ਹੁੰਦੀ ਏ ਹੈਰਾਨੀ। सुन सुन ਸੁਣ ਸੁਣ कौतकां नूं हुंदी है हैरानी। चरणों दे विच आपे सीस झुक जे, सीस झुक जे, सीस झुक जे। मेरा रुस न कलगियां वाला जग भावे सारा रुस जे। मेरा रुस न कलगियां वाला जग भावे सारा रुस जे। ਹਰ ਵੇਲੇ ਤਾਂਗ ਰਹਿੰਦੀ ਦਿਲ 'ਚ ਪਿਆਰ ਦੀ। ਦਿਲ ਨੂੰ ਪਿਆਸ ਲੱਗੀ ਉਸ ਦੇ ਦੀਦਾਰ ਦੀ, ਉਸ ਦੇ ਦੀਦਾਰ ਦੀ। दिल विच तांग रहिंदी दिल च प्यार दी। दिल नूं प्यास लगी उस दे दीदार दी। हाँ उस दे दीदार दी। ਸੱਚਾ ਯਾਰ ਦੁਖੀਆਂ ਗਰੀਬਾਂ ਦਾ ਹੈ ਜਿਹੜਾ। ਸੱਚਾ ਯਾਰ, ਸੱਚਾ ਯਾਰ दुखियां गरीबां दा है जेड़ा। ਹੁੰਦਾ ਛੱਡੇ ਨਾ ਵੈਰੀ ਨੂੰ ਚਾਹੇ ਤੇ ਲੁੱਕ ਜੇ। जिथे लुक जे, जिथे लुक जे। मेरा रुस न कलगियां वाला जग भावे सारा रुस जे। मेरा रुस न कलगियां वाला जग भावे सारा रुस जे। ਉਸੇ ਹੁਕਮ ਬਿਨਾ ਪਤਾ ਨਹੀਂ ਉਹ ਚੁੱਲਦਾ। ਬਿੰਦਾ ਚੱਕ ਦਾਨੇ ਵਾਲਾ ਪਲ ਨਹੀਂ ਉਹ ਭੁੱਲਦਾ, ਪਲ ਨਹੀਂ ਉਹ ਭੁੱਲਦਾ। उसते हुक्म बिना पता नहीं हो झुलदा। बिंदा जग दाने वाला पल नहीं हो भुलदा। हाँ पल नहीं हो भुलदा। ਸੱਚਾ ਨਾਮ ਉਹਦਾ ਜਮਦੂਤਾ ਤੋਂ ਛਡਾਵੇ। ਸੱਚਾ ਨਾਮ, ਸੱਚਾ ਨਾਮ ਉਹਦਾ ਜਮਦੂਤਾ ਤੋਂ ਛਡਾਵੇ। ਚਾਹੇ ਬੰਦਿਆ ਬੂਹੇ ਤੇ ਲੈਣ ਮੌਤ ਢੁੱਕ ਜੇ, मौत टुक जे, मौत टुक जे। मेरा रुस न कलगियां वाला जग भावे सारा रुस जे। मेरा रुस न कलगियां वाला जग भावे सारा रुस जे। मेरा रुस न कलगियां वाला जग भावे सारा
ਨਸ਼ੇ ਬਹੁਤ ਨੇ ਸੰਸਾਰ ਵਿੱਚ ਕੂੜ ਵਾਲੇ, ਨਸ਼ਾ ਕੋਈ ਨਹੀਂ ਨਾਮ ਦੀ ਜ਼ਰ ਵਰਗਾ। ਬਿਨਾ ਗੁਣਾ ਤੋਂ ਕਰੇ ਗੁਮਾਨ, ਜਿਹੜਾ ਬੰਦਾ ਨਿਰਾ ਸਲੋ ਖਰ ਵਰਗਾ। ਸੀਤਲ ਨਿਰਮਲ ਸਵਰਸਰ ਹੈ ਬਹੁਤੇ, ਸਰ ਕੋਈ ਨਹੀਂ ਅੰਮ੍ਰਿਤ ਸਰ ਵਰਗਾ। ਜਿੱਥੋਂ ਮਿਲਦਾ ਮਾਣ ਨਿਮਾਣਿਆਂ ਨੂੰ, ਦਰ ਕੋਈ ਨਹੀਂ ਗੁਰੂ ਨਾਨਕ ਦੇ ਦਰ ਵਰਗਾ। ਭਗਤ ਪਾਵਨ ਭਗਤ ਵਚਨ ਕਿਰਪਾ ਨਿਦਾਨ ਸਭ ਕਲਾ ਸਮਰੱਥ, ਕੋਟ ਬ੍ਰਹਮੰਡਾਂ ਦੇ ਮਾਲਕ, ਧੰਤਾਂ ਦੇ ਜੋਗ, ਤਰਲੋਕੀ ਦੇ ਬਾਦਸ਼ਾਹ, ਜੁਗੋ ਜੁਗ ਅਟਲ ਸਤਿਗੁਰੂ ਸੱਚਾ ਪਾਤਸ਼ਾਹ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰਿਓ, ਆਪ ਜੀਆਂ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਕੇ ਦੱਸ ਦਾ ਮਨ ਪ੍ਰਸੰਨ ਹੈ। ਸੰਗਤ ਦੇ ਦਰਸ਼ਨ ਦੀਦਾਰ ਦੀ ਖੁਸ਼ੀ ਅੰਦਰ ਸੰਗਤ ਦੇ ਸਤਿਕਾਰ ਲਈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣ ਲੱਗਾ। ਬੈਠੀਆਂ ਸੰਗਤਾਂ ਤੇ ਮੈਨੂੰ ਰੱਬ ਜੀ ਨਾਲ ਯਕੀਨ ਹੈ, ਆਪਣੇ ਗੁਰੂ ਜੀ ਨਾਲ ਮੈਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਫਤਿਹ ਦਾ ਸਤਿਕਾਰ ਕਰੋਗੇ। ਮੇਰਾ ਸਤਿਕਾਰ ਨਹੀਂ, ਕਿਸੇ ਢਾਡੀ ਦਾ ਸਤਿਕਾਰ ਨਹੀਂ, ਕਿਸੇ ਕਥਾਵਾਚਕ ਦਾ ਸਤਿਕਾਰ ਨਹੀਂ, ਕਿਸੇ ਰਾਗੀ ਦਾ ਸਤਿਕਾਰ ਨਹੀਂ, ਕਿਸੇ ਮੰਚ ਦਾ ਸਤਿਕਾਰ ਨਹੀਂ, ਕਿਸੇ ਸਮਾਗਮ ਦਾ ਸਤਿਕਾਰ ਨਹੀਂ। ਜੋ ਕਲਗੀਧਰ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਆਪਣੀ ਸਿੱਖ ਦੀ ਝੋਲੀ 'ਚ ਫਤਿਹ ਪਾਈ। ਸਿੱਖ ਚਾਹੇ ਅੰਮ੍ਰਿਤਧਾਰੀ ਹੈ, ਸਿੱਖ ਚਾਹੇ ਅੰਮ੍ਰਿਤਧਾਰੀ ਨਹੀਂ, ਸਿੱਖ ਚਾਹੇ ਕੇਸਾਧਾਰੀ ਹੈ, ਸਿੱਖ ਚਾਹੇ ਕੇਸਾਧਾਰੀ ਨਹੀਂ, ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਚੱਲਦਾ ਹੈ, ਜੇ ਉਹ ਸੁਣ ਸਕਦਾ ਤੇ ਬੋਲ ਸਕਦਾ ਫਿਰ ਉਹਦਾ ਫਤਿਹ ਦਾ ਸਤਿਕਾਰ ਕਰਨਾ ਉਹਦਾ ਫਰਜ਼ ਬਣਦਾ। ਮੇਰਾ ਸਤਿਕਾਰ ਨਹੀਂ, ਫਤਿਹ ਦਾ ਸਤਿਕਾਰ। ਇੱਕ ਜ਼ਰੂਰ ਮੈਂ ਬੇਨਤੀ ਕਰਦੇ ਆ, ਮੇਰੀ ਇੰਡੀਆ ਦੀ ਧਰਤੀ ਦੇ ਕੁਝ ਲੋਕਾਂ ਦੇ ਵਿੱਚ 90% ਮੈਂ ਕਹਾਂਗਾ ਇਹ ਗੱਲ ਐਸਾ ਜੇਨ ਹੈ ਕਿ ਅਸੀਂ ਅਗਲੇ ਦਾ ਇਕਨੋਮਿਕਲ ਦੇ ਕੇ, ਆਰਥਿਕ ਪੱਖ ਦੇ ਕੇ ਸਤਿ ਸ੍ਰੀ ਅਕਾਲ ਕਰਦੇ ਆ, ਫਤਿਹ ਬੁਲਾਉਂਦੇ ਆ। ਜੇ ਹੋਵੇ ਕਰੋੜ ਰੁਪਏ ਦੀ ਗੱਡੀ ਵਾਲਾ, ਉਹਦੀ ਗੱਡੀ ਦੇ ਥੱਲੇ ਲੰਮੇ ਪੈਣ ਨੂੰ ਕਰਦੇ ਆ, ਤੇ ਗਰੀਬ ਮੇਰੇ ਵਰਗਾ ਸਾਈਕਲ ਤੇ ਜਾਂਦਾ ਹੋਵੇ ਨਾ ਮਖੂ ਸਾਹਿਬ, ਉਹਨੂੰ ਕੋਈ ਫਤਿਹ ਨਹੀਂ ਬੁਲਾਉਂਦਾ। ਉਹਦੀ ਫਤਿਹ ਬੁਲਾਈ ਹੋਵੇ ਤਾਂ ਜਵਾਬ ਕੋਈ ਨਹੀਂ ਦਿੰਦਾ। ਆਪਾਂ ਵਿਦੇਸ਼ਾਂ ਵਿੱਚ ਘੁੰਮਦੇ, ਵਿਦੇਸ਼ਾਂ ਵਿੱਚ ਤੁਸੀਂ ਆਣ ਕੇ ਬੈਠੇ ਹੋ, ਕੋਈ 30 ਸਾਲ ਤੋਂ ਬੈਠਾ, ਕੋਈ 40 ਸਾਲ ਤੋਂ ਬੈਠਾ, ਕੋਈ 50 ਸਾਲ ਤੋਂ ਬੈਠਾ। ਇੱਥੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਭਿਖਾਰੀ ਹੈ, ਤੇ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਹੈ, ਇੱਥੇ ਸਭ ਨੂੰ ਬਰਾਬਰ ਬੁਲਾਇਆ ਜਾਂਦਾ ਹੈ ਨਾ। ਤੇ ਫਿਰ ਮੈਂ ਕਹਿੰਦਾ ਗੁਰੂ ਨਾਨਕ ਦਾ ਮਿਸ਼ਨ ਹੈ ਹੀ ਇੱਥੇ। ਗੁਰੂ ਨਾਨਕ ਨੇ ਬਰਾਬਰਤਾ ਦਿੱਤੀ ਸਾਰਿਆਂ ਨੂੰ, ਤੇ ਗੁਰੂ ਨਾਨਕ ਦਾ ਮਿਸ਼ਨ ਹੈ ਹੀ ਇੱਥੇ ਹੈ। ਆਓ ਗੁਰੂ ਕਿਰਪਾ ਕਰੇ ਇਹ ਗੱਲ ਯਾਦ ਰੱਖਣਾ ਅੱਜ ਦੇ ਦੀਵਾਨ ਵਿੱਚ ਇਹ ਗੱਲ ਦਾ ਕਿ ਅਸੀਂ ਫਤਿਹ ਬੰਦੇ ਨੂੰ, ਕਿਸੇ ਮੂਰਤ ਨੂੰ ਨਹੀਂ ਬੁਲਾਉਂਦੇ, ਵਿੱਚ ਵਸਦਾ ਇਨਸਾਨ ਦੇ ਪ੍ਰਮਾਤਮਾ ਅਸੀਂ ਉਹਨੂੰ ਫਤਿਹ ਬੁਲਾਉਂਦੇ ਆ। ਆਓ ਮੈਂ ਤੁਹਾਡੇ ਵਿੱਚ ਰੱਬ ਦੇ ਦਰਸ਼ਨ ਦੀਦਾਰ ਕਰਦਾ ਹੋਇਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸੰਗਤ ਦਾ ਹਿਰਦਾ, ਮੇਰੇ ਗੁਰੂ ਨਾਨਕ ਦਾ ਹਿਰਦਾ, ਖੁਦਾ ਦਾ ਹਿਰਦਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਹਿਰਦਾ। ਆਓ ਸੰਗਤੀ ਗੁਰੂ ਗ੍ਰੰਥ ਸਾਹਿਬ ਨੂੰ ਸੀਚ ਕਾਓ, ਪਿਆਰ ਅਦਬ ਚਾਓ, ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸਾਰੀਆਂ ਸਿੱਖ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਚ ਝੁਕਾ ਕੇ ਸਰਬਤ ਦੇ ਭਲੇ ਵਾਸਤੇ, ਆਪਣੇ ਮਨ ਦੇ ਭਲੇ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਸੀਚ ਝੁਕਾਓ, ਉਚਾਰਨ ਕਰ ਦਿਓ ਸਤਨਾਮ ਸ੍ਰੀ ਵਾਹਿਗੁਰੂ। ਦਾਸ ਨੂੰ ਤਕਰੀਬਨ ਸਮਾਂ ਮਿਲਿਆ 45 ਕੁ ਮਿੰਟ ਦਾ, 20 ਕੁ ਮਿੰਟ ਬੀਤ ਚੁੱਕੇ, 25 ਕੁ ਮਿੰਟ ਬਾਕੀ। ਮੈਂ ਇੱਕੋ ਹੀ ਕਵਿਤਾ ਕਹਿ ਸਕਦਾ ਕਿਉਂਕਿ ਢਾਡੀਆਂ ਵਾਸਤੇ ਸਮਾਂ ਲਗਭਗ 1.5 ਘੰਟੇ ਦਾ ਹੋਵੇ ਤੇ ਢਾਡੀ ਗਰਮ ਹੋ ਜਾਂਦਾ, ਲੈਣ ਪੜ ਲੈਣਾ, ਕੋਈ ਇਤਿਹਾਸ ਦਾ ਪੱਤਰਾ ਕਹਿ ਜਾਂਦਾ। ਹੁਣ ਮਿੰਟ ਮੈਨੂੰ ਮਿਲੇ ਆ 45, ਸਰੰਗੀ ਦੀ ਲੀਡ ਲਾਉਂਦਿਆਂ ਕਰਦਿਆਂ ਮੈਕ ਸਿੱਧੇ ਕਰਦਿਆਂ 5-7 ਮਿੰਟ ਨਿਕਲ ਗਏ, ਬਾਕੀ ਮੇਰੇ ਕੋਲ ਬਚ ਗਿਆ 40 ਚ। ਹੁਣ ਮੈਂ ਨਾ ਤੱਤਾ ਹੋਣਾ ਤੇ ਨਾ ਮੈਂ ਠੰਡਾ ਹੋਣਾ, ਕੋਸਾ ਜਿਹਾ ਹੋ ਕੇ ਹਟ ਜਾਣਾ। ਇੱਕ ਵਾਰ ਸਾਰੇ ਉਚਾਰਨ ਕਰ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇੱਕੋ ਹੀ ਕਵਿਤਾ ਕਹਿ ਕੇ ਮੈਂ ਤੁਹਾਡੇ ਤੋਂ ਖਿਮਾ ਮੰਗਣੀ ਹੈ। ਮਖੂ ਸਾਹਿਬ ਨੇ ਇਤਿਹਾਸ ਆਰੰਭ ਕੀਤਾ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਜਾਂ ਦੇ ਸੀਸ ਮੰਗੇ। ਸੀਸ ਉਹਨਾਂ ਦੀ ਗੱਲ ਇੱਥੇ ਖੜੀ ਕਿ ਇੱਥੋਂ ਕੱਲ ਉਹਨਾਂ ਨੇ ਆਰੰਭ ਕਰਨੀ ਹੈ। ਮੈਂ ਉਹਨਾਂ ਦੀ ਚੱਲ ਰਹੀ ਵਿਚਾਰ ਦੇ ਵਿੱਚ ਨਾ ਰੁਕਾਂ। ਮੈਂ 550 ਸਾਲਾ ਸ਼ਤਾਬਦੀ ਆਪਾਂ ਮਨਾਉਣੀ ਹੈ, ਜਿਹੜਾ ਮੇਰੇ ਬਾਬੇ ਨਾਨਕ ਨੇ ਮਿਸ਼ਨ ਦਿੱਤਾ। ਉਹਦੇ ਵਿੱਚੋਂ 3 ਸਿਧਾਂਤ ਮੈਂ ਤੁਹਾਡੀ ਝੋਲੀ 'ਚ ਪਾ ਕੇ ਮੈਂ ਤੁਹਾਡੇ ਤੋਂ ਆਗਿਆ ਮੰਗਣੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦਾ ਇੱਕ ਵੀ ਪੱਤਰਾ ਮੈਂ ਇਹਨੇ ਸਮੇਂ ਵਿੱਚ ਨਹੀਂ ਕਹਿ ਸਕਦਾ, ਪਰ 3 ਸਿਧਾਂਤ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ। ਕਈ ਗੁਰਮੁਖ ਪਿਆਰੇ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਸਿੱਖ ਨੂੰ ਦਿੱਤਾ। ਨਹੀਂ ਸਿੱਖਾ, ਇਸ ਮੂਲ ਮੰਤਰ ਤੋਂ ਪਹਿਲਾਂ ਤੈਨੂੰ 3 ਸਿਧਾਂਤ ਦਿੱਤੇ। ਅੱਜ ਦਾ ਸਿੱਖ ਉਹਨਾਂ 3 ਸਿਧਾਂਤਾਂ ਤੋਂ ਮਖੂ ਸਾਹਿਬ ਵੀ ਉਹ ਵਿਚਾਰ ਕਰਦੇ ਗਏ ਕਿ ਗਿਰਦਾ ਜਾ ਰਿਹਾ, ਡਿੱਗਦਾ ਜਾ ਰਿਹਾ। ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਿਧਾਂਤ ਸੀ, ਸਿੱਖਾ ਤੇਰਾ ਕੰਮ ਹੀ ਪੂਜਾ ਹੈ, ਤੇਰਾ ਕੰਮ ਪਵਿੱਤਰ ਹੋਣਾ ਚਾਹੀਦਾ। परमात्मा कोई शरीर नहीं, परमात्मा एक क्वालिटी है, परमात्मा एक
ਉਹ ਸ਼ਕਤੀ ਹੈ, ਇੱਕ ਕੁਆਲਿਟੀ ਹੈ ਕਿ ਤੇਰੇ ਕੰਮਾਂ 'ਚ ਉਹਦੀ ਝਲਕ ਪਵੇ। ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸਿੱਖਾ ਤੂੰ ਕਿਰਤੀ ਹੋਣਾ ਚਾਹੀਦਾ। ਜੇ ਨੌਕਰੀ ਕਰਦਾ ਤਨਖਾਹ ਤੇ ਗੁਜ਼ਾਰਾ ਕਰੀ, ਰਿਸ਼ਵਤ ਨਾ ਲਈ, ਠੱਗੀ ਨਾ ਮਾਰੀ, ਬੇਈਮਾਨੀ ਨਾ ਕਰੀ, ਤਨਖਾਹ 'ਚੋਂ ਦਸਵੰਧ ਲੈ ਕੇ ਆਜੀ ਬਰਕਤ ਮੈਂ ਪਾ ਦਾਂਗਾ। ਤੇਰਾ ਕੰਮ ਪਵਿੱਤਰ ਹੋਣਾ ਚਾਹੀਦਾ, ਤੇਰੇ ਕੰਮ ਵਿੱਚ ਰੱਬ ਹੋਣਾ ਚਾਹੀਦਾ। ਬੋਲੇ ਸੋ ਨਿਹਾਲ। ਜੇ ਤੂੰ ਕਿਸਾਨੀ ਕਰਦਾ, ਖੇਤੀ ਕਰਦਾ, 10 ਕਿੱਲਿਆਂ ਦਾ 20 ਕਿੱਲਿਆਂ ਦਾ ਤੂੰ ਮਾਲਕ ਹੈ, ਗੁਆਂਢੀ ਦਾ ਬੰਨਾ ਨਾ ਵੱਡੀ, ਚੰਗੀ ਫਸਲ ਉਗਾਈ, ਚੰਗੇ ਕੰਮ ਕਰੀ, ਬਰਕਤ ਮੈਂ ਪਾ ਦਾਂਗਾ। ਪਰ ਮਾਫ ਕਰਨਾ, ਮੈਂ ਦਿਲ ਤੇ ਪੱਥਰ ਰੱਖ ਕੇ ਕਹਿਣਾ, ਜਿੱਦਾਂ ਮਖੂ ਸਾਹਿਬ ਨੇ ਗੱਲ ਕੀਤੀ, ਸਾਨੂੰ ਪੰਜਾਬ ਦੀ ਗਲੀ ਗਲੀ ਕੀ ਪੂਰੀ ਇੰਡੀਆ ਦੀ ਗਲੀ ਗਲੀ ਸਾਡੇ ਨਕਸ਼ੇ 'ਚ, ਸਾਡੇ ਜੇਨ 'ਚ ਬਣੀ ਹੈ। ਕਿਉਂਕਿ ਸਾਰਾ ਦਿਨ ਸੜਕਾਂ ਤੇ ਰਹੀਦਾ, ਹਫ਼ਤੇ 'ਚ 2 ਦਿਨ 4 ਦਿਨ ਕਿਤੇ ਘਰੇ ਰਾਤ ਸੌਣ ਚਲੇ ਜਾਈਦਾ, ਕਈ ਵਾਰ ਤਾਂ ਬਾਹਰ ਹੀ ਕਈ ਰਾਤਾਂ ਲੰਘ ਜਾਂਦੀਆਂ। ਕਈ ਵਾਰ ਮੈਂ ਕੀ ਦੇਖਦਾ, ਅੱਜ ਦੇ ਧਰਮੀ ਲੋਕ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਆ, ਗਵਾਂਢੀ ਦਾ ਬੰਨਾ ਤੇ ਨਹੀਂ ਵੱਢ ਹੁੰਦਾ, ਪਰ ਕਈਆਂ ਨੇ ਲਾਗੋ 10-10 ਫੁੱਟ ਸੜਕ ਜ਼ਰੂਰ ਵੱਢੀ ਹੁੰਦੀ ਹੈ। ਮੈਨੂੰ ਯਾਦ ਹੈ ਮਖੂ ਸਾਹਿਬ, ਮੈਂ ਇੱਕ ਵਾਰ ਹੈ ਨਾ ਹੁਸ਼ਿਆਰਪੁਰ ਦੀਵਾਨ ਕਰਨ ਵਾਸਤੇ ਗਿਆ, ਗੜਦੀਵਾਲ ਦੇ ਨਜ਼ਦੀਕ। ਮੇਰੇ ਮੋਹਰੇ ਬੱਚਿਆਂ ਦੇ ਸਕੂਲ ਦੀ ਬੱਸ ਜਾਵੇ ਤੇ ਬੱਚਿਆਂ ਦੇ ਸਕੂਲ ਦੀ ਬੱਸ ਦੇ ਮੋਹਰੇ ਟਰੱਕ ਆ ਗਿਆ, ਸਾਈਡ ਤੇ ਲੱਗਾ, ਬੱਸ ਵਿੱਚ ਡਿੱਗ ਪਈ। ਸੜਕ ਹੀ ਹੈ ਨਹੀਂ ਸੀ, ਕੱਚਾ ਬੰਨਾ ਹੀ ਹੈ ਨਹੀਂ, ਵੱਢ ਕੇ ਇੱਟਾਂ ਕੱਢੀਆਂ ਪਈਆਂ ਥੱਲੇ। ਤੇ ਮੈਂ ਵੀ ਉਤਰ ਗੱਡੀ ਭੱਜ ਕੇ ਦੋ ਬੱਚੇ ਬਾਹਰ ਕੱਢੇ, ਕਿ ਬੱਚੇ ਦੇ ਸੱਟ ਪਿੜਨ ਲੱਗਾ, ਮਾਸੂਮ ਹੈ, ਕਈਆਂ ਦੇ ਘਰਾਂ ਦੇ ਚਲਾ ਗਿਆ। ਮੈਂ ਮੁੰਡਿਆਂ ਨੇ ਕਿਹਾ ਬਾਹਰ ਨਿਕਲੋ। ਔਰ ਮੈਂ ਪੁੱਛਿਆ, ਸਿੰਘ ਸਾਰੇ ਵਾਕਫ ਸੀ ਇੱਥੋਂ ਦੇ, ਮੈਂ ਕਿਹਾ ਯਾਰ ਕਿਹੜਾ ਪਰਿਵਾਰ ਇਹੋ ਜਿਹਾ ਭਲਾ ਮਾਨਸਿਆ ਜਿਨ੍ਹਾਂ ਇੰਨੀ ਸੜਕ ਵੱਢਤੀ, ਇੱਟਾਂ ਹੀ ਕੱਢੀਆਂ ਪਈਆਂ ਥੱਲੇ। ਕਹਿੰਦੇ ਕਿਉਂ ਨਹੀਂ ਜੀ, ਵੱਢ ਖਾਣਿਆਂ ਦਾ ਟੱਬਰ ਹੈ, ਉਹਨਾਂ ਸੜਕ ਵੱਢੀ ਆ। ਮੈਂ ਕਿਹਾ ਫਿਰ ਸੜਕ ਜਾਇਜ਼ ਹੀ ਵੱਢੀ, ਜਿਹਨਾਂ ਨਾ ਹੀ ਪਿੰਡ ਵਾਲਿਆਂ ਨੇ ਵੱਢ ਖਾਣੇ ਪਾਇਆ ਹੋਇਆ। ਸੋ ਮੇਰੇ ਕਹਿਣ ਤੋਂ ਬਾਅਦ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤੇਰਾ ਕੰਮ ਪਵਿੱਤਰ ਹੋਣਾ ਚਾਹੀਦਾ, ਤੇਰਾ ਕੰਮ ਹੀ ਪੂਜਾ, ਤੇਰੇ ਕੰਮ ਦੇ ਵਿੱਚ ਪਰਮਾਤਮਾ ਦੀ ਕੁਆਲਿਟੀ ਹੋਣੀ ਚਾਹੀਦੀ ਆ। ਪਰ ਮੈਂ ਕਈ ਵਾਰ ਸਟੇਜਾਂ ਦੇ ਉੱਤੇ ਜਾ ਕੇ ਇਹ ਗੱਲਾਂ ਕਰਦਾ, ਮਖੂ ਸਾਹਿਬ ਇੱਥੋਂ ਕਈ ਮੇਰੇ ਵੀਰ ਜਾਣਗੇ, ਮੇਰੇ ਇੰਡੀਆ ਦੇ ਲੋਕ, ਮੇਰੇ ਪੰਜਾਬ ਦੇ ਕਈ ਸੱਜਣ ਪਿੰਡ ਦੇ ਵਿੱਚ ਕੀ ਕਰਨਗੇ, ਕੋਠੀ ਕਰੋੜ ਰੁਪਈਆ ਲਾ ਕੇ ਪਾਉਣਗੇ। ਜਿੱਥੇ ਤੱਕ ਗੁਰਦਿਆਲ ਸਿੰਘ ਗੌਰ ਕਰਨਾ, ਕੋਠੀ ਕਰੋੜ ਰੁਪਈਆ, 2 ਕਰੋੜ ਰੁਪਈਆ ਕਿਸੇ ਨੇ ਕੋਠੀ ਤੇ ਲਾਇਆ ਹੁੰਦਾ, ਤੇ ਕੋਠੀ ਦਾ ਰੈਂਪ ਭੈਣੋ ਸੜਕ ਦੇ ਵਿੱਚ ਬਣਾਇਆ ਹੁੰਦਾ ਬਾਜ਼ਾਰ 'ਚ, ਉੱਤੇ ਫਿਰ ਲਾਲ ਰੰਗ ਦਾ ਪੱਥਰ ਲਾਇਆ ਹੁੰਦਾ। ਫਿਰ ਡਰ ਹੁੰਦਾ ਕੋਈ ਰਾਹ ਨਾ ਕਿਤਾ ਗੱਡੀ ਚੜਾ ਕੇ, ਟਰੱਕ ਚੜਾ ਕੇ ਸਾਡਾ ਪੱਥਰ ਹੀ ਨਾ ਤੋੜ ਜਾਏ। ਫਿਰ ਪਤਾ ਕੀ ਕਰਨਗੇ, 4 ਫੁੱਟ ਦਾ ਉੱਤੇ ਗਾਡਰ ਲਾਉਣਗੇ, ਗਾਡਰ ਵੀ ਸਾਡਾ ਕੋਈ ਪੱਥਰ ਨਾ ਭੰਨ ਜਾਏ, ਗਾਡਰ 'ਚ ਵੜ ਕੇ ਅਗਲੇ ਦਾ ਭਾਵੇਂ ਢਿੱਡ ਪੜ ਜਾਏ। ਫਿਰ ਬਹਿ ਪਿਆ ਹੁੰਦਾ ਵੀ ਗਾਡਰ 'ਚ ਕੋਈ ਮਾਰ ਕੇ ਗਾਡਰੀਆਂ ਵਿੰਗਾ ਕਰਦੇ। ਫਿਰ 80 ਕਿਲੋ ਦਾ, 2 ਕੁਆਂਟਲ ਦਾ, 4 ਕੁਆਂਟਲ ਦਾ ਮੋਹਰੇ ਪੱਥਰ ਰੱਖ ਦੇਣਗੇ ਵੀ ਪਹਿਲਾਂ ਪੱਥਰ 'ਚ ਵੱਜੇ, ਫਿਰ ਗਾਡਰ 'ਚ ਵੱਜੇ, ਤੇ ਰਹਿ ਅਗਲੇ ਦਾ ਕੱਖ ਨਾ, ਸਾਡਾ ਪੱਥਰ ਵੱਜਿਆ। ਤੇ ਗੇਟ ਤੇ ਨਾਂ ਪਤਾ ਕੀ ਲਿਖਿਆ ਹੁੰਦਾ, ਧਰਮ ਸਿੰਘ। ਮੈਂ ਕਿਹਾ ਧਰਮ ਸਿੰਘ ਵਾਲੇ ਕੰਮ ਕੀਤੇ, ਲੋਕਾਂ ਦੇ ਢਿੱਡ ਪਾੜੀ ਜਾਂ ਨਾ ਗੇਟ ਤੇ ਨਾਂ ਧਰਮ ਸਿੰਘ ਲਿਖਿਆ ਹੋਇਆ। ਸੋ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤੇਰਾ ਕੰਮ ਹੀ ਪੂਜਾ, ਤੇਰਾ ਕੰਮ ਪਵਿੱਤਰ ਹੋਣਾ ਚਾਹੀਦਾ, ਕੰਮ ਵਿੱਚ ਧੋਖਾ ਨਹੀਂ ਹੋਣਾ ਚਾਹੀਦਾ। ਮੈਨੂੰ ਕੈਨੇਡਾ ਤੋਂ ਇੱਕ ਸਿੰਘ ਨੇ ਲੇਖ ਭੇਜਿਆ ਸੀ, ਗੌਰ ਕਰਿਓ ਸੱਜਣੋ। ਗੱਲ ਗੁਰੂ ਨਾਨਕ ਦੀ ਆਪਾਂ ਸ਼ਤਾਬਦੀ ਮਨਾਉਣੀ, ਸਾਡੇ 19 ਦੇ ਜ਼ਿਲ੍ਹੇ ਦੀਵਾਨ ਅਸੀਂ ਬਾਬੇ ਨਾਨਕ ਦੀ ਸ਼ਤਾਬਦੀ ਨੂੰ ਸਮਰਪਿਤ ਕਰਨੇ ਆ। ਉਹ ਸਿੰਘ ਨੇ ਬੜਾ ਲੇਖ ਪਿਆਰਾ ਭੇਜਿਆ, ਮੇਰੀ ਰਿਕਾਰਡਿੰਗ ਹੁੰਦੀ ਹੈ, ਸ਼ਾਇਦ ਉਹ ਸਿੰਘ ਸੁਣਦਾ ਵੀ ਹੋਗਾ ਮੇਰੀ ਗੱਲ ਨੂੰ। ਉਹ ਕਹਿੰਦਾ ਸਾਡੇ ਘਰ ਦੇ ਵਿੱਚ ਇੱਕ ਅੰਗਰੇਜ਼ ਇਲੈਕਟ੍ਰੀਸ਼ੀਅਨ ਆਇਆ। ਜਦੋਂ ਅੰਗਰੇਜ਼ ਇਲੈਕਟ੍ਰੀਸ਼ੀਅਨ ਕੰਮ ਕਰ ਰਿਹਾ ਸੀ, ਕੰਮ ਕਰਕੇ ਹਟਿਆ, ਕਹਿੰਦਾ ਮੈਂ ਉਹਨੂੰ ਪੁੱਛਿਆ ਕਿੰਨਾ ਸਮਾਨ ਪਾਇਆ। ਜਿਸ ਕੰਪਨੀ ਨੇ ਅੰਗਰੇਜ਼ ਨੂੰ ਭੇਜਿਆ ਸੀ ਉਹ ਕੰਪਨੀ ਦਾ ਨਾਂ ਲੈ ਕੇ ਕਹਿੰਦਾ ਕਿ ਜਿੰਨਾ ਮੈਂ ਸਮਾਨ ਪਾਇਆ ਮੈਂ ਕੰਪਨੀ ਨੂੰ ਦੱਸ ਦਿਆਂਗਾ, ਤੇ ਕੰਪਨੀ ਬਿੱਲ ਵਿੱਚ ਲੈ ਕੇ ਤੁਹਾਨੂੰ ਭੇਜ ਦੇਗੀ, ਮੈਂ ਤੁਹਾਡੇ ਨਾਲ ਸਾਂਝਾ ਕੁਝ ਨਹੀਂ ਕਰ ਸਕਦਾ। ਫਿਰ ਕਹਿੰਦਾ ਮੈਂ ਉਹਨੂੰ ਪੁੱਛਿਆ ਤੇਰੀ ਮਿਹਨਤ ਕਿੰਨੀ ਬਣੀ। ਉਹ ਕਹਿੰਦਾ ਕਿੰਨੇ ਘੰਟੇ ਮੈਂ ਕੰਮ ਕੀਤਾ, ਮੈਂ ਕੰਪਨੀ ਨੂੰ ਦੱਸ ਦਿਆਂਗਾ, ਮੇਰੀ ਕਿੰਨੀ ਮਿਹਨਤ ਬਣਦੀ ਹੈ ਉਹ ਕੰਪਨੀ ਤੁਹਾਨੂੰ ਬਿੱਲ 'ਚ ਪਾ ਕੇ ਭੇਜ ਦੇਗੀ, ਤੁਹਾਨੂੰ ਪਤਾ ਲੱਗ ਜਾਏਗਾ। ਤੇ ਸਾਡੇ ਹੁਣ ਪੰਜਾਬੀਆਂ ਦਾ ਇੱਕ ਸੁਭਾਅ, ਕੋਈ ਮਿਲਣ ਵਾਲਾ ਆ ਜਾਏ, ਕੰਮ ਤੇ ਆ ਜਾਏ, ਜੇ ਆਪਾਂ ਕੰਮ ਤੇ ਜਾਈਏ ਅਗਲੇ ਦੀਆਂ 4 ਪੀੜ੍ਹੀਆਂ ਫੋਲ ਦੇਈਦੀਆਂ। ਹੌਲੀ ਹੌਲੀ ਪੰਜਾਬੀ ਨੇ ਪਾਇਆ ਘੇਰਾ, ਕਹਿੰਦਾ ਗੱਲ ਸੁਣ ਆਪਣਾ ਪਰਸਨਲ ਨੰਬਰ ਹੀ ਦੇ ਜਾ। ਕਹਿੰਦਾ ਮੈਂ ਕੰਪਨੀ ਨੂੰ ਜੋ ਫੋਨ ਕਰਦਾ ਮੈਂ ਤੈਨੂੰ ਸਿੱਧਾ ਹੀ ਫੋਨ ਕਰਾਂਗਾ, ਤੇ ਤੈਨੂੰ ਵੀ ਪੈਸੇ ਬਚ ਜਾਣਗੇ, ਮੈਨੂੰ ਵੀ ਬਚਿਆ ਕਰਨਗੇ, ਤੈਨੂੰ ਜ਼ਿਆਦਾ ਪੈਸੇ ਦਿਆ ਕਰਾਂਗੇ, ਜਿੰਨਾ ਕੰਪਨੀ ਨੂੰ ਵੱਧ ਬਚਿਆ ਕਰਨਗੇ, ਤੈਨੂੰ ਵੀ ਬਚਣਗੇ, ਮੈਨੂੰ ਵੀ ਬਚਣਗੇ, ਮੈਂ ਸਿੱਧਾ ਫੋਨ ਤੈਨੂੰ ਹੀ ਕਰ ਦਿਆਂਗਾ। ਉਸ ਅੰਗਰੇਜ਼ ਨੇ ਪਤਾ ਕੀ ਆਖਿਆ, ਦਿਲ ਦੀ ਡਾਇਰੀ ਤੇ ਅੱਜ ਨੋਟ ਕਰਕੇ ਜਾਇਓ ਕਿ ਪਰਵਾਨਾ ਗੱਲ ਕਹਿ ਗਿਆ ਸੀ। ਉਹ ਅੰਗਰੇਜ਼ ਪਤਾ ਕੀ ਕਹਿੰਦਾ ਜਿਸ ਕੰਪਨੀ ਨੇ ਮੈਨੂੰ ਕੰਮ ਦਿੱਤਾ, ਜਿਸ ਕੰਪਨੀ ਨੇ ਮੈਨੂੰ ਰੋਜੀ ਦਿੱਤੀ,
जिस कंपनी ने मैं कितना दिता कारोबार दिता, मैं कहना मर तो सकता है पर उस कंपनी ने धोखा नहीं कर सकता। तवज्जो दिओ। तो मैनू याद रखना, साडे इत्थे धर्म का चोला पा के कईयां ने गोलकां गुरु नानक दे घर दियां बेच दित्तियां। खुद सतनाम श्री वाहिगुरू, ना धर्म सौंसी ना ज्ञान सौंसी। वो कहना मैं मर तो सकदा पर मैं उस कंपनी नाल धोखा नहीं कर सकता। तो बड़ा लंबा चौखा लिटरेचर जिन्होंने साडे नानक दे नां दा लिबास पा के साडे गुरु घर बेच दिते। की नुकसान किया कौम का? साडे 15 दे विच अकाल तख्त दा जथेदार बेईमान साडा हो गया। की कुछ होया तुहाडीआं अखां दे सामने होया। खैर ये गुरु नानक दा मिशन है। मेरे गुरु नानक ने आख्या तेरा काम ही पूजा। उस पंजाबी ने आख्या अंग्रेज नूं कि तू इन्ना दृढ़ है, तू चर्च जाना? मखू साहब उन्हें सवाल किया कि तू चर्च जाना? वो कहना मैं चर्च नहीं जाता, मैं नास्तिक हाँ। पर कहना सज्जना मैं बेईमान नहीं। तो जो उस अंग्रेज ने आख्या कहना मैं भैणो गौर करो, कहना मैं चर्च नहीं जाता, मैं नास्तिक हाँ पर बेईमान नहीं। नास्तिक होना खतरनाक नहीं है, धर्मी होके बेईमान होना बहुत बड़ा खतरनाक है। गुरु कृपा कर मैं लाके गल्लां करा, लंबा ना लेक्चर चले जाए। गुरु नानक पातशाह ने आख्या तेरा काम ही पूजा, तेरा काम पवित्र होना चाहिए। तेरे काम दे विचों कई बंदे बड़े धर्मी होंदे, काम बड़ा चंगा कहते फलाना बंदा ते बड़ा चंगा। यार उहदे काम दे विचों रब दिसदा है, उहदा काम देख के रब दी याद आउंदी है। तुहाडा काम इन्ना पवित्र होना चाहिए, लोग तुहाडे विचों रब देखण, तुहाडा इन्ना काम पवित्र होवे। ते लागे गल्लां करा मखू साहब, तुसीं भी मेरे ख्याल वीडियो देखी होनी है, काम दी गल चलदी है ना। अब पंजाब पुलिस का KSI वर्दी पाई, गातरा पाया, जेल च ड्यूटी करता है। एक शहर के नाले दे नाल 9 यरदे दियां पुड़ियां बन के अंदर ले जांदा। आखो सतनाम श्री भाई। आ वीडियो होनी इत्थे मुंडियां दे कोल हजे मोबाइल। इहो जिहा काम कर लई अमृत छकिया। मैं कहना सरकार उन्होंने कोई सजा देवे चाहता है। साडे सिस्टम चाहिए इस बंदे ते गोली मार दो। इन्हें दुनियावी सरकार दे नाल धोखा नहीं किया, इन्हें सच्ची सरकार नूं बदनाम किया, इन्हें अमृत नूं बदनाम किया, इन्हें खंडे की पौर नूं बदनाम किया। इहो जिहे बंदियां दे गोली मार देनी चाहिए। ये गुरु नानक दा मिशन नहीं। गुरु नानक दा मिशन तेरा काम ही पूजा, तेरे काम विच रब होना चाहिए। तेरे काम दे विच रब दी सोच हो। तेरे काम दे नाल किसी दा दिल नहीं दुखना चाहिए कि तू काम करे ते गवांढी दा दिल दुखे। तेरा काम इन्ना पवित्र होना चाहिए, तेरा काम वेख के गवांढी दे मन दे विच इन्नी खुशी आ जाए, तेरा काम देख के वो हस पे, वो हस पे। खैर मैं लाके गल्लां करां। ये गुरु नानक पातशाह महाराज ने पहला सिद्धांत दिता काम ही पूजा, ते दूजा सिद्धांत दिता मेरे गुरु नानक पातशाह ने वंड के छकना। दूजा सिद्धांत सी वंड के छकना। हुण असीं वंड के की छकदे आ? आ गुरु घर ते लंगर तैयार कर लिया, ये वंड के छक लिया। असी गुरु नानक दा वंड के छकना बड़ा लंबा ते चौड़ा सी। जथेदार जी असी हुण दाल दे बाल्टे ते टोकरा प्रसादे ते खत्म कर दिता। मेरे बाबे नानक दा भी वंड के छकना सिक्का तेरे को 10 रुपये हैगे आ, किसी गरीब दा बच्चा बीमार पिया उन्होंने मेडिसिन ले दे, डॉक्टर इलाज करवा दे। ये भी मेरे बाबे नानक दा वंड के छकना सिक्खा। गरीब दा बच्चा कोई नंगा फिरदा है, उन्होंने सियाल दे महीने कोई वर्दी लै दे, यूनीफॉर्म लै दे। गरीब का बच्चा स्कूल पढ़ना चाहता है, उन्होंने किताबां लै दे, ट्यूशन फीस दे दे। ये भी मेरे बाबे नानक का वंड के छकना है। भैणों मैं तुहाडे चरणों च अरदास कर लगा, गौर करियो। मैं ये नहीं कहता कि गुरु ग्रंथ ਸਾਹਿਬ महाराज नूं रुमाले पेंट ना करो, वधिया टॉप ते वधिया करो, सोहणे करो। पर एक बेनती करनी भैणों मैं तुहाडे चरणों च गौर करियो। तुसीं जदों किते पंजाब जांदी हो ना, सियाल जाओ गर्मी जाओ किते जाओ, किसी गरीब नूं सियाल दे महीने गर्म भूरा लै दिओ, गुरु ग्रंथ ਸਾਹਿਬ रुमाला पहुंच जाना। ये भी मेरे बाबे नानक दा वंड के छकना। आखो सतनाम श्री वाहिगुरू। मेरे गुरु नानक पातशाह ने आख्या तो वंड के छकना बड़ा लम्मा ते चौड़ा सी, पर असी अज दाल दी बाल्टी ते उन्हें खत्म कर दिता। मैं एक होर भी बेनती कर दिया, गल अमृत दी चलदी पई है नाल नाल मेरे बाबे नानक दे वंड के छकन दी गल भी याद आ। मैं मुक्तसर दे लागे मैं एक दीवान देने वास्ते गया। उत्थे जदों रात मैं बाबे नानक दे प्रकाश दिहाड़े ते समर्पित बो रहा सी ते मैनूं प्रबंधक जन कहते ज्ञानी जी आजो प्रसादा छके। मैं कहा मैं पंगत च बैठ के प्रसादा छकना जिथे दूजे छकदे आ। जदों प्रसादा छक के मैं पंगत चों बाहर आया ते एक बीबी उत्थे जो पंजाब दा साडा सिस्टम है उहदे हाथ च 2-2.5 लीटर दा डोलू फड़े ते प्रधान नाल लड़न लगी जावे।
ਉਧਰੋਂ ਮੈਂ ਤੁਰਿਆ ਆਉਂਦਾ ਸੀ, ਕਹਿੰਦੀ ਗਿਆਨੀ ਆ ਜਾ ਤੂੰ ਹੀ 2 ਘੰਟੇ ਸੰਗ ਪਾੜ ਦੇਣਾ ਸਟੇਜ ਦੇ ਉੱਤੇ, ਤੇਰੇ ਨਾਲ ਹੁਣ ਤੂੰ ਗੱਲਾਂ ਕਰਨੀਆਂ। ਮੈਂ ਕਿਹਾ ਹਾਂ ਮੇਰੀ ਭੈਣੇ ਦੱਸ ਕੀ ਗੱਲ ਹੋਈ। ਕਹਿੰਦੀ ਗਿਆਨੀ ਜੀ ਤੁਸੀਂ ਕਹਿੰਦੇ ਸੀ ਵੰਡ ਕੇ ਛਕਣਾ, ਗਰਾਈ ਤਾਂ ਸਾਰੇ ਪਿੰਡ ਨੇ ਦਿੱਤੀ ਹੈ, ਆ ਪ੍ਰਧਾਨ ਕੱਲੇ ਦਾਲ ਦੇ ਦੇਗੇ ਤੇ ਕਬਜ਼ਾ ਕਰਕੇ ਬੈਠਾ, ਕਿਸੇ ਨੂੰ ਦਾਲ ਨਹੀਂ ਦਿੰਦਾ। ਮੈਂ ਕਿਹਾ ਮੇਰੀ ਭੈਣੇ ਗੱਲ ਦੱਸ ਕੀ ਆ, ਪ੍ਰਸ਼ਾਦਾ ਤੂੰ ਦਾਲ ਲਿਜਾਣੀ ਕਿਹਦੇ ਵਾਸਤੇ ਹੈ? ਕਹਿੰਦੇ ਮੇਰੇ ਬੱਚਿਆਂ ਦੇ ਪਾਪੇ ਨੇ ਲੇਟ ਆਉਣਾ, 8-9 ਵਜੇ ਉਹਨੇ ਕੰਮ ਤੋਂ ਆਉਣਾ, ਉਹਨੇ ਪ੍ਰਸ਼ਾਦਾ ਛਕਣਾ। ਤੇ ਮੈਂ ਕਿਹਾ ਭੈਣੇ 8 ਤੇ ਵੱਜ ਹੀ ਗਏ, 8:30 ਤੋਂ ਚੱਲਿਆ, ਤੂੰ ਵੀਰ ਨੂੰ ਪ੍ਰਵਾਦ ਮਾਰ, ਇੱਥੇ ਨਾਲੇ ਗੁਰਦੁਆਰੇ ਦੇ ਕੀਰਤਨ ਸੁਣੇ, ਨਾਲੇ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੇ। ਤੇ ਜੇ ਪੰਗਤ 'ਚੋਂ ਕਿਸੇ ਨੂੰ ਕੋਈ ਠਾਲੇ ਕਮੇਟੀ ਵਾਲਾ, ਅਸੀਂ ਉਹਦੇ ਖਿਲਾਫ ਬੋਲ ਸਕਦੇ, ਸਾਨੂੰ ਅਧਿਕਾਰ ਆ, ਅਸੀਂ ਬੋਲਾਂਗੇ, ਜਿੱਥੋਂ ਤੱਕ ਹੋ ਸਕੇ ਅਸੀਂ ਜ਼ੋਰ ਲਾਵਾਂਗੇ। ਪਰ ਭੈਣੇ ਮੈਂ ਇਹੋ ਜਿਹਾ ਤਾਂ ਸਾਡੀ ਕਿਤਾਬ 'ਚ ਲਿਖਿਆ ਕੋਈ ਨਹੀਂ ਕਿ ਕਿਸੇ ਦੀ ਮੈਂ ਸਿਫਾਰਿਸ਼ ਕਰਦੇ ਆ ਵੀ ਇਸ ਬੀਬੀ ਨੂੰ ਦਾਲ ਦਾ ਡੋਲੂ ਦੇ ਦਿਓ ਤੇ ਦੂਜੇ ਨੂੰ ਨਾ ਦਿਓ। ਮੈਂ ਕਿਹਾ ਇਹੋ ਜਿਹਾ ਭੈਣੇ ਮੈਂ ਕੋਈ ਸਿਫਾਰਿਸ਼ ਨਹੀਂ ਕਰ ਸਕਦਾ। ਮੈਂ ਕਿਹਾ ਵੀਰ ਨੂੰ ਆਵਾਜ਼ ਮਾਰੋ ਗੁਰਦੁਆਰੇ ਆ ਜਾ। ਕਹਿੰਦੀ ਨਹੀਂ ਗਿਆਨੀ ਜੀ ਉਹਨੇ ਗੁਰਦੁਆਰੇ ਨਹੀਂ ਆਉਣਾ। ਮੈਂ ਕਿਹਾ ਕੋਈ ਕਮੇਟੀ ਨਾਲ ਝਗੜਾ ਹੋਇਆ? ਕਹਿੰਦੀ ਨਹੀਂ ਝਗੜਾ ਤਾਂ ਕੋਈ ਨਹੀਂ ਹੋਇਆ। ਮੈਂ ਕਿਹਾ ਘਰ ਦੂਰ ਪੈਂਦਾ, ਪ੍ਰਧਾਨ ਜਲਦੀ ਨਾਲ ਪੁੱਲ ਪਾ, ਨਹੀਂ ਗਿਆਨੀ ਜੀ ਪਿਛਲੀ ਗਲੀ 'ਚ ਘਰ ਆ ਇਹਨਾਂ ਦਾ, ਇੱਥੇ ਨਾਲ ਹੀ ਆ। ਮੈਂ ਕਿਹਾ ਭੈਣੇ ਉਹਨੂੰ ਲਿਆ ਗੁਰਦੁਆਰੇ, ਕਾਰਨ ਦੱਸ। ਹੌਲੀ ਦਿਨ ਨਾ ਪਤਾ ਕੀ ਕਹਿੰਦੀ, ਨਹੀਂ ਗਿਆਨੀ ਜੀ ਉਹਨੇ ਗੁਰਦੁਆਰੇ ਨਹੀਂ ਆਉਣਾ। ਮੈਂ ਕੀ ਗੱਲ ਭੈਣੇ ਸੱਚ ਦੱਸ ਕੀ ਗੱਲ ਹੈ, ਤੂੰ ਇੰਨੀ ਜਿੱਦ ਕਿਉਂ ਕਰਦੀ ਹੈ ਕਿ ਪ੍ਰਸ਼ਾਦਾ ਘਰੇ ਲਿਜਾਉਣਾ? ਕਹਿੰਦੀ ਨਹੀਂ ਗਿਆਨੀ ਜੀ ਰਾਤ ਨੂੰ ਥੱਕਿਆ ਟੁੱਟਿਆ ਆਉਂਦਾ ਹੈ, ਉਹਨੇ 2 ਗਲਾਸੀਆਂ ਲਾਉਣੀਆਂ ਹੁੰਦੀਆਂ, ਇਸ ਲਈ ਪ੍ਰਸ਼ਾਦਾ ਮੈਂ ਘਰੇ ਲੈ ਜਾਂਦੀ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੀਣੀਆਂ 2 ਗਲਾਸੀਆਂ ਤੇ ਦਾਲ ਗੁਰੂ ਘਰ ਦੀ ਲੜ ਕੇ ਲਿਜਾਣੀ, ਇਹੋ ਜਿਹਾ ਵੰਡ ਕੇ ਛਕਣਾ ਨਾ ਕਰਿਆ ਕਰੋ। ਹੱਥ ਬੰਨ ਕੇ ਬੇਨਤੀ। ਹੁਣ ਇੱਥੇ ਬਾਬਾ ਜੀ ਅਰਦਾਸ ਕਰਦੇ, ਸੱਚਾ ਪਾਤਸ਼ਾਹ ਤੇਰੇ ਬਖਸ਼ਿਆ ਭੰਡਾਰਿਆਂ ਚੋਂ ਥਾਲ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਜੋ ਵੀ ਛਕੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹੋ ਬਾਬਾ ਜੀ ਅਰਦਾਸ ਕਰਦੇ ਹਨ। ਤੇ ਆਪਾਂ ਜਦੋਂ ਥਾਲ ਪਰੋਸ ਹੁੰਦਾ, ਮੱਖੂ ਸਾਹਿਬ ਨੇ ਤੁਹਾਨੂੰ ਬੇਨਤੀ ਕੀਤੀ, ਉਹ ਮਾਲਕ ਦਾ ਸ਼ੁਕਰ ਕਰਦੇ ਆ, ਪ੍ਰਸ਼ਾਦਾ ਮਿਲਿਆ, ਅਰਦਾਸ ਕਰਦੇ, ਸਤਨਾਮ ਵਾਹਿਗੁਰੂ ਜਪਦੇ। ਤੇ ਜਿਹੜੇ ਪਤੰਦਰ ਨੇ 2 ਗਲਾਸੀਆਂ ਟੇਬਲ ਤੇ ਬਹਿ ਕੇ ਲਾਉਣੀਆਂ, ਉਹ ਸਤਨਾਮ ਵਾਹਿਗੁਰੂ ਥੋੜਾ ਜਪੂਗਾ, ਉਹ ਤਾਂ ਕਹੂਗਾ ਚਾਈਸ। ਤੇ ਭੈਣੋ ਮੈਂ ਤੁਹਾਨੂੰ ਬੇਨਤੀ ਕਰਦਾ, ਹੱਸਿਓ ਨਾ ਮੇਰੀ ਭੈਣੋ, ਮੇਰੇ ਦਿਲ ਤੇ ਦਰਦ ਹੁੰਦਾ ਇਹੋ ਜਿਹੀਆਂ ਗੱਲਾਂ ਸੁਣ ਕੇ। ਇਹੋ ਜਿਹਾ ਪਾਪ ਨਾ ਕਰਿਓ। ਫੇਰ ਸ਼ਰਾਬ ਕਿੱਦਾਂ ਛੱਡਣਗੇ ਜਦੋਂ ਘਰੇ ਲਿਜਾ ਕੇ ਆਪ ਗਲਾਸੀ ਭਰ ਕੇ ਦਿੰਨੀ ਆ। ਕਈ ਮੇਰੇ ਇੱਕ ਮੈਨੂੰ ਭੈਣ ਕਹਿੰਦੀ ਜੀ ਗਿਆਨੀ ਜੀ ਅਰਦਾਸ ਕਰ ਦਿਓ, ਮੇਰੇ ਘਰ ਵਾਲਾ ਦਾਰੂ ਨਹੀਂ ਛੱਡਦਾ। ਮੈਂ ਕਿਹਾ ਭੈਣੇ ਹਜੇ ਤੇਰੀ ਢਿੱਲਿਆ। ਕਹਿੰਦੀ ਕੀ ਹੋਇਆ? ਮੈਂ ਕਿਹਾ ਅਰਦਾਸ ਨੇ ਇੰਨਾ ਕੰਮ ਨਹੀਂ ਜਲਦੀ ਕਰਨਾ। ਜਿੱਦਣ ਤੇਰੇ ਮੱਥੇ ਤੇ ਵੱਟ ਪੈ ਗਿਆ, ਮੂੰਗਲਾ ਚੁੱਕ ਲਿਆ, ਤੱਕਲੇ ਵਰਗਾ ਐ ਸਿੱਧਾ ਹੋ ਜਾਣਾ, ਹਜੇ ਤੂੰ ਆਪ ਢਿੱਲੀ ਹੈ। ਇਹ ਗੱਲ ਸੱਚੀ ਹੈ ਭੈਣ। ਹਜੇ ਘਰਾਂ 'ਚ ਮੁਖਤਿਆਰੀ ਥੋੜੀ ਚੱਲਦੀ ਹੈ ਭੈਣਾ, ਮਾੜਾ ਜਿਹਾ ਮੱਥਾ ਤੱਤਾ ਕਰ ਲੈਣ ਤੇ ਭਾਵੂ ਤੇਰੇ ਦਾ ਸਭ ਕੁਝ ਢਿੱਲਾ ਪਿਆ ਹੁੰਦਾ, ਉਹ ਨਹੀਂ ਸਿਰ ਉੱਚਾ ਕਰਦਾ ਭਾਈ। ਇਹ ਗੱਲ ਸੱਚੀ ਹੈ। ਇਹ ਗੁਰੂ ਕਿਰਪਾ ਕਰੇ। ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੂਜਾ ਸਿਧਾਂਤ ਦਿੱਤਾ ਵੰਡ ਕੇ ਛਕਣਾ, ਤੇ ਤੀਜਾ ਸਿਧਾਂਤ ਦਿੱਤਾ ਸੀ ਨਾਮ ਜਪਣਾ। ਤੇ ਨਾਮ ਜਪਣ ਦੀ ਗੁਰਤੀ ਪਤਾ ਕੀ ਦਿੱਤੀ? ਗੁਰਮੁਖੋ ਮੇਰੇ ਬਾਬੇ ਨਾਨਕ ਨੇ ਆਖਿਆ, ਹੱਥ ਕਾਰ ਵੱਲ ਤੇ ਤੇਰਾ ਮਨ ਕਰਤਾਰ ਵੱਲ। ਸੱਜਣਾ ਤੇਰੇ ਹੱਥਾਂ 'ਚ ਕਾਰ ਹੋਵੇ, ਕਿਰਤ ਕਰਦਾ ਹੋਵੇ, ਕੰਮ ਕਰਦਾ ਹੋਵੇ, ਤੇ ਤੇਰੇ ਮਨ 'ਚ ਵਾਹਿਗੁਰੂ ਵਾਹਿਗੁਰੂ ਚੱਲਦਾ ਹੋਵੇ, ਖੁਦਾ ਦਾ ਚੇਤਾ ਆਉਂਦਾ ਹੋਵੇ। ਤੇ ਪਰ ਮਾਫ ਕਰਨਾ, ਅੱਜ ਦਾ ਮੇਰੇ ਪੰਜਾਬ ਦੀ ਧਰਤੀ ਤੇ ਨੌਜਵਾਨ ਟਰੈਕਟਰ ਚਲਾਉਂਦਾ ਹੁੰਦਾ, ਉਹਦੇ ਟਰੈਕਟਰ ਤੇ ਕੀ ਚੱਲਦਾ ਤੁਹਾਨੂੰ ਪਤਾ ਹੀ ਹੈ। ਅੱਜ ਦਾ ਨੌਜਵਾਨ ਜੋ ਗੱਡੀ ਲੈ ਕੇ ਨਿਕਲਦਾ, ਉਹਦੀ ਗੱਡੀ 'ਚ ਕੀ ਚੱਲਦਾ ਇਹ ਵੀ ਤੁਹਾਨੂੰ ਪਤਾ ਹੀ ਹੈ। ਅੱਗੇ ਤੇ ਚਮਕੀਲੇ ਨੂੰ ਗਾਲਾਂ ਕੱਢਦੇ, ਹੁਣ ਘਰ ਘਰ ਚਮਕੀਲਾ ਬਣਿਆ ਪਿਆ। ਸੋ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 3 ਸਿਧਾਂਤ ਦਿੱਤੇ। ਪਹਿਲਾ ਸਿਧਾਂਤ ਕੰਮ ਹੀ ਪੂਜਾ। ਕੰਮ ਤੇਰਾ ਪਵਿੱਤਰ ਹੋਣਾ ਚਾਹੀਦਾ, ਕੰਮ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ, ਕੰਮ 'ਚ ਧੋਖਾ ਨਹੀਂ ਹੋਣਾ ਚਾਹੀਦਾ, ਠੱਗੀ ਨਹੀਂ ਹੋਣੀ ਚਾਹੀਦੀ। ਤੇ ਦੂਜਾ ਸਿਧਾਂਤ ਵੰਡ ਕੇ ਛਕਣਾ, ਗਰੀਬ ਦੀ ਬਾਹ ਫੜਨੀ, ਗਰੀਬ ਦਾ ਭਲਾ ਕਰਨਾ, ਇਹ ਦਇਆ। ਔਰ ਕਲਗੀ ਮੇਰੇ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ, ਜਦੋਂ ਭਾਈ ਦਇਆ ਰਾਮ ਆਏ ਤਾਂ ਨਾਂ ਪੁੱਛਿਆ ਨਾ, ਮੁਖ ਸਾਹਿਬ ਦੱਸ ਰਹੇ ਭਾਈ ਦਇਆ ਰਾਮ ਆਏ। ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਚਲਾਵਣ ਲੱਗਾ ਉਹਦੀ ਮਾਂ ਆ ਗਈ ਹੈ, ਧਰਮ ਦੀ ਮਾਂ ਦਇਆ। ਦਇਆ ਮਾਰੀ ਬਾਣੀ ਕਹਿੰਦੀ, ਤੌਲ ਧਰਮ ਦਇਆ ਕਾ ਪੂਤ ਸੰਤੋਖ ਆਪ ਰੱਖਿਆ ਤੈਨੂੰ। ਧਰਮ ਦੀ ਮਾਂ ਦਇਆ। ਤੇ ਸੱਜਣਾ ਜੇ ਤੈਨੂੰ ਗਰੀਬ ਤੇ ਦਇਆ ਨਹੀਂ ਆਉਂਦੀ ਤੇ ਯਾਦ ਰੱਖੀ ਤੂੰ ਗੁਰੂ ਨਾਨਕ ਦਾ ਸਿੱਖ ਨਹੀਂ। ਮੇਰੇ ਪਾਤਸ਼ਾਹ ਨੇ 3 ਸਿਧਾਂਤ ਦਿੱਤੇ।
दूजा सिद्धांत सी वंड के छकना ते तीजा सिद्धांत सी नाम जपना। जदों तीन सिद्धांत दिते, तीन सिद्धांत कमा के दुनिया ये गल कहंदी सी मोदी बड़े सुल्तानपुर की धरती के उत्ते आए। जिहड़ा हुण मोदी आया ये वखरा ही नज़ारा दिंदा है कि लोग सिफतां करदे मेरे बाबे नानक दियां कि मोदी नवां ही लिआंदा एक खान ने तेरा 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 तोल तोल। मोदी नवा ही लिया एक खाने हो तेरा तेरा तोड़ तोड़दा हो तेरा तेरा तोड़ तोड़दा हो तेरा तेरा तोड़ तोड़दा। मोदी नवा ही लिया एक खाने नूरी चंद दाददार थोड़े दुख नी नूरी चंद दाददार थोड़े दुख नी। बोला जी शहद कोरदा बोला जी शहद कोरदा बोला जी शहद कोरदा। मोदी नवा ही लिया एक खाने सतगुरु सच्चे पातशाह सुल्तानपुर की पावन धरती ते कार करते मोदी जी कार करते ते नाल नाम जपण दा कार करन दा तरीका दसदे ते नाम जपण दा भी तरीका दसदे। सतगुरु सच्चे पातशाह छापा भार तोल के पाउंदे ते पता की कहंदे एक है एक है एक है एक है भाव खुदा एक है अल्लाह एक है वाहिगुरु एक है निरंकार एक है भगवान एक है कृष्ण एक है मरारी एक है। हजूर सच्चे पातशाह कहंदे एक है एक है एक है एक है। आवाज आउंदी है धारना पाउण लगे तो मोदी साहब नानक जीओ ए धारना तो 6 हो गई है तुसी एक ते रुके हो। मेरे हजूर दी रसना चो आवाज आई 7 है 7 है 7 है। भाव जेड़ा एक है वो 7 है। 7 दा अर्थ है सच। पातशाह बाणी अंदर कहंदे आद सच जुगाद सच हैप्पी सच नानक होसी भी सच। सच्चे पातशाह कहंदे 7 है 7 है 7 है। तोल दे धारना ध्यान खुदा वाला है। सिखा मेरे गुरु नानक ने तेनू ऐसी गुड़ती दी है कि एहो जिहा कोई वखरा समा ना कढ जिहदे नाल तैनू तू नाम जपे तो हर 24 घंटे नाम जप किरत कर हाथ तेरे कार होवे ते मन विच करतार होवे। मेरे हजूर दा फार्मूला है। पातशाह कहते 7 है 7 है 7 है। धारना पाउणा कहता मोदी साहब ये धारना ते 12 हो गई है तुसी 7 ते रुके हो। मेरे हजूर दी रसना च आवाज आई तेरा तेरा के कहंदे तेरा आख्या। मेरे हजूर ने आख्या तेरा ये सौदा तेरा देण वाला तेरा लैण वाला तेरा। हजूर कहंदे तेरा तेरा
ਅਸੀਂ ਕਹਿੰਦੇ ਆ ਮੈਂ, ਮੇਰਾ ਕਾਰੋਬਾਰ, ਮੇਰਾ ਬੰਗਲਾ, ਮੇਰੀ ਕੋਠੀ, ਮੇਰੀ ਜਾਇਦਾਦ, ਮੇਰੇ ਬੱਚੇ, ਮੇਰਾ ਪਰਿਵਾਰ, ਅਸੀਂ ਮੇਰੇ ਤੇ ਰੁਕੇ ਆ। ਮੇਰਾ ਗੁਰੂ ਨਾਨਕ ਕਹਿੰਦਾ ਮੇਰਾ ਛੱਡ ਦੇ ਤੇਰੇ ਤੇ ਆ ਜਾ, ਗੱਲ ਫੇਰ ਬਣਨੀ। ਕਬੀਰ ਸਾਹਿਬ ਕਹਿੰਦੇ ਮੈਂ ਛੱਡ ਦੇ ਤੂੰ ਤੇ ਆ ਜਾ। कबीर तू करता तू हुआ, मुझ में रहा न हूं, जब आपा परका मिट गया, जब देखा तब। कबीर सब कहते मैं छड़ दे तू ते आ जा, तू ही कर, तू ते आ। गुरु नानक पातशाह कहते मैं मेरा छड़ दे तेरे ते आ जा, तेरे दी गल कर। हजूर सच्चे पातशाह सौदा तोड़दे संसार मेरे गुरु नानक जी उपमा करदा है ते हजूर सच्चे पातशाह आने वाले समय च मैं कहण दा यतन करांगा किवें उन्होंने विसाखी वाले ही दिन सुल्तानपुर की पावन धरती तो 4 उदासियां आरंभ कीतियां। संसार नूं नवां पैगाम दिता, नवां संदेश दिता। संसार दे जाके उन्होंने की कुछ किया आने वाले दिनों च मैं कहण दा यतन करांगा। सुनिए ध्यान नाल, काबले कर लेने, काबले कर अंदाज। सरंगी मास्टर भाई गुरदयाल सिंह जी भौरा, ताड़ी अमरजीत सिंह जी संगेड़ा, ताड़ी सुखबीर सिंह जी खड़खड़, इंटरनेशनल ताड़ी जिता हरजिंदर सिंह परवाने के साथी संगत सन्मुख आज के दौरान की लास्ट कविता दी पंक्तियां करे। काबले को लेना, काबले को अंदाज, जरा गौर करना। मोदी नमा ही लिया एक खाने सतगुਰਾਂ ਦੇ ਪਾਵਨ ਚਰਨਾਂ ਸੀਸ ਝੁਕਾ ਕੇ ਸਾਰੇ ਮਾਈ ਭਾਈ ਇੱਕ ਵਾਰ ਉਚਾਰਨ ਕਰ ਦਿਓ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਦੇ ਪਾਵਨ ਚਰਨਾਂ 'ਚ ਮੇਰੀ ਬੇਨਤੀ ਹੈ, ਜਿੰਨੀਆਂ ਵੀ ਸੰਗਤਾਂ ਸੁਣ ਰਹੀ ਹੈ, ਹਾਜ਼ਰੀ ਭਰੀ ਹੈ, ਕਿ ਮੈਂ 3 ਸਿਧਾਂਤ ਤੁਹਾਡੇ ਨਾਲ ਸਾਂਝੇ ਕੀਤੇ। ਪਹਿਲਾ ਸਿਧਾਂਤ ਮੇਰੇ ਬਾਬੇ ਨਾਨਕ ਦਾ, ਤੇਰਾ ਕੰਮ ਹੀ ਪੂਜਾ, ਤੇਰਾ ਕੰਮ ਪਵਿੱਤਰ ਹੋਣਾ ਚਾਹੀਦਾ, ਬੇਈਮਾਨੀ, ਫਰੇਬੀ, ਧੋਖਾ, ਠੱਗੀ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ। ਦੂਸਰਾ ਸਿਧਾਂਤ ਸੀ ਵੰਡ ਕੇ ਛਕਣਾ। ਤੀਸਰਾ ਸਿਧਾਂਤ ਸੀ और किरत करदिया नाम जपना, हथ कार वल ते मन करतार वल। इन्हां तिन्नां सिद्धांतां दा तुसीं अपने मन ही मन दे नाल अपना घरे जाके हिसाब किताब ला लेना कि इन्हां सिद्धांतां दे विचों आपां किन्ना अपनाया। किसी की उम्र तुहाडे चों 20 साल दी है, किसी की 15 साल दी है, किसी की 40 साल, किसी की 50 साल, किसी 70 साल। अपने अपनी उम्र का लेखा जोखा करके हिसाब जरूर लाउण दा यतन करना कि असीं अपना अज तक काम पवित्र कीता, काम च किसी नूं ठगी तो नहीं मारी, ये काम तो नहीं किया, किसी की जेब चो मार के 5 लाख ठगी ते लाख रुपए का गुरुद्वारे आके लंगर तो नहीं लाया, ये काम तो नहीं किया। मेरे पातशाह दी 2 पंक्तियां मैं तुहाडी झोली च पा के दीवान की समाप्ति कर लगा। सच्चे पातशाह कहते हक पराया नानक ओ सुरस गाए, गुर पीर हम ता भरे जह मुर्दार न खाए। पातशाह कहते जिवें मुसलमान वास्ते सूर खाना पाप है,
हिंदू वास्ते गऊ खानी पाप है। सिखा जे तू मेरा सिख है ते एक गल याद रख, सूर नालों गऊ नालों वड्डा पाप तेरे वास्ते किसी दा हक खाना। ते असीं गुरु ग्रंथ ਸਾਹਿਬ ਨੂੰ किन्नी बार मत्था टेकिया ते किन्नी बार ये पंक्तियां सुनिया ते याद रखना किसी दा असीं अज तक हक तो नहीं खादा। ये आप अपना लेखा कर लेना। एक मैं बेनती कई स्टेजां दे उत्ते आम करदा हुंदा, खास करके बच्चों वास्ते, अपनी छोटियां भैणां वास्ते, बच्चों वास्ते, वीरां वास्ते, कि बंदा हर गुरु दे कोल भी कई बंदे गुरुद्वारे आण के मैं वेख्या झूठ बोलते हैं, कई बंदे मंदिर च जाके भी झूठ बोलते हैं, कई बार मैं देखा गुरुद्वारे प्रबंधक भी झूठ बोलते हैं, कई बार मैं देखा रागी ते ढाडी भी झूठ बोलते हैं। याद रखियो, मां बाप दे कोल बच्चे झूठ बोलते हैं, मां बाप बच्चे कोल झूठ बोलता है। एक थां हजे भी बाकी बचदी है। ਜਦੋਂ ਸਵੇਰੇ ਇਸ਼ਨਾਨ ਕਰਦੇ ਹੋ ਜਾਂ ਸ਼ਾਮ ਨੂੰ ਜਦੋਂ ਇਸ਼ਨਾਨ ਕਰਦੇ ਹੋ, ਉਦੋਂ ਸ਼ੀਸ਼ੇ 'ਚ ਆਪਣੀਆਂ ਅੱਖਾਂ ਦੇਖ ਲਿਆ ਕਰੋ। ਅੱਖਾਂ ਨੂੰ ਪੁੱਛਿਆ ਕਰੋ ਕਿ ਉਸ ਸ਼ੀਸ਼ਾ ਦੇਖਣ ਤੋਂ ਪਹਿਲਾਂ ਕਿੰਨੇ ਘੰਟੇ ਤੁਸੀਂ ਦੁਨੀਆ ਨੂੰ ਮਿਲੇ ਹੋ, ਦੁਨੀਆ 'ਚ ਵਿਚਰੇ ਹੋ, ਪਰਿਵਾਰ ਵਿੱਚ ਵਿਚਰੇ ਹੋ, ਤੇ ਕਿੰਨਿਆਂ ਨੂੰ ਸੱਚ ਬੋਲਿਆ ਤੇ ਕਿੰਨਿਆਂ ਨੂੰ ਜਦੋਂ ਝੂਠ ਬੋਲਿਆ, ਕਿੰਨੇ ਕੰਮ ਚੰਗੇ ਕਰਕੇ ਆਇਆ, किन्ने काम माड़े करके आया। तुहाडियां अखां तुहाडी आत्मा नूं दस देणगियां ते लाणतां भी पाउणगियां कि तूं इन्ने काम माड़े कीते आ ते इन्ने चंगे कीते। उत्थे लेखा जोखा शीशे मोरे हो जांदा है। ते याद रखो कि जे ये गल्लां आपां अपनाउण यतन करिए ते साडी जिंदगी दा भला भी होना शुरू हो जांदा है। इन्ने की गल्लां करदा होया बदन तुहाडे नाल साझे करदा इत्थे खेमा दा जज गया। नौजवान वीरां वल्लों सिख यूथ फ्रांस वालों उन्होंने वालों हुक्म आया दास नूं संगत वास्ते बेनती आई है कि कल दीवान जिहड़ा ठीक 7 बजे कहते आरंभ हो जाना, 10 बजे तक दीवान चलना है। उन्होंने संदेश आया है कि 7 बजे कीर्तन आरंभ होगा, 7 तो 8 कीर्तन होगा, 8 तो 9 कथा होगी, 9 तो 10 ढाडी जिथा 1 घंटा सेवा करेगा। फिर भी प्रबंधक नूं बेनती करदा कि थोड़ा जिहा दास नूं समा 15 मिनट का होर दे दो कि मैं खुल के बोल सका। जो रस्सी ना बन के खिदो छड्डीए फिर पूरी खुल दी नहीं होंदी सज्जनों। सो बेनती है सवा घंटा मेरे लिए समा कढ लो, भावें किसी बन्ने घट बद कर लो। मैं नहीं कहता किसी का हक मैं खावा, भावें मेरे दीवान सवा 10 बजे तक कर लो। ये मेरी हथ बन के बेनती है आप जी ने सवा घंटे का समा रख के चलियो। पर मजबूरी तुहाडी भी है, ये मैनूं घंटा समा दोगे तां भी कोई जोर नहीं, मैं उस अनुसार तुहाडे नाल जुड़े झाड़ का यतन करांगा। सो बेनती करो प्रवान हथ भर के सारिया संगतां जी आया सत्कार है। माया नाल तुसीं ज़्यादा प्यार दिता, ये अज दी माया कल खर्ची जाएगी। तुहाडा प्यार मैं आखिरी श्वासा तक याद रखांगा। सारिया संगतां वास्ते जी आया, धन्नवाद। अरदास है जिहड़े नौजवान वीर सेवा कर रहे हैं, सतगुरु इन्हां होर उद्यम बख्शे, बल बख्शिश करन कि ये आने वाले समय दे विच चंगा प्रबंध करके चंगियां सवावां आप जुड़ सकन और संगत नूं जुड़ सकन। इन्हां वास्ते अरदास है। धन गुरु ग्रंथ साहिब का कोटान कोटान धन्नवाद है जिस दाते ने दास नूं मनुखा जन्म दे के सारी दुनिया के सुख दे के अपना ढाडी बनाया। धन गुरु ग्रंथ साहिब सच्चे पातशाह जी आप जी प्रणाम करते हैं। कोटान 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 धन्नवाद करता है। प्रवान करो मेरे पातशाह संगत का धन्नवाद। आओ 6 पौड़ियां अनसर की बाणी का जाप ढाडी सिंह और सिंघां दे कोलों धन गुरु ग्रंथ साहिब सच्चे पातशाह सेवा लैणगे। संगत प्रवान करनी सारी संगत के चरणों ते सिर मस्त करा के गुरु ग्रंथ साहिब नमस्कार करके फतेह सांझी करदा हां। खालसा जी वाहिगुरू जी का खालसा वाहिगुरू जी की फतेह।